ਲਓ ਜੀ, ਜੇ ਮੈਂ ਭਾਰਤ ਦੀ ਗੱਲ ਕਰਾਂ ਤੇ ਸੰਡੇ ਵਾਰ ਹੈ, ਯਾਨੀ ਕਿ ਐਤਵਾਰ ਹੈ। ਤੇ ਜੇ ਮੈਂ ਗੱਲ ਕਰਾਂ ਕੈਨੇਡਾ ਵਾਲੀ, ਤਾਂ ਹੋ ਸਕਦਾ ਸ਼ਨੀਵਾਰ ਦੀਆਂ ਸ਼ਾਮਾਂ ਜਾਂ ਹਨੇਰਾ ਜਿਹਾ ਹੋਵੇ। ਤੇ ਇਸ ਹਫਤੇ 'ਚ ਇੱਕ ਦਿਨ ਮੁਲਾਕਾਤ ਮੇਰੇ ਵੀਰ ਪਰਮਵੀਰ ਬਾਠ ਹੋਰਾਂ ਨਾਲ ਹੁੰਦੀ ਹੈ, ਵਿੱਚ ਕੈਨੇਡਾ ਦੇ ਇਸ ਵਕਤ ਉਹ ਨਿਵਾਸ ਕਰਦੇ ਆ। ਹੁਣ ਪਤਾ ਨਹੀਂ ਕਿੱਦਣ ਉਹਨਾਂ ਨੇ ਟਰਾਂਸਪੋਰਟ ਖੋਲ੍ਹ ਦੇਣੀ ਹੈ, ਕਿੱਦਣ ਟਰੱਕ ਪਾ ਲੈਣਾ, ਜਾਂ ਕਿੱਦਣ ਉਹਨਾਂ ਨੇ ਲਿਕਰ ਸਟੋਰ ਲੈ ਲੈਣਾ, ਜਾਂ ਫਿਰ ਕੁਛ ਨਾ ਕੁਛ ਹੋਰ ਕੰਸਟਰਕਸ਼ਨ ਦਾ ਕੰਮ ਉਹ ਨਾਲ ਦੀ ਨਾਲ ਸ਼ੁਰੂ ਕਰ ਲੈਣ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮਤਲਬ ਵੁੱਡ ਵੀ ਵੱਡੇ NRI ਤੇ ਬਿਜ਼ਨਸਮੈਨ ਬਣਨ ਤੋਂ ਪਹਿਲਾਂ ਜਿੰਨੀਆਂ ਕੁ ਗੱਲਾਂ ਆਪਾਂ ਉਹਨਾਂ ਦੀਆਂ ਸੁਣ ਸਕਦੇ ਹਾਂ, ਉਨੀਆਂ ਕੁ ਆਪਾਂ ਹਰ ਹਫਤੇ ਸੁਣ ਲੈਂਦੇ ਹਾਂ। ਅੱਜ ਵੀ ਆਪਣੇ ਨਾਲ ਟਾਈ ਲਾ ਕੇ ਕੋਟ ਪਾ ਕੇ ਬੈਠੇ ਆ। ਕੀ ਹਾਲ ਨੇ ਬਾਠ ਸਾਹਿਬ? ਐਨ ਚੜ੍ਹਦੀ ਕਲਾ ਜੀ, ਠੀਕ ਠਾਕ ਆ ਮਾਹੌਲ ਸਾਰਾ। ਸੰਧਾਲੀਆ ਸਾਹਿਬ ਤੁਹਾਡਾ ਬਹੁਤ ਧੰਨਵਾਦ। ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ, ਆਇਆ ਇੱਥੇ ਮੈਂ ਆ ਜੀ, ਬੈਠਾ ਇੱਥੇ ਮੈਂ ਆ, ਪਰ ਰੰਗ ਮੇਰੇ ਭਰਾ ਨੂੰ ਚੜ੍ਹੀ ਜਾਂਦਾ, ਕਿਉਂਕਿ ਮੈਂ ਤਾਂ ਅਜੇ ਤੱਕ ਇਹੀ ਸੁਣਿਆ ਸੀ ਠੇਕਾ ਸ਼ਰਾਬ ਦੇਸੀ ਤੇ ਅੰਗਰੇਜ਼ੀ, ਥੱਲੇ ਛੋਟੀ ਲਾਈਨ 'ਚ ਲਿਖਿਆ ਹੁੰਦਾ ਸੀ ਇੱਥੇ ਠੰਡੀ ਬੀਅਰ ਮਿਲਦੀ ਹੈ। ਆਹ ਲਿਕਰ ਸਟੋਰ ਮੈਂ ਤੁਹਾਡੇ ਮੂੰਹੋਂ ਪਹਿਲੀ ਵਾਰੀ ਸੁਣਿਆ। ਦੇਖੋ ਗੱਲ ਪਤਾ ਕੀ ਆ ਬਾਠ ਸਾਹਿਬ, ਮੈਂ ਤਾਂ ਉਹ ਗੱਲ ਕੀਤੀ ਹੈ ਵੀ ਜਿਹੜੀ ਚੀਜ਼ ਬਣਨੀ ਆ ਫਿਊਚਰ 'ਚ। ਹੁਣ ਜੇ ਤੁਸੀਂ ਉਧਰ ਕੈਨੇਡਾ ਜਾ ਕੇ ਲਿਖ ਦਿਓਗੇ ਵੀ ਠੇਕਾ ਸ਼ਰਾਬ ਦੇਸੀ ਤੇ ਅੰਗਰੇਜ਼ੀ, ਤੇ ਗਾਉਣਾ ਕਿੰਨੇ ਗਾਹਕ ਤੇ? ਨਹੀਂ, ਗੱਲ ਤਾਂ ਤੁਹਾਡੀ ਠੀਕ ਆ, ਪਰ ਮੈਨੂੰ ਐਂ ਲੱਗਦਾ ਆ ਇਸ ਕਰਕੇ ਨਹੀਂ ਲੱਗਣ ਦੀ ਨਹੀਂ ਗੱਲ ਹੈਗੀ। ਉਹ ਤੁਹਾਨੂੰ ਤਾਂ ਪਤਾ ਹੀ ਹੈ ਵੀ ਮੈਂ ਤਾਂ ਉਸ ਰਾਹ ਜਾਣ ਵਾਲਾ ਹੈ ਨਹੀਂ, ਜਾਂਦੇ ਤਾਂ ਤੁਸੀਂ ਵੀ ਨਹੀਂ। ਮੈਂ ਤਾਂ ਕਾਰੋਬਾਰ ਦੀ ਗੱਲ ਕੀਤੀ ਹੈ। ਦੇਖੋ ਇੱਧਰ ਜੇ ਮੈਂ ਪੰਜਾਬ 'ਚ ਆਖਾਂ ਵੀ ਮੈਂ ਠੇਕਾ ਲੈ ਲੈਣਾ, ਉਹ ਤਾਂ ਲੈ ਨਹੀਂ ਸਕਦੇ, ਕਿਉਂਕਿ ਨਾ ਮੇਰੀ ਕਿਸੇ ਲੀਡਰ ਨਾਲ ਕੰਧ ਲੱਗਦੀ ਹੈ, ਤੇ ਨਾ ਲੀਡਰ ਨੂੰ ਮੇਰੇ ਤੇ ਤਰਸ ਆਉਣਾ ਵੀ ਚੱਲ ਇੱਕ ਅੱਧਾ ਇਹਨੂੰ ਵੀ ਦੇ ਦਈਏ। ਇਸ ਕਰਕੇ ਉਹ ਕਾਰੋਬਾਰ ਤਾਂ ਉਹਨਾਂ ਨੇ ਸਾਂਭਿਆ ਹੋਇਆ। ਆਪਾਂ ਬੱਸ ਮਿੰਨੀ ਬੱਸ ਪਾਉਣ ਦੇ ਚੱਕਰ 'ਚ ਸੀਗੀ, ਉਹ ਵੀ ਕੰਮ ਨੇ ਆਪਣਾ ਬਣਨਾ, ਕਿਉਂਕਿ ਉਹ ਵੀ ਕਾਰੋਬਾਰ ਲੀਡਰਾਂ ਕੋਲ ਹੀ ਹੈ। ਫਿਰ ਤੁਸੀਂ ਰੇਤ ਬਜਰੀ ਦਾ ਟਿੱਪਰ ਸੋਚਦੇ ਸੀ, ਉਹ ਵੀ ਆਪਣੇ ਵਾਸ ਦੀ ਗੱਲ ਨਹੀਂ ਆਈ, ਕਿਉਂਕਿ ਅਗਲਿਆਂ ਦੇ ਕੰਮ ਆਲਰੇਡੀ ਚੱਲਦੇ ਆ। ਇਹ ਤਾਂ ਹੁਣ ਕੈਨੇਡਾ ਜਾ ਕੇ ਪੰਜਾਬੀ ਆਸ ਕਰਨ ਵੀ ਉੱਥੇ ਜਿਹੜਾ ਵੀ ਉਹਨਾਂ ਦੇ ਮਨ ਦੇ ਵਿੱਚ ਬਿਜ਼ਨਸ ਹੈ ਵੀ ਅਸੀਂ ਕਰਨਾ ਚਾਹੁੰਦੇ ਹਾਂ, ਤੇ ਉਹ ਉੱਥੋਂ ਦੀ ਸਰਕਾਰ ਉਹਨਾਂ ਨੂੰ ਅਲਾਓ ਕਰ ਦਿੰਦੀ ਹੈ ਵੀ ਹਾਂ ਬਈ ਸਾਡੇ MLA ਦਾ MP ਦਾ ਇਹਦੇ 'ਚ ਕੋਈ ਹੱਥ ਨਹੀਂ, ਜੇ ਤੁਸੀਂ ਕਰਨਾ ਤਾਂ ਕਰ ਲਓ। ਇਹ ਗੱਲ ਸੰਧਾਲੀਆ ਸਾਹਿਬ ਤੁਹਾਡੀ ਠੀਕ ਹੈ। ਅਸਲ ਦੇ ਵਿੱਚ ਮੈਨੂੰ ਐਂ ਲੱਗਦਾ ਨਾ ਕਿ ਆਪਾਂ ਜਿਹੜੇ ਦੇਸ਼ ਦੇ ਵਿੱਚ ਬੈਠੇ, ਭਾਰਤ ਦੇ ਵਿੱਚ, ਉਹ ਸਾਨੂੰ ਥੋੜ੍ਹਾ ਜਿਹਾ ਗੁਆਂਢ ਵੱਲ ਜਾਣਾ ਚਾਹੀਦਾ ਸੀ। ਹੈਗੇ ਤਾਂ ਆਪਣੇ ਭੈਣ ਭਰਾਈ ਆ ਪਾਕਿਸਤਾਨ ਵਾਲੇ, ਪਰ ਉੱਥੇ ਸੰਭਾਵਨਾਵਾਂ ਕਾਰੋਬਾਰ ਦੀਆਂ ਵੱਧ ਨੇ। ਭਾਰਤ ਦੇ ਵਿੱਚ ਵੀ ਬਹੁਤ ਆ, ਪਰ ਉੱਥੇ ਤਰੱਕੀ ਬਹੁਤ ਹੋ ਸਕਦੀ ਆ। ਪਿਛਲੇ 3-4 ਦਿਨਾਂ ਦੇ ਵਿੱਚ ਨਾ ਕਈ ਘਟਨਾਵਾਂ ਜਿਹੀਆਂ ਘਟੀਆਂ, ਫਿਰ ਮੈਨੂੰ ਐਂ ਲੱਗਾ ਯਾਰ ਭਾਰਤ ਵਾਲਿਆਂ ਦੇ ਹੱਥ ਤਾਂ ਕੁਝ ਵੀ ਨਹੀਂ ਆਉਂਦਾ। ਉੱਥੇ ਦੀ ਇੱਕ ਗੱਲ ਪਿਛਲੇ ਦਿਨਾਂ 'ਚ ਸਾਹਮਣੇ ਆਈ ਸੀ ਕਿ ਉੱਥੇ ਦੇ ਇੱਕ ਫੌਜੀ ਅਧਿਕਾਰੀ ਨੂੰ ਇੰਡੋਨੇਸ਼ੀਆ ਦੇ ਵਿੱਚ ਰਾਜਦੂਤ ਬਣਾਇਆ, ਉਹ ਜਾ ਕੇ ਅੰਬੈਸੀ ਵੇਚ ਆਇਆ ਆਪਣੇ ਦੇਸ਼ ਦੀ। 20 ਸਾਲ ਨਹੀਂ ਪਤਾ ਲੱਗਾ। ਹੋਰ ਦੇਖੋ, ਵੱਡੀ ਗੱਲ ਤੇ ਤੁਸੀਂ ਨਾਲੇ ਇਹ ਸੁਣੇ ਹੋਣੇ ਵੀ 18 ਸਾਲ ਅਗਲੇ ਨੇ ਪਤਾ ਨਹੀਂ ਲੱਗਣ ਦਿੱਤਾ। ਨਹੀਂ, ਧੂੰਆਂ ਨਹੀਂ ਨਿਕਲਣ ਦਿੱਤਾ ਉਹਨੇ। ਹੋਰ ਤੁਸੀਂ ਦੇਖੋ, ਪਾਇਲਟ ਜੇ ਬਣਨਾ ਤਾਂ ਤੁਹਾਨੂੰ ਪੜ੍ਹਾਈ ਕਰਨ ਦੀ ਲੋੜ ਨਹੀਂ, ਤੁਹਾਡੇ ਕੋਲੇ 4 ਥੱਬੇ ਨੋਟਾਂ ਦੇ ਹੋਣੇ ਚਾਹੀਦੇ ਆ, ਤੁਸੀਂ ਨਜ਼ਾਰੇ ਲਓ। ਹੁਣੇ ਤੱਤੀਆਂ ਖਬਰਾਂ ਨੇ ਕਿ ਫੌਜ ਦਾ ਇੱਕ ਸਾਬਕਾ ਅਧਿਕਾਰੀ ਜਿਹੜਾ ਕਿ ਪਾਕਿਸਤਾਨ ਚਾਈਨਾ ਇਕਨੋਮਿਕ ਕੋਰੀਡੋਰ ਦਾ ਜਿਹੜਾ ਚੇਅਰਮੈਨ ਹੈ, ਉਹ ਬੰਦੇ ਨੇ ਕਹਿੰਦੇ 18-20 ਸਾਲਾਂ 'ਚ 133 ਪਤਾ ਨਹੀਂ ਪੀਜ਼ੇ ਰੈਸਟੋਰੈਂਟ, 350 ਪੌਣੇ 400 ਕਰੋੜ ਰੁਪਈਏ ਦੇ 4 ਦੇਸ਼ਾਂ 'ਚ ਕਾਰੋਬਾਰ। ਆਪਾਂ ਨਹੀਂ ਤਰੱਕੀ ਕਰ ਸਕਦੇ। ਆਪਾਂ ਮਿੰਨੀ ਬੱਸ, ਜੇ ਕਿਤੇ ਮੈਂ ਕਹਿੰਦਾ ਸ਼ੁਕਰ ਹੋਇਆ ਰੱਬ ਦਾ ਮਿੰਨੀ ਬੱਸ ਨਹੀਂ ਕਿਤੇ ਪਾ ਲਈ। ਜੇ ਪਾ ਲੈਂਦੇ ਲੋਕਡਾਊਨ ਦੇ ਵਿੱਚ ਆਪਣੇ ਤੋਂ ਕਿਸ਼ਤਾਂ ਨਹੀਂ ਤਰਨੀਆਂ ਸੀ। ਨਹੀਂ ਉਹ ਠੀਕ ਆ ਬਾਠ ਸਾਹਿਬ, ਜਿਹੜੀ ਗੱਲ ਤੁਸੀਂ ਕੀਤੀ ਹੈ ਨਾ, ਇਹ ਮੈਂ ਸਮਝ ਗਿਆ। ਇਹਦੇ ਤੋਂ ਭਾਵ ਅਰਥ ਇਹ ਨਿਕਲਦਾ ਹੈ ਵੀ ਇਹ ਜਿਹੜੀ ਸਲਾਹ ਤੁਸੀਂ ਦਿੱਤੀ ਹੈ ਨਾ, ਇਹ ਸਾਨੂੰ ਆਮ ਲੋਕਾਂ ਨੂੰ, ਜਿਹੜੀ ਇੱਧਰ ਅਸੀਂ ਭਾਰਤ ਦੇਸ਼ ਮਹਾਨ 'ਚ ਰਹਿਣ ਵਾਲੇ ਪੰਜਾਬ ਦੇ ਨਿਵਾਸੀ ਆ, ਉਹਨਾਂ ਨੂੰ ਨਹੀਂ ਦਿੱਤੀ। ਤੁਸੀਂ ਇੱਧਰ ਵਾਲੇ ਲੀਡਰਾਂ ਨੂੰ ਦਿੱਤੀ ਆ ਵੀ ਤੁਸੀਂ ਆਪਣੇ ਆ ਕਾਰੋਬਾਰ ਲਈ ਫਿਰਦੇ ਹੋਵੋਗੇ, ਅਜੇ ਵੀ ਤੁਸੀਂ ਗੁਆਂਢ ਨਾਲੋਂ ਪਿੱਛੇ ਆ। ਮਤਲਬ ਇਹੀ ਨਾ, ਇਹੀ ਮਤਲਬ ਆ। ਦੇਖੋ, ਇੱਕ ਕੰਮ ਦਾ ਪੱਧਰ ਵੀ ਹੁੰਦਾ ਨਾ ਕਿ ਆਪਣੇ ਸਟੈਂਡਰਡ ਨੂੰ ਮੇਨਟੇਨ ਕਰੇ। ਜੀ ਕਲਰਕ ਭਰਤੀ ਕਰਾ ਕੇ 25,000 ਖਾ ਲਿਆ, ਫਲਾਣੇ ਦਾ ਥਾਣੇ ਦੇ ਵਿੱਚ ਜਿਹੜਾ ਉਹ ਸਮਝੌਤਾ ਕਰਾ ਕੇ 5,000 ਖਾ ਲਿਆ, ਇੱਧਰਲੇ ਪਾਸਿਓਂ ਆਹ ਕਰਤਾ, ਉੱਧਰਲੇ ਪਾਸਿਓਂ ਆਹ ਕਰਤਾ, ਅਗਲੇ 300 ਪੌਣੇ 400 350 ਕਰੋੜ ਤੋਂ ਥੱਲੇ ਢੁੱਕਦਾ ਹੀ ਨਹੀਂ। ਹੁਣ ਦੇਖੋ ਨਾ ਦਰ ਕਿੰਨੀ ਤੇਜ਼ ਹੈ ਉੱਥੇ ਤਰੱਕੀ ਦੀ, ਕਿ ਭਾਈ ਜਿੱਥੇ ਤੁਹਾਡਾ ਜੀ ਕਰਦਾ, ਜਿੱਥੇ ਤੁਸੀਂ ਆਸਣ ਲਾ ਲਿਆ ਵੇਚ ਦਿਓ, ਟੈਂਡਰ ਜਾਰੀ ਕਰ ਦਿਓ। ਜੇ ਕਿਤੇ ਕੇਸ ਕੂਸ ਹੁੰਦਾ 18-20 ਸਾਲ ਮਿੱਟੀ ਪੈਂਦੀ ਰਹਿੰਦੀ, ਉਨੀ ਦੇਰ ਤਾਂ ਬੰਦਾ ਉੱਪਰ ਨੂੰ ਜਾਣ ਵਾਲਾ ਹੋ ਜਾਂਦਾ। ਚਲੋ ਇਹ ਗੱਲਾਂ ਨੇ ਬਾਠ ਸਾਹਿਬ, ਤੁਸੀਂ ਇਹਨਾਂ ਚੋਂ ਕੀ ਲੈਣਾ ਦੇਣਾ। ਤੁਸੀਂ ਮੈਨੂੰ ਕੈਨੇਡਾ ਦੀ ਸੁਣਾਓ ਵੀ ਇੱਥੇ ਮਤਲਬ ਜੇ ਮੰਨ ਲਓ ਵੀ ਕਿਸੇ ਨੇ ਟਰਾਲੀ ਪਾਉਣੀ ਹੋਵੇ, ਮੈਂ ਰੇਤ ਕੱਢ ਕੇ ਦਰਿਆ 'ਚ ਵੇਚਿਆ ਕਰਨੀ, ਤੇ ਕੀ ਤਰੀਕਾ ਜੀ ਉਹਦਾ? ਨਹੀਂ, ਇੱਦਾਂ ਦਾ ਮਾਹੌਲ ਹੀ ਨਹੀਂ, ਕਿਉਂਕਿ ਰੇਤਾ ਵਰਤੀ ਨਹੀਂ ਜਾਂਦੀ, ਰੇਤਾ ਦੀ ਲੋੜ ਹੀ ਬੜੀ ਘੱਟ ਪੈਂਦੀ ਹੈ। ਤੇ ਹੋਰ ਸੁਣੋ, ਚੱਲ ਅਸੀਂ ਲੱਕੜਾਂ ਵੱਢ ਲਿਆਉਣੇ ਲਾਗੋਂ, ਕੁਛ ਕਰਾ ਦਿਓ ਯਾਰ, ਜਿਹੜਾ ਕੰਮ ਚੱਲਦਾ। ਤੁਸੀਂ ਘਰ ਹੀ ਬਣਾਉਣੇ ਆ, ਜੇ ਲੱਕੜ ਦੇ ਬਣਦੇ ਤੇ ਅਸੀਂ ਸਾਨੂੰ ਕੀ, ਅਸੀਂ ਉੱਥੋਂ ਟਰਾਲੀ, ਜਿਹੜੇ ਵੀ ਤੁਹਾਡੇ ਤੋਂ ਰੁੱਖ ਹੁੰਦੇ, ਹੁਣ ਪਤਾ ਨਹੀਂ ਉੱਥੇ ਟਾਹਲੀਆਂ ਹੁੰਦੀਆਂ, ਕਿੱਕਰਾਂ ਹੁੰਦੀਆਂ, ਜਿਹੜੀਆਂ ਵੀ ਹੁੰਦੀਆਂ, ਉਹ ਵੱਢ ਲਿਆਉਣੇ ਆ। ਨਹੀਂ, ਇਹ ਤਾਂ ਗੱਲ ਤੁਹਾਡੀ ਠੀਕ ਹੈ, ਪਰ ਇੱਥੇ ਵੱਢਦਾ ਬੁੱਢਦਾ ਕੋਈ ਨਹੀਂ, ਕਿਉਂਕਿ ਸਾਰਿਆਂ ਕੋਲ ਰੁਪਈਆ ਧੇਲਾ ਇੰਨਾ ਕੁ ਤਾਂ ਹੁੰਦਾ ਹੀ ਆ ਕਿ ਜਿੰਨਾ ਕੁ ਖਰਚਾ ਵੱਢ ਕੇ ਲਿਆਉਣ ਦੇ ਉੱਤੇ ਹੋਣਾ, ਉਨਾ ਕੁ ਖਰਚਾ ਹੀ ਸਟੋਰ ਦੇ ਵਿੱਚੋਂ ਖਰੀਦਣ ਤੇ ਹੋਣਾ। ਬਾਕੀ ਸੰਧਾਲੀਆ ਸਾਹਿਬ, ਇੱਕ ਗੱਲ ਜ਼ਰੂਰ ਹੈਗੀ ਆ ਕਿ ਕਾਰੋਬਾਰ ਇੱਥੇ ਵੀ ਬੜੇ ਤਕੜੇ ਕਰਨ ਵਾਲੇ ਜਿਹੜੇ ਉਹ ਕਰੀ ਕੁਰੀ ਜਾਂਦੇ ਆ।
ਹਰ ਤੀਜੇ ਚੌਥੇ ਦਿਨ ਨਾ ਟੋਰਾਂਟੋ ਵਾਲੇ ਪਾਸਿਓਂ ਕੋਈ ਨਾ ਕੋਈ ਸੁਨੇਹਾ ਆ ਜਾਂਦਾ ਜੀ, ਫਲਾਨੇ ਧੋਖਾਧੜੀ ਦੇ ਮਾਮਲੇ ਦੇ ਵਿੱਚ ਆਪਣੇ ਭਾਈਚਾਰੇ ਦਾ ਬੰਦਾ ਫਸਿਆ, ਇੰਨੇ ਲੋਕਾਂ ਨੂੰ ਉਹਨੇ ਲੋਦਾ ਲਾਤਾ, ਤੇ ਲੋਦਾ ਵੀ ਐਸਾ ਲਾਇਆ ਨਿਸ਼ਾਨ ਵੀ ਨਹੀਂ ਅਗਲੇ ਪੈਣ ਦਿੰਦੇ। ਹਾਲਾਂਕਿ ਤਰੱਕੀ ਕਰਨ ਵਾਲੇ, ਇਮਾਨਦਾਰੀ ਦੇ ਨਾਲ ਜਿਉਣ ਵਾਲੇ ਉਹ ਬਹੁਤੇ ਬੰਦੇ ਨੇ, ਪਰ ਵਿੱਚ ਵਿਚਾਲੇ ਵਿਰਲੀ ਟਾਵੀਂ ਖਬਰ ਜਿਹੜੀ ਹੈ ਉਹ ਕੋਈ ਨਾ ਕੋਈ ਇਦਾਂ ਦੀ ਆ ਜਾਂਦੀ ਹੈ ਜਿਹਦੇ ਕਰਕੇ ਬਦਨਾਮੀ ਹੁੰਦੀ ਹੈ। ਹੁਣ ਸੰਧਾਲੀਆ ਸਾਹਿਬ ਆ ਡੂਢ ਕੁ ਦਿਨ ਹੀ ਮਸਾਂ ਹੋਇਆ, ਆਸਟ੍ਰੇਲੀਆ ਵਾਲੇ ਪਾਸਿਓਂ ਵੀਡੀਓ ਆਉਂਦੀ ਹੈ, ਸੋਸ਼ਲ ਮੀਡੀਆ ਦੀ ਗੱਲ ਕਰਨ ਲੱਗਿਆ ਤੁਹਾਡੇ ਨਾਲ। ਵੀਡੀਓ ਸੱਚੀ ਆ ਕਿ ਨਹੀਂ ਸੱਚੀ ਇਹਦਾ ਤਾਂ ਪਤਾ ਨਹੀਂ, ਪਰ ਉਸ ਵੀਡੀਓ 'ਚੋਂ ਇਹ ਪਤਾ ਲੱਗਦਾ ਕਿ ਮੁੰਡਿਆਂ ਦੇ ਦੋ ਟੁੱਲ ਨੇ ਜਾਂ ਇੱਕੋ ਹੀ ਟੁੱਲ ਹੈ ਜਾਂ ਕੀ ਹੈ, ਕੁੱਟ ਕਟਾਪਾ ਵੀ ਹੁੰਦੇ ਆ, ਨਾਅਰੇ ਵੀ ਲਾਉਂਦੇ ਆ, ਪੁਲਿਸ ਵੀ ਆਉਂਦੀ ਹੈ, ਹੂਟਰ ਵੱਜਦੇ ਆ, ਪੁਲਿਸ ਦੀਆਂ ਬੱਤੀਆਂ ਜਿਹੜੀਆਂ ਗੱਡੀਆਂ ਤੇ ਹੁੰਦੀਆਂ ਉਹ ਵੀ ਨਾਲੋਂ ਨਾਲ ਜਗਦੀਆਂ। ਸੰਧਾਲੀਆ ਸਾਹਿਬ ਗੱਲ ਠੀਕ ਹੈ, ਚਲੋ ਕੋਈ ਗੱਲ ਨਹੀਂ, ਮੁੰਡੇ ਖੁੰਡੇ ਆ, ਮਸਤੀ 'ਚ ਆ, ਉਹਨਾਂ ਨੇ ਕਿਸੇ ਧਿਰ ਦੀ ਹਮਾਇਤ ਕਰਨੀ ਆ, ਕਿਸੇ ਦੀ ਨਹੀਂ ਕਰਨੀ, ਪਰ ਇੱਕ ਗੱਲ ਮੰਨ ਕੇ ਚੱਲਣ ਕਿ ਉਸ ਸਾਰੀ ਚੀਜ਼ ਦੀਆਂ ਤਾਰਾਂ ਜਿਹੜੀਆਂ ਅੰਬੈਸੀਆਂ ਤੱਕ ਖੜਕਣੀਆਂ। ਭੜਕ ਨੂੰ ਅਗਲਿਆਂ ਨੇ ਵੀਜ਼ੇ ਦੇਣ ਲੱਗਿਆਂ ਨੇ 20 ਵਾਰੀ ਸੋਚਣਾ। ਜਿਹੜੇ ਤਾਂ ਅੱਪੜ ਗਏ ਆ ਠੀਕ ਆ ਕਿ ਭਾਈ ਤੁਹਾਡਾ ਕੰਮ ਸੂਤ ਆ ਗਿਆ, ਪਰ ਆ ਜਿਹੜਾ ਲੱਖਾਂ ਬੰਦਾ ਪਾਸਪੋਰਟ ਬਣਾ ਕੇ ਪਾਸਪੋਰਟ ਤੇ ਬੈਠਾ ਤੇ ਇਸ ਗੱਲ ਦੀ ਉਡੀਕ ਕਰਦਾ ਕਿ ਕਦੋਂ ਉਹ ਜਿਹੜੇ ਹੱਥਾਂ ਦੇ ਨਿਸ਼ਾਨ ਲਾਉਣ ਵਾਲੇ ਸੈਂਟਰ ਜਿਹਾ ਖੁੱਲਣ, ਕਦੋਂ ਸਾਡੀਆਂ ਫਾਈਲਾਂ ਅਗਲੇ ਪਾਸੇ ਨੂੰ ਜਾਣ। ਜਿਹੜੇ ਮਾਪਿਆਂ ਨੇ ਕਰਜ਼ੇ ਕੁਰਜ਼ੇ ਚੱਕੇ ਕਿ ਨਿੱਕਾ ਨਿਆਣਾ ਅਸੀਂ ਪੜ੍ਹਨ ਦੇ ਲਈ ਬਾਹਰ ਭੇਜਣਾ, ਉਹਨਾਂ ਦਾ ਹੋਊਗਾ ਕਿ ਹੱਥ ਜੋੜਦੇ ਭਾਈ ਇਦਾਂ ਦੇ ਅੱਗੇ, ਜੇ ਤੁਸੀਂ ਬਾਹਰ ਪਹੁੰਚ ਗਏ ਆ ਘੱਟੋ ਘੱਟ ਇਦਾਂ ਦੀਆਂ ਹਰਕਤਾਂ ਜਿਹੜੀਆਂ ਬੰਦ ਕਰ ਦਿਓ। ਪ੍ਰੋਟੈਸਟ ਕੋ ਕਰਨਾ ਢੰਗ ਤਰੀਕੇ ਹੋਰ ਬਥੇਰੇ ਆ। ਬਾਟ ਸਾਹਿਬ ਗੱਲ ਪਤਾ ਕੀ ਹੈ ਜੀ, ਇਹ ਜਿਹੜੀ ਵੀ ਚੀਜ਼ ਮੈਂ ਅੱਗੇ ਵੀ ਕਈ ਵਾਰ ਕਹੀ ਹੈ ਗੱਲ ਇਹ ਕਿ ਮੁਲਕ ਆਪਾਂ ਨੂੰ ਦੂਰ ਲੱਗਦੇ ਆ, ਪਰ ਜਦੋਂ ਜਹਾਜ਼ ਤੇ ਆਪਾਂ ਬੈਠੀ ਦਾ ਨਾ, ਜੇ ਮੈਂ ਪੰਜਾਬ ਤੋਂ ਚੱਲ ਕੇ ਚਾਹੇ ਆਪਾਂ ਦਿੱਲੀੋਂ ਫਲਾਈਟ ਵੀ ਲੈਣੀ ਹੋਵੇ, ਕਿਸੇ ਵੀ ਮੁਲਕ ਦਾ ਲਾ ਲਓ ਹਿਸਾਬ ਕਿਤਾਬ, ਤੇ ਮੈਨੂੰ ਨਹੀਂ ਲੱਗਦਾ ਵੀ 24 ਘੰਟਿਆਂ ਤੋਂ ਵੱਧ ਟਾਈਮ ਲੱਗਦਾ ਕਿਤੇ ਵੀ। ਇੰਨਾ ਕੀ ਲੱਗਦਾ ਜੀ? ਬਹੁਤ ਵੱਧ ਤੋਂ ਵੱਧ 24 ਘੰਟਿਆਂ ਦੇ ਵਿੱਚ, 24 ਘੰਟਿਆਂ ਦੇ ਵਿੱਚ, ਯਾਨੀ ਕਿ 24 ਘੰਟੇ ਪਹਿਲਾਂ ਜੇ ਮੰਨ ਲਓ ਮੈਂ ਹੀ ਜਾਣਾ, ਮੇਰੇ ਘੇਰੇ 5-4 ਮੇਰੇ ਯਾਰ ਬਿੱਲੀ ਤੁਸੀਂ ਜਿੱਦਾਂ ਦੇ ਦੱਸੇ ਆ ਉਹ ਬੈਠੇ ਆ, ਗੱਡੀ ਚੌੜੇ ਟਾਇਰਾਂ ਵਾਲੀ ਜਾਂ ਹੋਰ ਸ਼ੀਸ਼ੇ ਕਾਲੇ, ਵਿੱਚ ਮੈਂ ਸਿੰਗਰਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਜਿੱਦਾਂ ਦੇ ਗਾਣੇ ਉਹਨਾਂ ਦੇ ਚੱਲਦੇ ਆ, ਵੀ ਚੰਗਾ ਭਲਾ ਬੈਠਾ ਬੰਦਾ ਜਿਹਨੇ ਮੇਰੇ ਅੱਗੇ ਨੂੰ ਕਦੀ ਮਤਲਬ ਕੁੱਤੇ ਦੇ ਡੰਡਾ ਨਹੀਂ ਮਾਰਿਆ, ਉਹਦੇ ਵੀ ਐਂ ਡੋਲੇ ਫਰਕਦੇ ਵੀ ਮੈਂ ਨਾ ਗਾਟਾ ਜਿਹਾ ਲਾ ਦੇਵਾਂ ਹੁਣ। ਉਹ ਵਾਲੀ ਫੀਲਿੰਗ ਲੈਂਦਾ ਜਦੋਂ ਬੰਦਾ 24 ਘੰਟੇ ਬਾਅਦ ਕਿਸੇ ਹੋਰ ਧਰਤੀ ਤੇ ਚਲੇ ਜਾਂਦਾ, ਤੇ ਤੁਸੀਂ ਐਂ ਸਮਝੋ ਕਿ ਉੱਥੇ ਜਾਂਦਿਆਂ ਸਾਰੀ ਇੰਡੀਆ ਵਾਲੀ ਚਿੱਪ ਉਹਦੀ ਉਹਨਾਂ ਨੇ ਕੱਢ ਦੇਣੀ ਆ ਤੇ ਗੋਰਿਆਂ ਵਾਲੀ ਫਿੱਟ ਕਰ ਦੇਣੀ ਆ। ਇੱਦਾਂ ਤਾਂ ਹੋਣਾ ਨਹੀਂ। ਉਹ ਤਾਂ ਹੁਣ ਆਦਤਾਂ ਜਿਹੜੀਆਂ ਇੱਧਰਲੀਆਂ ਨੇ ਉਹ ਹੌਲੀ ਜਾਣੀਆਂ ਨੇ, ਪਰ ਇਹ ਜਾਣੀਆਂ ਤਾਂ ਨੇ ਜੇ ਇਹੋ ਜਿਹੇ ਸੇਕ ਲੱਗਦੇ ਰਹਿਣਗੇ। ਮੇਰੇ ਤਾਂ ਸੁਣ 'ਚ ਇਹ ਵੀ ਆਇਆ ਸੀ ਵੀ ਆਸਟ੍ਰੇਲੀਆ ਵਾਲੇ ਨੇ ਤਾਂ ਜਹਾਜ਼ ਉੱਧਰੋਂ ਭਰਨੇ ਵੀ ਸ਼ੁਰੂ ਕਰਤੇ, ਤੇ ਕੈਨੇਡਾ 'ਚੋਂ ਵੀ ਸੁਣਨ ਲੱਗ ਪਏ ਗੱਲ ਕਿ ਵੀ ਸ਼ਾਇਦ ਉੱਧਰੋਂ ਵੀ ਹੁਣ ਵਾਪਸੀ ਵਾਲਾ ਕੰਮ ਸ਼ੁਰੂ ਹੋ ਗਿਆ। ਇਹ ਖਬਰਾਂ ਨਹੀਂ ਸੁਣਦੇ ਬੰਦੇ, ਉਹ ਕੀ ਗੱਲ? ਇਹ ਬੜੀ ਹੈਰਾਨੀ ਦੀ ਗੱਲ ਆ ਸੰਧਾਲੀਆ ਸਾਹਿਬ, ਜਿਹੜੇ ਨਾ ਬੰਦੇ ਬਹੁਤ ਮਿਹਨਤੀ ਪਰਿਵਾਰਾਂ ਦੇ ਆ, ਕਮਜ਼ੋਰ ਪਰਿਵਾਰਾਂ ਦੇ ਆ, ਜਿਨ੍ਹਾਂ ਨੇ ਕਦੇ ਕਾਨੂੰਨ ਨਹੀਂ ਭੰਗ ਕੀਤਾ, ਉਹ ਬੜੇ ਡਰਿਓ ਆ, ਉਹ ਬੜੇ ਚਿੰਤਤ ਆ। ਕਿਉਂਕਿ ਜਦੋਂ ਕਿਸੇ ਭਾਈਚਾਰੇ ਦੇ ਭਾਵੇਂ ਚੰਦ ਬੰਦੇ 10, 15, 20 ਬੰਦੇ ਹੁਣ ਇਦਾਂ ਦੇ ਕੰਮ 'ਚ ਇਨਵੋਲਵ ਹੁੰਦੇ ਆ, ਤੇ ਲੋਕ ਫਿਰ ਸ਼ੱਕੀ ਨਜ਼ਰਾਂ ਨਾਲ ਸਾਰਿਆਂ ਨੂੰ ਦੇਖਦੇ ਆ। ਰਾਤ ਬਰਾਤੇ ਕੰਮਾਂ ਦੇ ਉੱਤੇ ਵੀ ਜਾਣਾ ਹੈ, ਲੋਕਾਂ ਦੇ ਸਹਿਯੋਗ ਦੀ ਵੀ ਲੋੜ ਹੈ, ਕੰਮ ਵਾਲੇ ਦੇ ਸਹਿਯੋਗ ਦੀ ਲੋੜ ਹੈ, ਜਿੱਥੇ ਬੇਸਮੈਂਟ ਦੇ ਵਿੱਚ ਘਰਾਂ ਦੇ ਵਿੱਚ ਰਹਿਣਾ ਹੈ ਉਹਨਾਂ ਦੇ ਸਹਿਯੋਗ ਦੀ ਲੋੜ ਹੈ। ਹੁਣ ਜਿਹੜੇ ਬੰਦੇ ਨੇ ਕਦੇ ਕੋਈ ਗਲਤ ਕੰਮ ਨਹੀਂ ਕੀਤਾ, ਕੱਲ ਨੂੰ ਉਹ ਵੀ ਸਵਾਲਾਂ ਦੇ ਨਿਸ਼ਾਨਾਂ 'ਚ ਆਉਣਾ ਹੈ। ਇਹ ਆਸਟ੍ਰੇਲੀਆ ਉਹੀ ਹੈ ਨਾ ਜਿੱਥੇ ਇੱਕ ਵਾਰੀ ਪਹਿਲਾਂ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਮੁੱਦਾ ਵੀ ਚੱਲਿਆ ਸੀ ਕਿ ਭਾਈ ਉਹਨਾਂ ਦੇ ਉੱਤੇ ਸਖਤੀ ਕਰ ਦਿੱਤੀ ਗਈ ਹੈ। ਅਸੀਂ ਕਿੰਨਾ ਤਿਲ ਮਿਲਾਏ ਸੀ ਕਿ ਭਾਈ ਥੋੜੀ ਨਰਮੀ ਹੋਣੀ ਚਾਹੀਦੀ ਹੈ। ਇਸ ਕਰਕੇ ਉਹ ਆਪ ਕੋਈ ਕਾਂਡ ਕਰ ਦੇਣ ਕੋਈ ਗੱਲ ਨਹੀਂ, ਸਖਤੀਆਂ ਕਰ ਦੇਣ ਕੋਈ ਗੱਲ ਨਹੀਂ, ਆਪ ਨਾ ਅਸੀਂ ਆਪਣਾ ਰਸਤਾ ਆਪੇ ਹੀ ਬੰਦ ਕਰੀ ਜਾਈਏ, ਨਹੀਂ ਤਾਂ ਔਖੇ ਬਹੁਤ ਹੋਵਾਂਗੇ। ਦੇਸ਼ ਦੇ ਹਾਲਾਤ ਆਪਾਂ ਨੂੰ ਪਤਾ ਹੈ। ਚਲੋ ਬਾਕੀ ਸਭ ਸਿਆਣੇ ਨੇ, ਸੂਝਵਾਨ ਨੇ, ਆਪਾਂ ਤਾਂ ਕਹਿ ਲਓ ਕਿ ਥੋੜਾ ਜਿਹਾ ਵੱਡੇ ਭਰਾਵਾਂ ਵਾਂਗੂ ਇੱਥੇ ਬਹਿ ਕੇ ਗੱਲ ਹੀ ਕਰ ਸਕਦੇ ਹਾਂ। ਜਿੱਦਾਂ ਪਰਿਵਾਰ 'ਚ ਅਗਲਾ ਕਹਿੰਦਾ ਨਹੀਂ ਉਹ ਮੈਂ ਤੈਨੂੰ ਵੇਖਿਆ ਸੀ ਉਹ ਮੋਟਰਸਾਈਕਲ ਤੇ ਬੈਠੇ ਨੂੰ, ਮੈਂ ਫਿਰ ਬਾਪੂ ਨਾਲ ਗੱਲ ਕਰਨੀ ਉਹਨੇ ਤੇ ਤੂੰ ਜਰਾਨਾ ਛੱਡ ਦੇ ਉਹਦਾ। ਸੋ ਅਸੀਂ ਤੇ ਉਸ ਹਿਸਾਬ ਨਾਲ ਹੀ ਗੱਲ ਕਰਨੀ। ਕਿਉਂ ਬਾਦ ਸਾਹਿਬ? ਨਹੀਂ, ਮੈਨੂੰ ਤਾਂ ਇਹ ਵੀ ਲੱਗਦਾ ਆਪਾਂ ਨੂੰ ਹਿਸਾਬ ਜਿਹਾ ਹੀ ਕਰਨੀ ਚਾਹੀਦੀ ਹੈ, ਕਿਉਂਕਿ ਜੇ ਤਾਂ ਨਿਆਣਾ ਅੱਗੋਂ ਚੰਗਾ ਹੋਵੇ, ਉਹ ਕਹੇ ਚਲੋ ਕੋਈ ਗੱਲ ਨਹੀਂ, ਉਹ ਮੇਰੇ ਤੋਂ ਜਾ ਹੋ ਗਿਆ, ਮੈਂ ਨਹੀਂ ਅੱਗੋਂ ਜਾਂਦਾ। ਤੇ ਕਈ ਵਾਰੀ ਅੱਗੋਂ ਉੱਥੇ ਵੀ ਹੁੰਦੇ ਕਹਿੰਦੇ ਜਾਣਾ ਸਵੇਰੇ ਵੀ ਜਾਣਾ, ਤੂੰ ਕਰ ਲੈ ਜੋ ਕਰਨਾ, ਤੂੰ ਜਿਹੜੀ ਲੱਤ ਭੰਨਣੀ ਭੰਨ ਲਾ, ਪਤਾ ਮੈਨੂੰ ਤੇਰਾ ਵੀ। ਨਹੀਂ ਉਹੋ ਜਿਹਾ ਜਦੋਂ ਕੇਸ ਹੁੰਦਾ ਨਾ ਬਾਟ ਸਾਹਿਬ, ਵੈਸੇ ਤਾਂ ਤੁਸੀਂ ਵੀ ਇੱਧਰੋਂ ਕਾਫੀ ਸਾਰੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਕਰਾਈ, ਜਿਹੜੇ ਪਰਿਵਾਰ ਅਜੇ ਵੀ ਸਾਂਝੇ ਹੈ ਕਿ ਜਿਨ੍ਹਾਂ ਦੇ ਵਿੱਚ ਬਹੁਤ ਵੱਡੇ ਪਰਿਵਾਰ ਨੇ, ਤੇ ਉਹਨਾਂ ਦੇ ਵਿੱਚ ਕਈ ਪੀੜ੍ਹੀਆਂ ਜਿਹੜੀਆਂ ਨੇ ਉਹ ਰਲ ਕੇ ਰਹਿ ਰਹੀਆਂ, ਤੇ ਜਿਨ੍ਹਾਂ ਦੇ ਈਵਨ ਜਿਹੜੇ ਕਹਿ ਲਓ ਬੈਂਕ ਖਾਤੇ ਆ ਉਹ ਵੀ ਇਕੱਠੇ ਆ। ਉਹ ਤਾਂ ਹੀ ਆ ਵੀ ਜੇ ਵੱਡੇ ਨੇ ਕਿਹਾ ਤੇ ਨਿੱਕੇ ਨੇ ਨਹੀਂ ਮੋੜਨੀ, ਤੇ ਜੇ ਨਿੱਕੇ ਨੇ ਕਿਹਾ ਤੇ ਵੱਡੇ ਨੇ ਨਹੀਂ ਮੋੜਨੀ। ਤੇ ਜੇ ਜਿੱਦਾਂ ਹੁਣ ਆਪਾਂ ਸਲਾਹ ਦਿੱਤੀ ਤੇ ਅਗਲੇ ਨੇ ਸਿਰ ਦੇ ਵਾਲਾਂ ਨੂੰ ਆਉਣਾ, ਤੇ ਫਿਰ ਦਿਹਾੜੀ ਜੀ ਬੰਦਾ ਬਹਿ ਕੇ ਕਹਿੰਦਾ ਵੀ ਮੈਂ ਫੁੱਫੜ ਨੂੰ ਲੈ ਆ, ਤੇ ਬਾਪੂ ਦੇ ਕੋਲ ਬਹਿ ਕੇ ਆਖਣਾ ਵੀ ਮੇਰਾ ਭਾਵੇਂ 1.5 ਕਿੱਲਾ ਅੱਡ ਕਰਾ ਦੇ, ਮੈਂ ਇਹਦੇ ਨਾਲ ਨਹੀਂ ਰਹਿਣਾ। ਹਾਂ ਨਹੀਂ, ਬਿਲਕੁਲ ਇੱਦਾਂ ਹੀ ਹੋਣਾ। ਹੋ ਸਕਦਾ ਫਿਰ ਜੇ ਆਪਾਂ ਨੂੰ ਦੋਹਾਂ ਨੇ ਦਬਕਾ ਮਾਰਿਆ ਕਿ ਤੁਸੀਂ ਕੌਣ ਹੁੰਨੇ ਭਾਈ ਸਾਡੇ ਅਧਿਕਾਰ ਖੇਤਰ 'ਚ ਦਖਲ ਦੇਣ ਵਾਲੇ, ਫਿਰ ਅਗਲੀ ਵਾਰ ਇਹ ਵੀ ਕਹਿਣਾ, ਨਿਆਣਾ ਦੇਖ ਕੇ ਪਰੇ ਨੂੰ ਮੂੰਹ ਕਰ ਲੈਣਾ। ਜੇ ਉਹਦੇ ਘਰ ਦੇ ਪੁੱਛਣਗੇ ਤੂੰ ਵੀ ਉਦੋਂ ਫਲਾਨੀ ਥਾਂ ਸੀ, ਸਾਡਾ ਨਿਆਣਾ ਵੀ ਉੱਥੇ ਸੀ, ਕਹਿੰਦੇ ਝਗੜਾ ਹੋ ਗਿਆ ਤੁਸੀਂ ਦੇਖਿਆ ਨਹੀਂ, ਨਾ
ਮੇਰਾ ਧਿਆਨ ਹੀ ਹੋਰ ਪਾਸੇ, ਮੈਂ ਤਾਂ ਕਰਿਆਨਾ ਲੈਂਦਾ ਸੀ, ਮੈਂ ਤਾਂ ਖੰਡ ਪਵਾਉਂਦਾ ਸੀ, ਮੇਰਾ ਤਾਂ ਖੰਡ ਵਾਲਾ ਲਿਫਾਫਾ ਪਾਟ ਗਿਆ ਸੀ, ਮੇਰਾ ਤਾਂ ਧਿਆਨ ਹੀ ਉਧਰ ਸੀ। ਨਹੀਂ ਮੈਂ ਤਾਂ ਗਿਆ ਹੀ ਨਹੀਂ ਜੀ ਉਧਰਲੇ ਪਾਸੇ, ਉਹ ਤੁਹਾਨੂੰ ਭੁਲੇਖਾ ਲਗਾਉਣਾ ਕਿਤੇ ਵੀ ਆਪਾਂ ਵੀ ਇਦਾਂ ਕਰ ਲਾਂਗੇ ਵੀ ਚਲੋ ਰੁਕੀ ਆਪਾਂ ਤਾਂ ਜੀ ਗੱਲ ਹੀ ਕਰਦੇ ਆ। WhatsApp ਥੋੜਾ ਜਿਹਾ ਜੇ ਤੁਸੀਂ ਹੁਣ ਕੈਨੇਡਾ ਦੀ ਗੱਲ ਛੱਡੋ, ਆਸਟ੍ਰੇਲੀਆ ਦੀ ਛੱਡੋ ਤੇ ਪੰਜਾਬ ਵਾਲੇ ਪਾਸੇ ਤੁਹਾਨੂੰ ਲੈ ਕੇ ਆਈਏ। ਪੰਜਾਬ ਦੇ ਵਿੱਚ ਕੱਲ ਸੁਖਨਾ ਸਾਡੇ ਬਹੁਤ ਲੰਮਾ ਸੈਸ਼ਨ ਸੀਗਾ ਜੀ ਪੰਜਾਬ ਵਿਧਾਨ ਸਭਾ ਦਾ। ਸਮੁੱਚੀ ਲੀਡਰਸ਼ਿਪ ਜਿਨ੍ਹਾਂ ਦੇ ਉੱਪਰ ਪੰਜਾਬ ਦੀ ਲੋਕਾਂ ਦੇ ਦਿੱਤੇ ਹੋਏ ਟੈਕਸ ਦਾ ਪੈਸਾ ਬਹੁਤ ਵੱਡੀ ਮਾਤਰਾ 'ਚ ਖਰਚ ਹੁੰਦਾ, ਉਹ ਸਿਰ ਜੋੜ ਕੇ ਸਿਆਣੇ ਉੱਥੇ ਬੈਠੇ ਸੀਗੇ। 23 ਪਹਿਲਾਂ ਪੋਜ਼ੀਟਿਵ ਆ ਗਏ ਸੀ, 2 ਕੱਲ੍ਹ ਆ ਗਏ, ਤੇ ਜਿਹੜੇ 2 ਕੱਲ੍ਹ ਆ ਗਏ ਉਹ ਮੁੱਖ ਮੰਤਰੀ ਸਾਹਿਬ ਨੂੰ ਮਿਲ ਗਏ ਤੇ ਹੁਣ ਮੁੱਖ ਮੰਤਰੀ ਸਾਹਿਬ 7 ਦਿਨਾਂ ਲਈ ਅੰਦਰ ਜਾ ਵੜੇ। ਇਹ ਕੱਲ੍ਹ ਦੀ ਕਾਰਵਾਈ ਹੈ, ਬਾਕੀ ਇਸ ਤੋਂ ਬਾਅਦ ਮਤਿਆਂ ਤੇ ਆਪਾਂ ਬਾਅਦ 'ਚ ਆਉਂਦੇ। ਪਰ ਓਵਰਆਲ ਪ੍ਰਭਾਵ ਤੁਹਾਡੇ ਤੇ ਕੀ ਪਿਆ ਕਿ ਅਸੀਂ ਸੈਸ਼ਨ ਪੂਰਾ ਕਰ ਲਿਆ ਭਾਈ? ਨਹੀਂ ਦੇਖੋ, ਰਸਮੀ ਕਾਰਵਾਈਆਂ ਤਾਂ ਪੂਰੀਆਂ ਕਰਨੀਆਂ ਹੀ ਹੁੰਦੀਆਂ ਨਾ, ਰਸਮੀ ਕਾਰਵਾਈਆਂ ਬਹੁਤ ਜ਼ਰੂਰੀ ਹੁੰਦੀਆਂ, ਕੋਈ ਬੰਦਾ ਗੁੱਸਾ ਨਾ ਕਰੇ। ਪਹਿਲਾਂ ਹੁੰਦਾ ਸੀ ਕਿ ਪੰਜਾਬੀ ਜਿਹੜਾ ਵਿਆਹ ਉਹਦੇ ਵਿੱਚ ਆਨੰਦ ਕਾਰਜ ਦੀ ਰਸਮ ਸਭ ਤੋਂ ਵਧੀਆ ਹੁੰਦੀ ਸੀ, ਵੱਡੀ ਹੁੰਦੀ ਸੀ। ਇਹ ਪੁੱਛਿਆ ਜਾਂਦਾ ਆਨੰਦ ਕਾਰਜ ਕਿੱਥੇ ਹੋਣਾ, ਉੱਥੇ ਅਰਦਾਸਾਂ ਕਰਨੀਆਂ, ਆਨੰਦ ਕਾਰਜ ਹੋਣਾ, ਉੱਥੇ ਹੀ ਬੈਠ ਕੇ ਸਾਰਿਆਂ ਨੇ ਪਰਿਵਾਰ ਨੂੰ ਵਧਾਈਆਂ ਦੇਣੀਆਂ ਕਿ ਲਓ ਜੀ ਵਿਆਹ ਹੁਣ ਸੰਪੂਰਨ ਹੋ ਗਿਆ। ਹੌਲੀ ਹੌਲੀ ਅਸੀਂ ਕਿੱਥੇ ਆ ਗਏ, ਹੌਲੀ ਹੌਲੀ ਇੱਥੇ ਆ ਗਏ ਨਾ ਕਿ ਵਿਆਹ ਦੇ ਕਾਰਡ ਦੇ ਉੱਤੇ ਇਹ ਵੀ ਲਿਖਿਆ ਹੁੰਦਾ ਕਿ ਸ਼ਗਨ ਪਾਉਣ ਦੇ ਲਈ ਕਿੰਨੇ ਵਜੇ ਕਿੱਥੇ ਜਾਣਾ ਹੈ, ਜਿਹੜਾ ਡੀਜੇ ਰਾਤ ਦਾ ਲੱਗਣਾ ਉਹ ਕਿੱਥੇ ਲੱਗਣਾ, ਤੇ ਡੀਜੇ 'ਚ ਕਿਹੜੇ ਡੀਜੇ ਵਾਲੇ ਨੇ ਆਉਣਾ ਹੈ, ਬਰਾਤ ਕਿੱਥੇ ਜਾਣੀ ਹੈ, ਕਿੱਥੋਂ ਤੁਰਨੀ ਹੈ, ਉਹ ਸਾਰਾ ਕੁਝ ਲਿਖਿਆ ਹੁੰਦਾ। ਰਿਸੈਪਸ਼ਨ ਦੂਸਰੇ ਦਿਨ ਕਿੱਥੇ, ਉਹ ਵੀ ਲਿਖਿਆ ਹੁੰਦਾ। ਆਨੰਦ ਕਾਰਜ ਦਾ ਜ਼ਿਕਰ 90% ਕਾਰਡਾਂ 'ਚ ਹੁੰਦਾ ਨਹੀਂ, ਕਿਉਂਕਿ ਮੈਰਿਜ ਪੈਲੇਸ ਦੇ ਵਿੱਚ ਤਾਂ ਆਨੰਦ ਕਾਰਜ ਹੋਣਾ ਨਹੀਂ, ਘਰੇ ਦਾ ਆਨੰਦ ਕਾਰਜ ਹੋਣਾ ਨਹੀਂ, ਜਿਹੜੇ ਗੁਰੂ ਘਰ ਦੇ ਵਿੱਚ ਆਨੰਦ ਕਾਰਜ ਹੋਣਾ ਉਹਦਾ ਤਾਂ ਜ਼ਿਕਰ ਹੁੰਦਾ ਹੀ ਨਹੀਂ। ਕੋਈ ਵਿਰਲਾ ਟਾਵਾਂ ਕਾਰਡ ਸ਼ਾਇਦ ਤੁਸੀਂ ਪੜ੍ਹਿਆ ਹੋਊ ਜਿੱਥੇ ਲਿਖਿਆ ਹੋ ਕਿ ਇੰਨੇ ਵੱਜ ਕੇ ਇੰਨੇ ਮਿੰਟ ਤੇ ਆਨੰਦ ਕਾਰਜ। ਇਦਾਂ ਹੀ ਆ ਜੀ ਹੁਣ ਸਾਰੇ ਪਾਸੇ ਮਸਲਾ ਘੱਟ ਹੀ WhatsApp। ਉਹ ਤਾਂ ਵਿਚੋਲੇ ਨੂੰ ਫੋਨ ਕਰ ਦਿੰਦੇ ਆ, ਯਾਰ ਗੁਰਦੁਆਰਾ ਸਾਹਿਬ ਕਿੱਥੇ ਆਉਣਾ, ਪੈਲੇਸ ਦੇ ਬੂਹੇ ਅੱਗੇ ਖਲੋਤੇ ਆ। ਉਹ ਕਹਿੰਦਾ ਯਾਰ ਇੱਥੋਂ ਕਲੋਨੀ ਚੋਂ ਘੁੰਮ ਕੇ ਨਾ ਅੱਗੋਂ ਇੱਕ ਉਹ ਪੁਲ ਜੇ ਤੋਂ ਉੱਥੇ ਭੀੜੀ ਜੀ ਗਲੀ ਆਉਣੀ, ਫਿਰ ਭੀੜੀ ਜੀ ਗਲੀ ਤੋਂ ਤਾਂ ਉਹਨੂੰ ਪੁੱਛ ਲਿਓ ਸਿੰਘ ਸਭਾ ਗੁਰਦੁਆਰਾ ਕਿੱਥੇ ਆ। ਫਿਰ ਅਗਲਾ ਕਹਿੰਦਾ ਯਾਰ ਚਲੋ ਫਿਰ ਤੁਸੀਂ ਕਰ ਆਓ, ਕੋਈ ਨਹੀਂ ਮੈਂ ਇੱਥੇ ਡੀਕਦਾ। ਨਹੀਂ ਇਹ ਵੀ ਗੱਲ ਹੁੰਦੀ ਹੈ ਕਿ ਉਹ ਬੰਦਾ ਇਹ ਵੀ ਪੁੱਛਦਾ, ਉਹ ਤੁਸੀਂ ਜਿਹਨੂੰ ਮਰਜ਼ੀ ਪੁੱਛ ਲਓ, ਸਾਰੇ ਆਨੰਦ ਕਾਰਜ ਮੈਰਿਜ ਪੈਲਸਾਂ ਦੇ ਉੱਥੇ ਹੁੰਦੇ ਆ, ਉਹ ਭਾਈ ਸਾਹਿਬ ਉੱਥੇ ਹੁੰਦੇ, ਕਿਸੇ ਨੂੰ ਪੁੱਛਣ ਨਹੀਂ, ਪ੍ਰਬੰਧ ਸਾਰਾ ਕੀਤਾ ਆ। ਹੋਰ ਦੇਖੋ ਤੁਸੀਂ ਆਮ ਤੌਰ ਤੇ ਜਿਹੜਾ ਸਾਡੇ ਤੁਹਾਡੇ ਵਰਗਾ ਵਿਆਹ ਦੇ ਉੱਤੇ ਜਾਂਦਾ ਵੀ ਹੈ ਨਾ, ਉਹ ਵੀ ਇਹ ਪੁੱਛਦਾ ਵੀ ਜਾਂ ਤਾਂ ਸਵੇਰੇ ਸਵੇਰੇ ਜਾ ਆਈਏ, ਨਾਲੇ ਚਾਹ ਪੀ ਆਵਾਂਗੇ, ਨਾਲੇ ਸ਼ਗਨ ਦਾ ਲਿਫਾਫਾ ਫੜਾ ਆਵਾਂਗੇ, ਨਹੀਂ ਤਾਂ ਫਿਰ ਆਪਾਂ 4 ਵਜੇ ਤੋਂ ਬਾਅਦ ਹੀ ਚੱਲਦੇ। ਉਹ ਤਾਂ ਲਾਵਾਂ ਤੇ ਗਏ ਹੋਣੇ ਆ, ਉਹ ਤਾਂ ਆਨੰਦ ਕਾਰਜ ਤੇ ਗਏ ਹੋਣੇ। ਜਾਣੀ ਉਹ ਸਾਨੂੰ ਐਂ ਲੱਗਦਾ, ਇੱਦਾਂ ਹੀ ਸਾਡੇ MLA ਸਾਹਿਬ ਆ, ਉਹਨਾਂ ਨੂੰ ਐਂ ਲੱਗਦਾ ਜੇ ਤਾਂ ਵੋਟਿੰਗ ਹੋਣੀ ਆ, ਜੇ ਮੈਂ ਆਪਣੇ ਹਲਕੇ ਦਾ ਕੋਈ ਸਵਾਲ ਸਬੂਲ ਪੁੱਛਣਾ ਹੈ, ਜੇ ਮੈਂ ਕਿਸੇ ਦਾ ਜਵਾਬ ਦੇਣਾ ਫਿਰ ਤਾਂ ਮੈਂ ਜਾਵਾਂ, ਨਹੀਂ ਤਾਂ ਲੋੜ ਕੀ ਹੈ, ਕਿਉਂਕਿ ਸੈਸ਼ਨਾਂ ਦੀ ਲੋੜ ਥੋੜੀ ਹੁੰਦੀ ਹੈ। ਹੁਣ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਇੱਕ ਬਿਆਨ ਜਾਰੀ ਕੀਤਾ ਕਿ ਭਾਈ ਲੋਕਤੰਤਰ ਦਾ ਕਤਲ ਹੋਇਆ, 1 ਘੰਟੇ ਦਾ 1.5 ਘੰਟੇ ਦਾ ਸੈਸ਼ਨ ਕੋਈ ਸੈਸ਼ਨ ਹੈ। ਬਿਲਕੁਲ ਠੀਕ ਗੱਲ ਆ, ਜਮਾ ਸਹਿਮਤੀ ਆ ਉਹਨਾਂ ਦੇ ਨਾਲ। ਪਰ ਜਦੋਂ ਕਾਂਗਰਸੀ ਵਿਰੋਧੀ ਧਿਰ ਚੁੰਦੇ ਸੀ, ਉਹ ਅਕਾਲੀਆਂ ਨੂੰ ਕਹਿੰਦੇ ਹੁੰਦੇ ਸੀ ਕਿ ਭਾਈ ਤੁਸੀਂ ਸੈਸ਼ਨ ਛੋਟੇ ਹੀ ਕਰੀ ਜਾਂਦੇ ਹੋ, ਤੁਸੀਂ ਬੋਲਣ ਦਾ ਕਿਸੇ ਨੂੰ ਸਮਾਂ ਹੀ ਨਹੀਂ ਦਿੰਦੇ। ਜਾਣੀ ਕਿ ਜਦੋਂ ਜਿਹੜਾ ਬੰਦਾ ਸੱਤਾ 'ਚ ਆ ਜਾਂਦਾ ਉਹ ਕਹਿੰਦਾ ਕਿ ਐਨ ਸਪਰਿੰਗ ਜਿੱਦਾਂ ਨਾ ਵਿੱਚ ਨੂੰ ਘੁੱਟ ਲਈਦਾ, ਸੈਸ਼ਨ ਦਾ ਸਮਾਂ ਇਦਾਂ ਘੁੱਟ ਲਈਏ। ਹੋਰ ਦੇਖੋ ਅਕਾਲੀ ਦਲ ਦਾ ਕੋਈ ਵਿਧਾਇਕ ਉੱਥੇ ਪਹੁੰਚਾ ਨਹੀਂ, ਉਹ ਕਹਿੰਦੇ ਜੀ ਸਪੀਕਰ ਸਾਹਿਬ ਨੇ ਵੀ ਕਿਹਾ, ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਜੇ ਤੁਸੀਂ ਕਰੋਨਾ ਪੋਜ਼ਿਟਿਵ ਹੋ ਜਾਂ ਉਹਦੇ ਸੰਪਰਕ 'ਚ ਆਏ ਹੋ ਤਾਂ ਫਿਰ ਭਾਈ ਆਉਣ ਦੀ ਖੇਚਲ ਨਾ ਕਰਿਓ, ਅਸੀਂ ਤਾਂ ਨਹੀਂ ਆਏ। ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਭਾਈ ਕੱਲ ਤੱਕ ਅਨੰਦਪੁਰ ਸਾਹਿਬ ਦਾ ਮਤਾ ਲਿਆਉਣ ਵਾਲਾ ਅਕਾਲੀ ਦਲ ਹੁਣ ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਮੁੱਦੇ ਦੇ ਉੱਤੇ ਵਿਧਾਨ ਸਭਾ 'ਚ ਹੀ ਨਹੀਂ ਆਉਂਦਾ। ਆਮ ਆਦਮੀ ਪਾਰਟੀ ਵਾਲੇ ਬਾਹਰ ਬੈਠੇ ਦੋਸ਼ ਲਾਈ ਜਾਂਦੇ ਸੀ ਜੀ, ਦੇਖੋ ਅਸੀਂ PPE ਕਿੱਟਾਂ ਪਾ ਕੇ ਆਏ, ਸਾਨੂੰ ਅੰਦਰ ਨਹੀਂ ਜਾਣ ਦਿੱਤਾ, ਅਸੀਂ ਜਿੰਦਾਬਾਦ ਮੁਰਦਾਬਾਦ ਜਿਹੜੀ ਉਹ ਬਾਹਰ ਬੈਠ ਕੇ ਕਰਨੀ ਹੈ। ਮੈਨੂੰ ਸੰਧਾਲੀਆ ਸਾਹਿਬ ਇੱਕ ਗੱਲ ਇੱਥੇ ਲੱਗਦੀ ਹੈ, ਜੇ ਤੁਹਾਡੀ ਸਹਿਮਤੀ ਦੀ ਮੈਂ ਉਡੀਕ ਰੱਖੂੰਗਾ। ਠੀਕ ਹੈ 1 ਘੰਟੇ ਦਾ ਸੈਸ਼ਨ ਕਰ ਲਿਆ, ਭਾਵੇਂ ਅੱਧੇ ਘੰਟੇ ਦਾ ਕਰਦੇ, ਕੋਈ ਗੱਲ ਨਹੀਂ। ਪਰ ਜੇ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਕਾਂਗਰਸ ਦੀਆਂ ਪਾਰਟੀ ਪੱਧਰ ਦੀਆਂ ਮੀਟਿੰਗਾਂ ਜ਼ੂਮ ਤੇ ਹੋ ਸਕਦੀਆਂ, ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੋ ਸਕਦੀਆਂ, ਵਿਧਾਨ ਸਭਾ ਦਾ ਸੈਸ਼ਨ ਵੀ ਬਾਕੀ 7, 8, 10, 15, 20 ਦਿਨ ਦਾ ਤੁਸੀਂ ਆਨਲਾਈਨ ਹੀ ਚਲਾ ਲਓ। ਵਿਧਾਨ ਸਭਾ ਦੇ ਸੈਸ਼ਨ ਨੂੰ ਮਸਲਾ ਤਾਂ ਵਿਧਾਇਕਾਂ ਨੂੰ ਬੋਲਣ ਦੇਣ ਦਾ ਨਾ, ਮਸਲਾ ਤਾਂ ਵਿਧਾਇਕਾਂ ਨੂੰ ਆਪਣੇ ਹਲਕੇ ਦੇ ਸਵਾਲ ਰੱਖਣ ਦੇਣ ਦਾ। ਹੁਣ ਵੈਸੇ ਮੁੱਖ ਮੰਤਰੀ ਸਾਹਿਬ ਵੀ ਕੁਆਰੰਟੀਨ ਨੇ, ਹੋਰ 25-30 ਜਿਹੜੇ MLA ਵੀ ਕੁਆਰੰਟੀਨ ਨੇ, ਵਿਹਲੇ ਹੀ ਨੇ, ਨਾ ਕੋਈ ਰੈਲੀ, ਨਾ ਕੋਈ ਉਦਘਾਟਨ, ਨਾ ਹਲਕੇ ਦੇ ਵਿੱਚ ਕਿਤੇ ਜਾਣਾ, ਨਾ ਕੋਈ ਗ੍ਰਾਂਟ ਵੰਡ ਹੋਣੀ ਹੈ, ਘਰੇ ਬੈਠੇ ਆ, ਕੰਮ ਕਰ ਲੈਂਦੇ। ਹੁਣ ਤਾਂ ਆਪਾਂ ਵਿਆਹਾਂ ਭੋਗਾਂ ਤੇ ਜਾਣਾ ਹੁੰਦਾ। WhatsApp ਗੱਲ ਤਾਂ ਤੁਹਾਡੀ ਠੀਕ ਆ, ਆਈਡੀਆ ਤੁਹਾਡਾ ਬਹੁਤ ਵਧੀਆ, ਪਰ ਇਹ ਆਈਡੀਆ ਤੁਸੀਂ ਦੇ ਰਹੇ ਹੋ ਕੈਨੇਡਾ ਦੇ ਹਿਸਾਬ ਨਾਲ ਕਿ ਵੀ ਯਾਰ ਇੱਥੇ ਟੈਕਨੋਲੋਜੀ ਤਕਨੀਕ ਜਿਹੜੀ ਉਹਨੂੰ ਵਰਤੋ, ਪਰ ਜਿਹੜੀ ਇਹ ਟੈਕਨੋਲੋਜੀ ਟੈਕਨੀਕ ਆ ਇਹ ਇੱਥੇ ਪੰਜਾਬ ਦੇ ਹਿਸਾਬ ਨਾਲ ਨਹੀਂ ਵਰਤੀ ਜਾਣੀ। ਇੱਥੇ ਤਾਂ
ਨਜ਼ਾਰਾ ਹੀ ਨਹੀਂ ਆਉਂਦਾ ਨਾ ਵੀ ਜੇ ਮੰਨ ਲਓ ਵੀ ਮੈਂ ਸੱਤਾ ਧਿਰ 'ਚ ਆ ਤੇ ਜਦੋਂ ਮੈਂ ਗੱਡੀ 'ਚੋਂ ਉਤਰਾਂ ਬਾਰੀ ਅੱਧੀ ਖੁੱਲੀ ਹੋਵੇ ਉਦੋਂ ਫੋਟੋ ਆਵੇ, ਜਦੋਂ ਮੈਂ ਬਾਰੀ ਬੰਦ ਕਰਕੇ ਕੁੜਤਾ ਸਹੀ ਕਰਾਂ ਉਦੋਂ ਫੋਟੋ ਆਵੇ, ਜਦੋਂ ਮੈਂ ਥੋੜ੍ਹਾ ਜਿਹਾ ਗੇਟ ਦੇ ਵਿੱਚ ਅੱਧੀ ਕਲਾਂਘ ਅੱਗੇ ਚੱਕਾਂ ਉਦੋਂ ਮੇਰੀ ਫੋਟੋ ਆਵੇ। ਜਾਂ ਤਾਂ ਹੋਵੇ ਫੇਰ ਫਾਇਦਾ ਵੀ ਮੇਰੇ ਹਲਕੇ ਤੱਕ ਵੀ ਲੋਕਾਂ ਨੇ ਫੋਟੋ ਦੇਖਣੀ ਆ, ਫਿਰ ਤਾਂ ਮੈਂ ਲਵਾਉਂਗਾ ਭਾਈ ਸਾਹਿਬ ਫੋਟੋ, ਤੇ ਫਿਰ ਮੈਨੂੰ ਜਾਣ ਦਾ ਵੀ ਫਾਇਦਾ। ਤੇ ਜੇ ਤੁਸੀਂ ਇਹ ਕਹਿੰਦੇ ਹੋ ਵੀ ਭਾਈ ਸਾਹਿਬ ਇੱਕ ਛੋਟੀ ਜਿਹੀ ਸਕਰੀਨ ਦੇ ਉੱਪਰ ਨਿੱਕੀ ਜਿਹੀ ਡੱਬੀ 'ਚ ਬੰਦਾ ਪਛਾਣਿਆ ਜਾਵੇ ਨਾ ਪਛਾਣਿਆ ਜਾਵੇ, ਉਹ ਕਿਸੇ ਨੂੰ ਦਿਸੇ ਨਾ ਦਿਸੇ, ਉਹ ਜੀ ਫੋਟੋ ਅਖਬਾਰ ਵਾਲੇ ਵੀ ਨਹੀਂ ਛਾਪਦੇ, ਤੇ ਫਿਰ ਉਹ ਜਿਹਾ ਕੰਮ ਕਰਨਾ ਕਿਉਂ? ਦੂਜੀ ਰਹੀ ਗੱਲ ਵਿਰੋਧੀ ਧਿਰਾਂ ਦੀ ਗੱਲ, ਤੁਸੀਂ ਮਜੀਠੀਆ ਸਾਹਿਬ ਦੀ ਗੱਲ ਕੀਤੀ ਸੀ। ਵੈਸੇ ਮਜੀਠੀਆ ਸਾਹਿਬ ਤੋਂ ਪਹਿਲਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਤਾਂ ਇਹ ਕਹਿ ਦਿੱਤਾ ਸੀ ਵੀ ਆਪਾਂ ਇਸ ਸੈਸ਼ਨ ਦਾ ਭਾਈ ਸਾਹਿਬ ਵਿਰੋਧ ਕਰਦੇ ਹਾਂ ਤੇ ਅਸੀਂ ਬਾਈਕਾਟ ਕੀਤਾ, ਅਸੀਂ ਉੱਥੇ ਜਾ ਨਹੀਂ ਰਹੇ। ਸੋ ਮੈਨੂੰ ਲੱਗਦਾ ਵੀ ਉਹ ਪ੍ਰਧਾਨ ਜੀ ਦੀ ਕਾਲ ਤਾਂ ਪਹਿਲਾਂ ਹੀ ਆ ਗਈ ਸੀ, ਕਿਉਂਕਿ ਪਤਾ ਉਹਨੂੰ ਲੱਗ ਗਿਆ ਸੀ ਵੀ ਬੰਦੇ 5-7 ਤਾਂ ਸਾਡੇ ਅੱਗੇ ਹੀ ਸੱਜੇ ਖੱਬੇ ਹੋਏ ਫਿਰਦੇ, ਤੇ ਜਿਹੜੇ 2-4-5 ਬੱਚੇ ਉਹਨਾਂ ਦਾ ਕਰਕੇ ਉੱਥੇ ਜਾ ਕੇ ਬੇਇੱਜ਼ਤੀ ਜ਼ਰੂਰ ਕਰਾਉਣੀ, ਉਹਦੇ ਨੂੰ ਚੰਗਾ ਵੀ ਤੁਸੀਂ ਵਿਰੋਧ ਹੀ ਕਰ ਲਓ, ਕਿਉਂਕਿ ਵਿਰੋਧੀ ਧਿਰ 'ਚ ਤੇ ਹੈਗੀ ਆ। ਇਹ ਨਹੀਂ ਗੱਲ ਤੁਹਾਡੀ ਠੀਕ ਹੈ। ਮੈਨੂੰ ਹੋਰ ਵੀ ਲੱਗਦਾ ਦੋ ਆਪਸ਼ਨ ਹੋ ਸਕਦੇ ਸੀ। ਇੱਕ ਤਾਂ ਪਹਿਲੀ ਗੱਲ ਹੈ ਕਿ ਜੇ ਕੋਈ ਵਿਧਾਇਕ ਇਹ ਕਹਿੰਦਾ ਕਿ ਮੇਰੇ ਕੋਲ ਤਕਨੀਕ ਨਹੀਂ ਹੈਗੀ ਤਾਂ ਕੈਪਟਨ ਸਾਹਿਬ ਦਾ ਮਿੰਤ ਤਰਲਾ ਕਰਦੇ ਆ ਕਿ ਭਾਈ ਇੱਕ ਸਮਾਰਟਫੋਨ ਜਿਹੜਾ ਮੁਫਤ ਮੁੰਡਿਆਂ ਨੂੰ ਦੇਣਾ ਉਹਨਾਂ ਨੂੰ ਬਾਅਦ 'ਚ ਦੇ ਦਿਓ, ਪਹਿਲਾਂ ਇਹਨਾਂ ਨੂੰ ਦੇ ਦਿਓ, ਨਾਲ ਤੁਸੀਂ ਮਾੜਾ ਮੋਟਾ ਡਾਟਾ ਵੀ ਦੇਣਾ ਉਹ ਵੀ ਦੇ ਦਿਓ, ਨਹੀਂ ਤਾਂ ਕਿੰਨੇ ਕੁ ਦਿਨ ਸੈਸ਼ਨ ਕਿਤੇ ਚੱਲਣਾ, ਮੰਗਮਾ ਲੈ ਦਿਓ, ਉਧਾਰਾ ਲੈ ਦਿਓ, ਜਿਨ੍ਹਾਂ ਨੂੰ ਦਿੱਤਾ ਆਪਾਂ ਮੋੜ ਲੈਂਦੇ ਹਾਂ, ਬੜੀ ਵਾਰੀ ਆਪਾਂ ਮੋੜ ਮੜਾਈਏ ਕਰਦੇ ਰਹਿੰਦੇ ਹਾਂ। ਹੋਰ ਦੇਖੋ, ਮੈਨੂੰ ਲੱਗਦਾ ਕਿ ਵਿਧਾਇਕਾਂ ਦੇ ਨਾਲ ਸੱਚੀ ਧੱਕਾ ਹੋ ਜਾਣਾ ਸੀ ਜੇ ਆਨਲਾਈਨ ਸੈਸ਼ਨ ਚੱਲਦਾ, ਕਿਉਂਕਿ ਇੱਕ ਬੰਦੇ ਨੇ ਬੋਲਣਾ ਹੁੰਦਾ, 5-7 ਨੇ ਮੁਰਦਾਬਾਦ ਮੁਰਦਾਬਾਦ, ਤੇਰੀ ਨਹੀਂ ਸੁਣ ਦੇਣੀ, ਜਿਹਦੀ ਮਰਜ਼ੀ ਸੁਣ ਦੇਣੀ ਹੈ। ਜ਼ੂਮ ਦੇ ਉੱਤੇ ਮੀਟਿੰਗ ਹੁੰਦੀ, ਜੇ ਕਿਸੇ ਨੇ ਰੌਲਾ ਪਾਉਂਦਾ ਅਗਲੇ ਨੇ ਮਾਈਕ ਬੰਦ ਕਰ ਦਿਆ ਕਰਨਾ ਆਪਰੇਟਰ ਨੇ, ਤਾਂ ਫਿਰ ਤਾਂ ਫਾਇਦਾ ਹੀ ਕੋਈ ਨਾ। ਹਾਂ, ਬਸ ਇਹੋ ਤਾਂ ਗੱਲਾਂ ਨੇ ਨਾ, ਉਹਨਾਂ ਨੂੰ ਪਤਾ ਵੀ ਇਦਾਂ ਗੱਲ ਬਣਨੀ ਨਹੀਂ ਤਾਂ ਉਹ ਗਏ ਨਹੀਂ। ਪਰ ਜਿਹੜੀ ਤੁਸੀਂ ਇਹ ਗੱਲ ਕਹੀ ਨਾ WhatsApp ਕਿ ਵੀ ਮਜੀਠੀਆ ਸਾਹਿਬ ਨੇ ਕਿਹਾ ਵੀ ਦੇਖੋ ਲੋਕਤੰਤਰ ਦਾ ਕਤਲ ਹੋ ਗਿਆ, ਇਹ ਮੈਨੂੰ ਲੱਗਦਾ ਕਿ ਵੀ ਇਹ ਨਾ ਜਦੋਂ ਪਾਰਟੀਆਂ ਜਿਹੜੀਆਂ ਵੀ ਹੋਣ, ਮੰਨ ਲਓ ਅੱਜ ਕਾਂਗਰਸ ਪਾਰਟੀ ਸੱਤਾ 'ਚ ਹੈ ਤਾਂ ਉਹਨਾਂ ਕੋਲ ਉਹੀ ਕਾਗਜ਼ ਨੇ, ਉਹੀ ਬਿਆਨ ਨੇ ਜਿਹੜੇ 10 ਸਾਲ ਸ਼੍ਰੋਮਣੀ ਅਕਾਲੀ ਦਲ ਭਾਜਪਾ ਕੋਲੇ ਸੀਗੇ, ਕਿਉਂਕਿ ਜਦੋਂ ਬੰਦਾ ਸੱਤਾ ਧਿਰ 'ਚ ਹੁੰਦਾ ਫਿਰ ਉਹਦੇ ਬਿਆਨ ਉਦਾਂ ਦੇ ਹੁੰਦੇ ਆ। ਤੇ ਮਜੀਠੀਆ ਸਾਹਿਬ ਨੂੰ ਕਾਪੀ ਉਹਨਾਂ ਨੇ ਉਹ ਦੇਤੀ ਜਿਹੜੀ ਪਹਿਲਾਂ ਉਹਨਾਂ ਕੋਲੇ 10 ਸਾਲ ਭੱਠਲ ਬੀਬੀ ਕੋਲੇ ਜਾਂ ਜਿਹੜੇ ਆਪਣੇ ਚੰਨੀ ਸਾਹਿਬ ਵੀ ਹੁੰਦੇ ਸੀ ਵਿੱਚ ਵਿਰੋਧੀ ਧਿਰ ਦੇ ਨੇਤਾ, ਉਹਨਾਂ ਕੋਲੇ ਹੁੰਦੀ ਸੀ, ਅੱਜ ਕੱਲ੍ਹ ਜਾਖੜ ਸਾਹਿਬ ਕੋਲੇ ਆ। ਮਤਲਬ ਜਿਹੜਾ ਵਿਰੋਧੀ ਧਿਰ 'ਚ ਹੋਣਾ ਉਹ ਤੁਸੀਂ ਆਹ ਵਾਲੇ ਬਿਆਨ ਦੇਣੇ ਆ, ਜਦੋਂ ਤੁਸੀਂ ਸੱਤਾ ਧਿਰ 'ਚ ਹੋਣਾ ਉਹ ਤੁਸੀਂ ਆਹ ਵਾਲੇ ਬਿਆਨ ਦੇਣੇ। ਇਸ ਕਰਕੇ ਉਹਨਾਂ ਬਿਆਨਾਂ ਦਾ ਤਾਂ ਕੋਈ ਮੁੱਲ ਹੈ ਹੀ ਨਹੀਂ। ਪਰ ਇੰਨਾ ਜ਼ਰੂਰ ਆ ਜਿਹੜੀ ਤੁਸੀਂ ਮਤੇ ਦੀ ਗੱਲ ਕਰਦੇ ਹੋ, ਆਪਾਂ ਉਹਦੇ 'ਤੇ ਵੀ ਥੋੜ੍ਹਾ ਜਿਹਾ ਆ ਜਾਈਏ ਵੀ ਕੱਲ੍ਹ ਜਿਹੜਾ ਮਤਾ ਉੱਥੇ ਚਲੋ ਜਿੰਨੇ ਵੀ ਸਮੇਂ ਦੇ ਵਿੱਚ ਲਈ ਉਹ ਜੁੜੇ ਖੇਤੀ ਆਰਡੀਨੈਂਸ ਦੇ ਉੱਪਰ ਕੀਤਾ, ਇਹਦੇ ਥੋੜ੍ਹੀ ਜਿਹੀ ਮੇਰੇ ਨਾਲ ਗੱਲ ਕਰਨੀ ਬਣਦੀ ਆ। ਹਾਂ ਨਹੀਂ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਕਿਉਂਕਿ ਜਿਹੜੇ 3 ਆਰਡੀਨੈਂਸ ਸੀ, ਸੰਧਾਲੀਆ ਸਾਹਿਬ ਵਿਧਾਨ ਸਭਾ ਤੋਂ ਵੀ ਪਹਿਲਾਂ ਪਿੰਡਾਂ 'ਚ ਗੂੰਜ ਹੈ ਉਹਦੀ, ਕਿਉਂਕਿ ਉਹਦੇ ਵਿੱਚੋਂ ਇਹੀ ਸੀ ਕਿ ਖੁੱਲੀ ਮੰਡੀ ਆ ਜੀ, ਫਸਲ ਜਿੱਥੇ ਮਰਜ਼ੀ ਵੇਚੋ ਜੀ, ਕੋਈ ਪਰਵਾਹ ਹੀ ਨਹੀਂ, ਨਿੱਜੀ ਜਿਹੜੇ ਪਲੇਅਰ ਆ ਉਹ ਤੁਹਾਡੇ ਖੇਤਾਂ 'ਚੋਂ ਆ ਕੇ ਫਸਲ ਖਰੀਦ ਲੈਣਗੇ। ਪਹਿਲਾਂ ਹੁੰਦਾ ਸੀ ਕਿ ਤੁਸੀਂ ਆਪਦੇ ਏਰੀਆ ਦੀ ਮੰਡੀ 'ਚ ਵੇਚਣੀ ਆ। ਹੁਣ ਉਸ ਮੁੱਦੇ ਤੇ ਕਿਉਂਕਿ ਆਮ ਧਾਰਨਾ ਇਹ ਪਾਈ ਜਾ ਰਹੀ ਹੈ ਕਿ ਭਾਈ ਉਹਦੇ ਨਾਲ ਮੰਡੀਕਰਨ ਖਤਮ ਹੋ ਜਾਣਾ, ਮੰਡੀਕਰਨ ਖਤਮ ਹੋ ਜਾਣਾ ਤਾਂ ਮੰਡੀ ਬੋਰਡ ਵੀ ਮੁੱਕ ਜਾਣਾ, ਮੰਡੀ ਬੋਰਡ ਮੁੱਕ ਗਿਆ ਤਾਂ ਮਾੜੀਆਂ ਮੋਟੀਆਂ ਲਿੰਕ ਸੜਕਾਂ ਤੇ ਜਿਹੜਾ ਪੈਚ ਵਰਕ ਹੁੰਦਾ ਉਹ ਵੀ ਖਤਮ ਹੋ ਜਾਣਾ, FCI ਦੀ ਹੋਂਦ ਖਤਰੇ 'ਚ ਪੈ ਜਾਣੀ ਆ, 2-4 ਸਾਲ ਰੁਪਈਏ ਧੇਲੇ ਉਹ ਵੱਧ ਦੇ ਦੇਣਗੇ, ਉਹਦੇ ਤੋਂ ਬਾਅਦ ਫਿਰ ਉਹਨਾਂ ਨੇ ਐਨ ਧੌਣ ਜਿਹੜੀ ਉਹ ਮਰੋੜ ਦੇਣੀ ਆ। ਇਹ ਤੌਖਲਾ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਇਦਾਂ ਦੀ ਗੱਲ ਹੀ ਕੋਈ ਨਹੀਂ, ਮੇਰੇ ਕੋਲ ਆ ਖੇਤੀਬਾੜੀ ਮੰਤਰੀ ਭਾਰਤ ਸਰਕਾਰ ਦੀ ਚਿੱਠੀ ਹੈ, ਚਿੱਠੀ 'ਚ ਉਹਨਾਂ ਨੇ ਲਿਖ ਕੇ ਦਿੱਤਾ ਹੈ ਕਿ ਬਿਲਕੁਲ ਨਾ ਮੰਡੀਕਰਨ ਖਤਮ ਹੋਣਾ, ਨਾ ਸਮਰਥਨ ਮੁੱਲ ਖਤਮ ਹੋਣਾ, ਐਂ ਹੀ ਵਿਕਣ ਗਿਆ। ਕਹਿੰਦੇ ਕੈਪਟਨ ਸਾਹਿਬ ਝੂਠ ਬੋਲਦੇ ਆ। ਹੋ ਸਕਦਾ ਜਿਹੜਾ ਬੰਦਾ ਚਿੱਠੀ ਲੈ ਆਇਆ ਉਹਦੀ ਗੱਲ ਸੱਚ ਹੋ ਸਕਦੀ ਹੈ, ਪਰ ਇੱਥੇ ਸਾਨੂੰ ਇਹ ਵੀ ਪਤਾ ਕਿ ਕਦੇ ਚੰਡੀਗੜ੍ਹ ਵੀ ਪੰਜਾਬ ਨੂੰ ਦੇਣਾ ਸੀ, ਸਮਝੌਤਾ ਹੋਇਆ ਸੀ, ਦਰਿਆਈ ਪਾਣੀਆਂ ਦੇ ਮੁੱਦਿਆਂ ਤੇ ਵੀ ਗੱਲਾਂ ਬਾਤਾਂ ਚੱਲਦੀਆਂ ਸੀ, ਪੰਜਾਬੀ ਬੋਲਦੇ ਇਲਾਕਿਆਂ ਤੇ ਵੀ ਗੱਲਾਂ ਬਾਤਾਂ ਚੱਲਦੀਆਂ ਸੀ, ਆ GST ਦੇ ਪੈਸੇ ਵੀ ਤਾਂ ਵੇਲੇ ਸਿਰ ਦਿਆ ਹੀ ਕਰਨੇ ਸੀ। ਜੇ ਉਹ ਸਾਰੀਆਂ ਗੱਲਾਂ ਬਾਤਾਂ ਸੱਜੇ ਖੱਬੇ ਹੋ ਸਕਦੀਆਂ ਤੇ ਇਹ ਕਿੱਡੀ ਗੱਲ ਹੈ? ਇਹਦੇ 'ਚ ਇਹ WhatsApp ਬਿਲਕੁਲ ਤੁਹਾਡਾ ਪੈਂਤੜਾ ਸਹੀ ਹੈ, ਕਿਉਂਕਿ ਇਹ ਤਾਂ ਮੇਰਾ ਖਿਆਲ ਹੁਣ ਇਹ ਪੁਰਾਣੇ ਪੈਂਤੜੇ ਜ਼ਰੂਰ ਚੱਲ ਜਾਂਦੇ ਸੀ ਕਿ ਵੀ ਹਾਂ ਵੀ ਆਹ ਦੇਖੋ ਯਾਰ ਅਗਲਿਆਂ ਨੇ ਹੁਣ ਲਿਖ ਕੇ ਦੇਤਾ। ਜਦੋਂ ਬੰਦਾ ਲਿਖ ਕੇ ਦੇ ਗਿਆ ਫਿਰ ਥੋੜ੍ਹਾ ਆਪਣੀ ਗੱਲ ਤੋਂ ਮੁੱਕਰਨ ਲੱਗਾ। ਤੁਹਾਨੂੰ ਤਾਂ ਐਂ ਸੀ ਵੀ ਸ਼ਾਇਦ ਮੂੰਹ ਜ਼ਬਾਨੀ ਕਿਹਾ ਤੇ ਕੱਲ੍ਹ ਨੂੰ ਮੁੱਕਰ ਨਾ ਜਾਣ, ਪਰ ਹੁਣ ਲੋਕ ਉਹ ਸਮਝਣ ਲੱਗ ਪਏ ਗੱਲਾਂ ਕਿ ਵੀ ਜਿਹੜਾ ਇੱਕ ਕੋਈ ਵੀ ਮੰਤਰੀ ਆ ਉਹ ਜੇ ਲੈਟਰ ਪੈਡ ਤੇ ਕੋਈ ਕੁਛ ਲਿਖ ਕੇ ਦੇ ਦੇਵੇ ਤੇ ਉਹ ਕੋਈ ਵੀ ਮਤਲਬ ਕਾਨੂੰਨੀ ਤੌਰ ਤੇ ਉਹਦੀ ਕੋਈ ਮਾਨਤਾ ਹੁੰਦੀ ਨਹੀਂ ਹੈ, ਉਹ ਜਸਟ ਇੱਕ ਇਨਫੋਰਮੇਸ਼ਨ ਹੈ। ਹੋ ਸਕਦਾ ਅਗਲੀ ਚਿੱਠੀ 'ਚੋਂ ਲਿਖ ਕੇ ਦੇ ਦੇਣ ਵੀ ਹਾਂ ਜੀ ਪਿਛਲੀ ਚਿੱਠੀ ਜੋ ਦਿੱਤੀ ਗਈ ਉਹਨੂੰ ਰੱਦ ਸਮਝਿਆ ਜਾਵੇ, ਹੁਣ ਤੋਂ ਨਵੇਂ ਹੁਕਮਾਂ ਦੇ ਹਿਸਾਬ ਨਾਲ ਆਪਾਂ ਚੱਲਾਂਗੇ, ਉਹ ਤਾਂ ਪਤਾ ਹੀ ਹੈ। ਪਰ ਜਿਹੜਾ ਕਾਨੂੰਨ ਬਣ ਗਿਆ, ਜਿਹੜਾ ਆਰਡੀਨੈਂਸ ਬਣ ਗਿਆ, ਜਿਹੜਾ ਕਿ ਉੱਪਰ ਪਾਸ ਕੀਤਾ ਗਿਆ, ਰੌਲਾ ਤਾਂ ਉਸ ਚੀਜ਼ ਦੇ ਉੱਪਰ ਹੈ। ਪਰ ਉਹਦੇ ਤੇ ਵੀ WhatsApp ਮੈਂ ਥੋੜ੍ਹਾ ਜਿਹਾ ਦੇਖ ਰਿਹਾ ਸੀ, ਕੁਦਰਤੀ ਜੇ ਕਹੋ ਤਾਂ ਮੈਂ ਦੁਬਾਰਾ ਅੰਕੜੇ ਜਿਹੇ ਦੱਸ ਦਿੰਦਾ ਜੀ। ਇਹ ਹੁਣ ਤਾਂ ਮੈਨੂੰ ਲੱਗਦਾ ਵੀ ਕਾਂਗਰਸ ਪਾਰਟੀ ਵੀ ਇਹਦੇ ਤੇ ਵਿਰੋਧ ਕਰ ਰਹੀ ਹੈ ਵੀ ਹਾਂਜੀ ਇਹ ਭਾਜਪਾ ਨੇ ਇਦਾਂ ਕਰਤਾ,
ਪਰ ਅੰਕੜੇ ਇੱਥੇ ਇਹ ਕਹਿੰਦੇ ਆ ਵੀ ਜਿਹੜਾ ਹਰੇ ਇਨਕਲਾਬ ਦੀ ਸ਼ੁਰੂਆਤ ਹੋਈ ਸੀ ਨਾ, ਉਸ ਤੋਂ ਬਾਅਦ 1992 ਚ ਨਰਸਿਮਹਾ ਰਾਓ ਸਰਕਾਰ ਨੇ WTO ਨਾਲ ਸਮਝੌਤਾ ਕੀਤਾ ਸੀ, ਜਿਹਨੂੰ ਆਪਾਂ ਵਿਸ਼ਵ ਵਪਾਰ ਸੰਸਥਾ ਕਹਿੰਦੇ ਆ, ਵੀ ਨਿੱਜੀਕਰਨ, ਸੰਸਾਰੀਕਰਨ ਤੇ ਉਦਾਰੀਕਰਨ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਹੋਣਗੀਆਂ, ਤੇ ਹੌਲੀ ਹੌਲੀ ਜਿਹੜਾ ਇਹ ਸਬਸਿਡੀ ਵਾਲਾ ਕੰਮ ਆ ਜਾਂ ਜਿਹੜਾ MSP ਵਾਲਾ ਕੰਮ ਆ, ਆਪਾਂ ਇਹਦੇ ਤੋਂ ਪੈਰ ਪਿੱਛੇ ਖਿੱਚ ਲਵਾਂਗੇ। 2012 ਚ ਜਦੋਂ ਇਹ ਗੱਲ ਹੋਈ ਆ, ਉਦੋਂ ਫੇਰ UPA ਦੀ ਸਰਕਾਰ ਸੀ, ਯਾਨੀ ਕਿ ਕਾਂਗਰਸ ਦੀ ਸਰਕਾਰ ਸੀ। ਉਦੋਂ ਵੀ ਵਣਜ ਮੰਤਰੀ ਸੀਗੇ ਆਪਣੇ ਆਨੰਦ ਸ਼ਰਮਾ ਜੀ। ਇੰਡੋਨੇਸ਼ੀਆ 'ਚ ਉਹਨਾਂ ਨੇ ਫਿਰ WTO ਦੇ ਨਾਲ ਇਹ ਖੇਤੀ ਸਮਝੌਤੇ ਦੀ ਗੱਲ ਕੀਤੀ ਸੀ, ਤੇ ਉਦੋਂ ਇਹ ਗੱਲ ਕਲੀਅਰ ਹੋਈ ਸੀ ਵੀ ਕਣਕ ਤੇ ਝੋਨਾ ਜਿਹੜਾ ਇਹਦੇ ਤੇ ਜਿਹੜੀ MSP ਹੈ 2017 ਤੱਕ ਆਪਾਂ ਖਤਮ ਕਰ ਦਿਆਂਗੇ। ਇਹ ਜਿਹੜੀਆਂ ਗੱਲਾਂ ਜਦੋਂ ਆਪਾਂ ਪੜ੍ਹਦੇ ਹਾਂ, ਇਹ ਚੀਜ਼ਾਂ ਕਾਂਗਰਸ ਪਾਰਟੀ ਨੂੰ ਨਹੀਂ ਪਤਾ ਹੋਣਗੀਆਂ ਵੀ ਜਦੋਂ ਨਰਸਿਮਹਾ ਰਾਓ ਹੋਰੀ ਹੁੰਦੇ ਸੀਗੇ ਜਾਂ ਜਦੋਂ ਆਪਣੀ UP ਵਾਲੀ ਸਰਕਾਰ ਹੁੰਦੀ ਸੀ 2012 ਵਾਲੀ, ਉਦੋਂ ਆਨੰਦ ਸ਼ਰਮਾ ਹੋਰੀ ਕੀ ਸਮਝੌਤੇ ਕਰਕੇ ਆਏ ਸੀ। ਹੁਣ ਇਹ ਚੀਜ਼ਾਂ ਆਮ ਲੋਕਾਂ ਨੂੰ, ਮੈਂ ਤਾਂ ਆਪਾਂ ਇਸ ਪ੍ਰੋਗਰਾਮ 'ਚ ਡਿਸਕਸ ਕਰ ਰਹੇ ਵੀ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਯਾਦ ਨਾ ਹੋਣ, ਕਈਆਂ ਨੂੰ ਪਤਾ ਤਾਂ ਹੁੰਦੀਆਂ ਪਰ ਕਿਸੇ ਵੇਲੇ ਯਾਦ ਨਹੀਂ ਆਉਂਦੀਆਂ। ਹੁਣ ਆਪਾਂ ਗੱਲ ਕਰ ਰਹੇ ਤੇ ਯਾਦ ਆ ਗਈਆਂ ਹੋਣਗੀਆਂ। ਇਹ ਲੀਡਰਾਂ ਨੂੰ ਤਾਂ ਪਤਾ ਹੀ ਹੋਣੀਆਂ ਨਾ। ਦੇਖੋ ਸੰਧਾਲੀਆ ਸਾਹਿਬ, ਤੁਸੀਂ ਕੱਢ ਕੇ ਲਿਆਉਨੇ ਆ ਭੇਤ, ਇਹ ਭੇਤ ਨਹੀਂ ਦਈਦੇ ਹੁੰਦੇ, ਇਹਨਾਂ ਨੂੰ ਦੱਬ ਘੁੱਟ ਕੇ ਰੱਖੀਦਾ ਹੁੰਦਾ, ਕਿਉਂਕਿ ਜਦੋਂ ਡਾਕਟਰ ਮਨਮੋਹਨ ਸਿੰਘ ਹੋਰੀ ਵਿੱਤ ਮੰਤਰੀ ਸੀ ਨਾ, ਉਹ ਬੜੇ ਤਕੜੇ ਹਮਾਇਤੀ ਨੇ ਨਿੱਜੀਕਰਨ ਦੇ, ਉਦਾਰੀਕਰਨ ਦੇ, ਸੰਸਾਰੀਕਰਨ ਦੇ। ਕਿਉਂਕਿ ਜਿਹੜਾ ਤੁਸੀਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਗੱਲ ਕੀਤੀ ਹੈ, ਵਿਸ਼ਵ ਵਪਾਰ ਸਮਝੌਤੇ ਦੀ ਗੱਲ ਕੀਤੀ ਹੈ, ਉਹਦੇ ਜੇ ਤੁਸੀਂ ਚੰਗੇ ਤਰੀਕੇ ਨੂੰ ਖੰਗਾਲੋਂ ਪੜ੍ਹੋ ਤਾਂ ਉਹ ਸਿੱਧੇ ਤੌਰ ਦੇ ਉੱਤੇ ਜਿਹੜੇ ਆ ਤੀਸਰੀ ਦੁਨੀਆ ਦੇ ਭਾਰਤ, ਪਾਕਿਸਤਾਨ, ਬੰਗਲਾਦੇਸ਼, ਇੰਡੋਨੇਸ਼ੀਆ ਵਰਗੇ ਦੇਸ਼ਾਂ ਦੇ ਹੱਕ ਹੁੱਕ 'ਚ ਹੈ ਨਹੀਂ। ਉਹ ਵੱਡੇ ਮੁਲਕਾਂ ਦੇ ਹੱਕ ਵਾਲੇ ਸਮਝੌਤੇ ਆ। ਉੱਥੇ ਤਾਂ ਇਦਾਂ ਵੀ ਆ ਕਿ ਭਾਈ ਅਸੀਂ ਸਬਸਿਡੀਆਂ ਖਤਮ ਕਰ ਦਈਏ, ਅਮੀਰ ਮੁਲਕਾਂ ਨੇ ਸਬਸਿਡੀਆਂ ਕਿਸੇ ਹੋਰ ਤਰੀਕੇ ਦੇਈ ਜਾਣੀਆਂ, ਸਾਡੇ ਤੋਂ ਕਿਸਾਨੀ ਦਾ ਲੱਕ ਤੜਵਾ ਦਿਓ, ਮੁੜ ਕੇ ਵੱਡੀਆਂ ਵੱਡੀਆਂ ਕੰਪਨੀਆਂ ਆ ਕੇ ਬਲਕ ਦੇ ਵਿੱਚ ਸਾਡੇ ਖੇਤ, ਪਿੰਡਾਂ ਦੇ ਪਿੰਡ ਖਰੀਦ ਲੈਣ, ਆਪਣੇ ਵਾਲੇ ਪਾਸੇ ਸਾਰਾ ਕੁਝ ਉੱਦੇ ਰੱਖਿਓ। ਪਰ ਕਿਉਂਕਿ ਮਜਬੂਰੀਆਂ ਹੁੰਦੀਆਂ ਭਾਈ, ਉਦੋਂ ਦੇ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਸਾਹਿਬ ਜਿਹੜੇ ਆ ਲਗਾਤਾਰ ਨਿੱਜੀਕਰਨ ਦੇ ਹੱਕ 'ਚ ਰਹੀ, ਭਾਵੇਂ BJP ਦੀ ਸਰਕਾਰ ਹੈ, ਭਾਵੇਂ ਕਾਂਗਰਸ ਦੀਆਂ ਸਰਕਾਰਾਂ ਰਹੀਆਂ, ਸਾਰੀਆਂ ਨਿੱਜੀਕਰਨ ਦੇ ਹੱਕ 'ਚ ਆ। ਅੱਜ ਕਈ ਰੌਲੇ ਪੈਂਦੇ ਹੁੰਦੇ ਜੀ ਮੋਦੀ ਸਾਹਿਬ ਨੇ ਆਹ ਵੀ ਨਿੱਜੀਕਰਨ ਕਰ ਦਿੱਤਾ, ਉਹ ਵੀ ਕਰ ਦਿੱਤਾ। ਇੱਕ ਦਿਨ 'ਚ ਨਹੀਂ ਹੋਇਆ। ਜਦੋਂ ਕਾਂਗਰਸੀ ਕਰਦੇ ਸੀ ਇਹਨਾਂ ਨੇ ਰਸਮੀ ਵਿਰੋਧ ਕੀਤਾ, ਹੁਣ ਜਦੋਂ ਇਹ ਕਰਦੇ ਆ ਕਾਂਗਰਸ ਵਾਲੇ ਰਸਮੀ ਵਿਰੋਧ ਕਰੀ ਜਾਂਦੇ ਆ। 2017 'ਚ ਇਹ ਵੀ ਤਾਂ ਰੌਲਾ ਪੈਂਦਾ ਨਾ ਕਿ ਕੈਪਟਨ ਸਾਹਿਬ ਦੀ ਸਰਕਾਰ ਨੇ ਵੀ ਕੁਝ ਪਾਸ ਕੀਤਾ ਸੀ, ਕਿ ਆ ਜਿਹੜੀਆਂ ਚੀਜ਼ਾਂ ਦਾ ਹੁਣ ਰੌਲਾ ਪੈਂਦਾ ਉਹਦੇ ਵਿੱਚੋਂ ਅੱਧ ਬਚੱਧ ਤਾਂ ਸੂਬਾ ਪਹਿਲਾਂ ਹੀ ਲਾਗੂ ਕਰਨ ਨੂੰ ਫਿਰਦਾ। ਅਸਲ ਦੇ ਵਿੱਚ ਸੰਧਾਲੀਆ ਸਾਹਿਬ, ਜਿੱਥੇ ਗੱਲ ਆ ਕੇ ਮੁੱਕਣੀ ਹੈ, ਧੌਣ ਕਿਸਾਨ ਦੀ ਹੋਣੀ ਹੈ, ਧੌਣ ਮਜ਼ਦੂਰ ਦੀ ਹੋਣੀ ਹੈ, ਧੌਣ ਪੰਜਾਬ ਦੇ ਆਮ ਬਸ਼ਿੰਦੇ ਦੀ ਹੋਣੀ ਹੈ। ਗੋਡਾ ਸਿਆਸੀ ਲੀਡਰ ਦਾ ਹੋਣਾ ਹੈ, ਉਹ ਗੋਡਾ ਕਾਂਗਰਸੀ ਲੀਡਰ ਦਾ ਵੀ ਹੋ ਸਕਦਾ, ਅਕਾਲੀ ਲੀਡਰ ਦਾ ਵੀ ਹੋ ਸਕਦਾ, BJP ਦੇ ਲੀਡਰ ਦਾ ਵੀ ਹੋ ਸਕਦਾ। ਹੁਣ ਆਪਾਂ ਸਾਰੀਆਂ ਗੱਲਾਂ ਬਾਤਾਂ ਜੇ ਸਮੇਟਣੀਆਂ ਹੋਣ, ਇੱਥੇ ਕਾ ਕੇ ਸਮੇਟ ਸਕਦੇ ਆ ਕਿ ਇਹਨੂੰ 2 ਸਾਲ ਲੱਗ ਜਾਣ, 2.5 ਲੱਗ ਜਾਣ, 4 ਸਾਲ ਹੋਰ ਲੱਗ ਜਾਣ, ਇਹ ਕੰਮ ਜਿਹੜਾ ਲਾਗੂ ਹੋਣਾ ਹੀ ਹੋਣਾ, ਕਿਉਂਕਿ ਉੱਪਰਲੇ ਪੱਧਰ ਦੇ ਉੱਤੇ ਕਿੱਡਾ ਕੁ ਵੱਡਾ ਕਿਤੇ ਅੰਦੋਲਨ। ਜੀ ਇਹ ਬਾਟ ਸਾਹਿਬ, ਮੈਂ ਬੇਨਤੀ ਕਰਾਂ, 2-4 ਸਾਲ ਮੈਨੂੰ ਲੱਗ ਨਹੀਂ ਰਹੇ, ਕਿਉਂਕਿ ਦੇਖੋ ਇਹਦੇ ਤੇ ਮੈਂ 2 ਚੀਜ਼ਾਂ ਮੇਰੇ ਦਿਮਾਗ 'ਚ ਆ ਰਹੀਆਂ। ਇੱਕ ਤਾਂ ਜਦੋਂ ਆਪਾਂ ਮੋਦੀ ਸਾਹਿਬ ਦੀ ਪਿਛਲੀ ਸਰਕਾਰ ਦੀ ਗੱਲ ਕਰਦੇ, ਜਿਹੜੀ ਉਹਨਾਂ ਦੀ ਪਿਛਲੀ ਟਰਮ ਸੀਗੀ, ਪਹਿਲੀ ਸਰਕਾਰ, ਉਦੋਂ NDA ਦੇ ਵਿੱਚ ਉਹਨਾਂ ਦੇ ਕੋਲੇ ਬਹੁਤਾ ਬਹੁਮਤ ਹੈ ਨਹੀਂ ਸੀਗਾ, ਨਾਲ ਭਾਈਵਾਲ ਵੀ ਖਿੱਚ-ਤੂ ਕਰਦੇ ਸੀ, ਪਰ ਉਹਦੇ ਬਾਵਜੂਦ ਵੀ ਬਹੁਤ ਸਾਰੇ ਫੈਸਲੇ ਉਹਨਾਂ ਨੇ ਲਏ। ਭਾਵੇਂ ਆਪਾਂ ਡੀਮੋਨੇਟਾਈਜੇਸ਼ਨ ਦੀ ਗੱਲ ਕਰ ਲਈਏ, ਭਾਵੇਂ GST ਦੀ ਗੱਲ ਕਰ ਲਈਏ, ਹੋਰ ਵੀ ਕਈ ਮੁੱਦੇ ਸੀਗੇ। ਜਦੋਂ ਦੂਸਰੀ ਵਾਰ ਆਉਂਦੇ ਆ ਤੇ ਦੂਸਰੀ ਵਾਰ ਉਹ ਫੁੱਲ ਬਹੁਮਤ ਆ ਉਹਨਾਂ ਕੋਲੇ। NDA ਵਾਲੇ ਬਾਕੀ ਦੇ ਭਾਈਵਾਲ ਐਵੇਂ ਕਹਿ ਲਓ ਕਿ ਵੀ ਨਾਲ ਪੂਛ ਵਾਂਗੂ ਟੰਗੇ ਜ਼ਰੂਰ ਆ, ਜੇ ਉਹ ਸਵੇਰੇ ਝਾੜ ਕੇ ਲਾਂਭੇ ਕਰ ਦੇਣ ਤੇ ਉਹਨਾਂ ਦੇ ਕੋਲ ਆਪਣਾ ਕੱਲੀ ਭਾਜਪਾ ਦੇ ਕੋਲ ਬਹੁਮਤ ਹੈਗਾ। ਸੋ ਇਸੇ ਕਰਕੇ ਉਹਨਾਂ ਨੇ ਜੇ ਚੜ੍ਹਦਿਆਂ ਸਾਰ ਹੀ ਪਹਿਲੇ ਸਾਲ ਦੇ ਵਿੱਚ, ਦੇਖੋ ਚੰਦ ਮਹੀਨੇ ਹੋਏ ਸੀ ਜੇ ਸਰਕਾਰ ਬਣੀ ਨੂੰ, ਜਦੋਂ ਜੰਮੂ ਕਸ਼ਮੀਰ ਵਾਲਾ ਧਾਰਾ 370 ਵਾਲਾ ਕੰਮ ਕਰਤਾ, ਫਿਰ ਉਹਨੂੰ ਅਜੇ ਸਾਲ ਨਹੀਂ ਪੂਰਾ ਹੋਇਆ ਤੇ ਉਸ ਤੋਂ ਪਹਿਲਾਂ ਹੀ ਜਿਹੜਾ ਰਾਮ ਮੰਦਰ ਵਾਲਾ ਫੈਸਲਾ ਸੀਗਾ, ਤੇ ਉੱਥੇ ਰਾਮ ਮੰਦਰ ਜਿਹੜਾ ਕਿ ਬੜੀ ਦੇਰ ਤੋਂ ਭਾਜਪਾ ਦਾ ਇੱਕ ਨਾਅਰਾ ਹੁੰਦਾ ਸੀ ਕਿ ਰਾਮ ਮੰਦਰ ਉੱਥੇ ਬਣਾਵਾਂਗੇ, ਉਹ ਵਾਲਾ ਕੰਮ ਹੀ ਕਰਤਾ। ਹੁਣ ਜਿਹੜੇ ਅਗਲੀਆਂ ਚੀਜ਼ਾਂ ਨੇ ਜਿਹਦੇ ਵਿੱਚ ਆਪਾਂ ਨੂੰ ਇਹ ਬੜੇ ਚਿਰ ਤੋਂ ਲੱਗ ਰਿਹਾ ਕਿ ਪ੍ਰਾਈਵੇਟਾਈਜੇਸ਼ਨ ਵਾਲੇ ਪਾਸੇ ਜਾ ਰਹੀ ਹੈ ਭਾਜਪਾ, ਬਹੁਤ ਸਾਰੀਆਂ ਵੱਡੀਆਂ ਕੰਪਨੀਆਂ, ਜਿਹੜੇ ਵੱਡੇ ਕਹਿ ਲਓ ਕਿ ਵੀ ਧਰੋਹਰ ਨਹੀਂ ਆਪਾਂ ਕਹਿੰਦੇ ਵੀ ਦੇਸ਼ ਦੀਆਂ ਧਰੋਹਰਾਂ ਸੀ, ਜਿਹੜੀਆਂ ਆਮ ਲੋਕਾਂ ਦੇ ਟੈਕਸ ਤੋਂ ਬਣੀਆਂ ਹੋਈਆਂ ਫਰਮਾਂ ਸੀਗੀਆਂ, ਉਹ ਸਾਰੀਆਂ ਹੌਲੀ ਹੌਲੀ ਵੇਚਣ ਵਾਲੇ ਪਾਸੇ ਨੂੰ ਤੁਰ ਪਈ। ਹੁਣ ਜਦੋਂ ਇਹੋ ਜਿਹੇ ਸਖਤ ਫੈਸਲੇ ਲੈਣ ਵਾਲੀ ਸਰਕਾਰ ਆਪਣੇ ਕੋਲੇ ਹੈਗੀ ਆ, ਤੇ ਤੁਹਾਨੂੰ ਲੱਗਦਾ ਹੈ ਕਿ ਜੇ 1992 ਤੋਂ ਇਹ ਕੰਮ ਚੱਲਿਆ ਸੀ ਤਾਂ 2022 ਚ ਉਹਨੂੰ 30 ਸਾਲ ਹੋ ਜਾਣੇ ਆ, 30 ਸਾਲ ਤੋਂ ਲਟਕਦੀ ਚੀਜ਼ ਨੂੰ ਆਪਣੀ ਟਰਮ ਦੇ ਵਿੱਚ ਪੂਰਾ ਨਹੀਂ ਕਰਨਗੇ, ਕਿਉਂਕਿ ਮੋਦੀ ਸਾਹਿਬ ਕੋਲੇ 2022 ਜੇ 30 ਹੁੰਦੇ ਆ ਤਾਂ 2024 ਅਜੇ ਵੀ 2 ਸਾਲ ਉਹਨਾਂ ਕੋਲੇ ਬਾਕੀ ਹੋਣੇ ਆ ਦੁਬਾਰਾ ਇਲੈਕਸ਼ਨ ਦੇ ਵਿੱਚ ਜਾਣ ਲਈ। ਠੋਕ ਕੇ ਕਰਨਗੇ ਜੀ, ਠੋਕ ਵਜਾ ਕੇ ਕਰਨਗੇ, ਕਿਉਂਕਿ ਉਹ ਇਦਾਂ ਕਹਿੰਦੇ ਹੀ ਨਹੀਂ ਕਿ ਭਾਈ ਆ ਫੈਸਲਾ ਹੋਣ ਲੱਗਿਆ। BJP ਦੇ 2 MLA ਨੇ, ਦੋਨਾਂ ਨੇ ਪੰਜਾਬ ਦੀ ਵਿਧਾਨ ਸਭਾ 'ਚ, ਉਹ ਦੋਨੇ ਹੀ ਸੀ ਜਿਹੜੇ ਕਹਿੰਦੇ ਕਿ ਭਾਈ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਮਤਾ ਪੇਸ਼ ਕੀਤਾ ਨਾ ਕਿ ਅਸੀਂ ਇਹਨਾਂ 3 ਆਰਡੀਨੈਂਸਾਂ ਦਾ ਵਿਰੋਧ ਕਰਦੇ ਹਾਂ,
ਉਹ ਕਹਿੰਦੇ ਕਿ ਨਹੀਂ ਭਾਈ ਇਹ ਗਲਤ ਹੈ, ਅਸੀਂ ਉਸ ਮਤੇ ਦੇ ਹੱਕ 'ਚ ਆ, ਆਰਡੀਨੈਂਸਾਂ ਦੇ ਹੱਕ 'ਚ ਆ। ਬੀਜੇਪੀ ਦੇ 2 MLA ਕਹਿੰਦੇ। ਹੋਣਾ ਪਤਾ ਕੀ ਆ? ਹੋਣਾ ਇਹ ਹੈ, ਲੋਕ ਭਰਮ 'ਚ ਰਹਿਣਗੇ, ਲੋਕ ਭੁਲੇਖੇ 'ਚ ਰਹਿਣਗੇ, ਕਾਨੂੰਨ ਲਾਗੂ ਹੋ ਜਾਣਾ, ਮੰਡੀ ਦੇ ਵਿੱਚੋਂ 2000 ਨੂੰ ਚੀਜ਼ ਵਿਕਣੀ ਹੈ। 2 ਸਾਲ ਨਿੱਜੀ ਜਿਹੜੇ ਪਲੇਅਰ ਆਉਣਗੇ, ਵਪਾਰੀ ਆਉਣਗੇ, ਉਹਨਾਂ ਨੇ 2500 ਦੇਣਾ, 2300 ਦੇਣਾ, 2400 ਦੇਣਾ। ਕਿਸਾਨ ਨੂੰ ਇਹ ਲੱਗੂਗਾ ਕਿ ਮੈਂ ਭਾਈ ਪਹਿਲਾਂ ਫਸਲ ਵੱਢਦਾ, ਉਹਦੇ ਤੋਂ ਬਾਅਦ ਮੈਂ ਉਹਨੂੰ ਗਾਉਣਾ, ਫਿਰ ਮੈਂ ਉਹਨੂੰ ਮੰਡੀ ਤੱਕ ਲੈ ਕੇ ਜਾਣਾ, ਉਹਦੇ ਤੋਂ ਬਾਅਦ 3 ਦਿਨ ਖੱਜਲ ਹੁੰਨਾ, ਰੁਪਈਆ 2000 ਕੁਆਂਟਲ ਦਾ ਮਿਲਦਾ। ਆ ਜਿਹੜੀ ਮੇਰੇ ਖੇਤ ਦੇ ਵਿੱਚੋਂ ਚੱਕ ਕੇ ਲਿਜਾਂਦੇ ਆ, ਨਾ ਮੰਡੀ ਜਾਣਾ ਪੈਂਦਾ, ਨਾ ਪੱਖੇ ਦਾ ਖਤਰਾ, ਨਾ ਉੱਥੇ ਮੀਂਹ ਪੈਣ ਦਾ ਖਤਰਾ। ਇਹ 2500 ਖੇਤ 'ਚ ਦਿੰਦੇ ਆ। ਇਹ 2-3 ਸਾਲ 2500 ਮਿਲਣਾ, 2-3 ਸਾਲ ਮੁੱਲ ਵਧਣਾ ਜਿੱਦਾਂ ਬਿਹਾਰ ਦੇ ਵਿੱਚ ਵਧਿਆ ਸੀ। ਪਤਾ ਤਾਂ ਬਾਅਦ ਵਿੱਚ ਲੱਗਣਾ ਜਦੋਂ ਗਲ ਦੇ ਵਿੱਚ ਅੰਗੂਠਾ ਆਉਣਾ, ਜਦੋਂ ਸਰਕਾਰੀ ਮੰਡੀਆਂ ਦਾ ਕੰਮ ਬੰਦ ਹੋ ਗਿਆ। ਪਰ ਇਹ ਗੱਲ ਬਿਲਕੁਲ ਦਰੁਸਤ ਹੈ, ਕਿਉਂਕਿ ਅੱਜ ਤਾਂ ਇਕੱਲਾ ਪੰਜਾਬ ਹੀ ਵਿਰੋਧ ਕਰਦਾ। ਹਰਿਆਣੇ ਦੀ ਸਰਕਾਰ ਨੇ ਤਾਂ ਨਹੀਂ ਮਤਾ ਪਾਸ ਕੀਤਾ, ਕਿਉਂਕਿ ਮਨੋਹਰ ਲਾਲ ਖੱਟਰ ਸਾਹਿਬ ਦੀ ਸਰਕਾਰ ਹੈ। ਟੀਕਾ ਉਹਨਾਂ ਦੇ ਵੀ ਉੱਡਾ ਹੀ ਲੱਗਣਾ, ਲੋਦਾ ਉਹਨਾਂ ਦੇ ਵੀ ਉੱਡਾ ਹੀ ਲੱਗਣਾ, ਉਹਨਾਂ ਨੂੰ ਵੀ ਸੇਕ ਉਹਨਾਂ ਹੀ ਲੱਗਣਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਭਾਵੇਂ ਕਿ ਇਹਨਾਂ ਦੀਆਂ ਆਪਦੀ ਪਾਰਟੀ ਦੀਆਂ ਨੀਤੀਆਂ ਵੀ ਇਦਾਂ ਦੀਆਂ ਹੀ ਆ, ਉਹਨਾਂ ਨੇ ਕਿਹਾ ਕਿ ਮੈਂ ਹਰਿਆਣੇ ਵਾਲਿਆਂ ਨੂੰ ਬੇਨਤੀ ਕਰਦਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠੋ, ਕਿਸਾਨਾਂ ਦਾ ਲੱਕ ਟੁੱਟ ਜਾਣਾ ਹੈ, ਕਿਰਪਾ ਕਰਕੇ ਇਸ ਆਰਡੀਨੈਂਸ ਦਾ ਵਿਰੋਧ ਕਰੋ। ਉਹਨਾਂ ਨੇ ਨਹੀਂ ਕਰਨਾ। ਮੋਦੀ ਸਰਕਾਰ ਕਹਿਣ ਨੂੰ, ਬਾਠ ਸਾਹਿਬ ਮੈਂ ਉਹੀ ਕਹਿ ਰਿਹਾ, ਕਹਿਣ ਨੂੰ ਤਾਂ ਉਹ ਵੀ ਭਾਵੇਂ ਕਹੀ ਜਾਣ, ਕਿਉਂਕਿ ਕੈਪਟਨ ਸਾਹਿਬ ਕਹੀ ਜਾਂਦੇ, ਆਪਣਾ ਖੱਟਰ ਸਾਹਿਬ ਨੇ ਪਹਿਲੀਆਂ ਕਿਹੜੀਆਂ ਮੰਨ ਲਈਆਂ ਜਿਹੜੀਆਂ ਹੁਣ ਉਹਨਾਂ ਨੇ ਮੰਨ ਲੈਣੀਆਂ। ਮੇਰਾ ਖਿਆਲ ਆਪਾਂ ਇੱਥੇ ਥੋੜਾ ਜਿਹਾ ਝਟਕਾ ਭਾਸ਼ਾ ਜ਼ਰੂਰ ਸਮਝਾ ਦਈਏ, ਕਿਉਂਕਿ ਨੇ ਬੜੀ ਦੇਰ ਤੋਂ ਚਰਚਾ ਚੱਲਦੀ ਸੀ ਵੀ ਅਸਲ ਦੇ ਵਿੱਚ ਹੈ ਕੀ ਕਹਾਣੀ। ਹੁਣ ਜਿੱਦਾਂ ਆਪਾਂ ਗੱਲ ਕਰਦੇ ਹਾਂ MSP ਦੀ, ਜਾਂ ਜਿਹੜੀਆਂ ਸਰਕਾਰੀ ਏਜੰਸੀਆਂ ਚੁੱਕਦੀਆਂ ਨੇ ਇੱਥੋਂ ਸਮਾਨ, ਉਹ ਜਾਂ ਪੰਜਾਬ ਚੋਂ ਚੱਕਦੀਆਂ ਜਾਂ ਹਰਿਆਣੇ ਚੋਂ ਥੋੜਾ ਜਿਹਾ ਉੱਤਰ ਪ੍ਰਦੇਸ਼ ਦਾ ਹਿੱਸਾ ਜਿੱਥੋਂ ਇਹ ਮਾੜੀ ਮੋੜ ਖਰੀਦ ਹੁੰਦੀ ਆ। ਬਾਕੀ ਜਦੋਂ ਆਪਾਂ ਓਵਰਆਲ ਇੰਡੀਆ ਨੂੰ ਦੇਖਦੇ ਹਾਂ, ਜਿੱਥੇ ਕਿਤੇ ਵੀ ਖੇਤੀ ਹੁੰਦੀ ਆ, ਭਾਵੇਂ ਛੋਟੀ ਹੋਵੇ ਵੱਡੀ ਹੋਵੇ ਜਾਂ ਚਾਹੇ ਆਰਗੈਨਿਕ ਹੋਵੇ, ਉੱਥੇ ਤਾਂ ਖੁੱਲੀ ਮੰਡੀ ਵਾਲਾ ਕੰਮ ਹੀ ਆ, ਨਾ ਉੱਥੇ ਕੋਈ MSP ਵਾਲਾ ਕੰਮ ਆ, ਨਾ ਉੱਥੇ ਕੋਈ ਸਰਕਾਰੀ ਏਜੰਸੀ ਜਾ ਕੇ ਖਰੀਦ ਹੀ ਕਰਦੀ ਹੈ। ਹੁਣ ਜਦੋਂ ਆਪਾਂ ਪੂਰੇ ਭਾਰਤ ਦੇ ਨਕਸ਼ੇ ਨੂੰ ਦੇਖਦੇ ਹਾਂ, ਉਹਦੀ ਜਮ੍ਹਾਂ ਇੱਕ ਨੁੱਕਰ ਦੇ ਵਿੱਚ 3-4 ਰਾਜਾਂ ਦੇ ਵਿੱਚ ਜੇ ਥੋੜੀ ਬਹੁਤ ਖਰੀਦ ਪਹਿਲਾਂ ਵਾਲੇ ਹਿਸਾਬ ਨਾਲ ਹੁੰਦੀ ਸੀ, ਉਹਨੂੰ ਜੇ ਬੰਦ ਵੀ ਕਰ ਦੇਵੇ ਸਰਕਾਰ, ਤੇ ਤੁਹਾਨੂੰ ਲੱਗਦਾ ਕਿ ਬਾਕੀ ਮੁਲਕ ਨੂੰ ਪਤਾ ਵੀ ਲੱਗੂਗਾ ਵੀ ਕੁਝ ਚੇਂਜ ਹੋਇਆ? ਸਵਾਲ ਹੀ ਨਹੀਂ ਪੈਦਾ ਹੁੰਦਾ, ਬਿਲਕੁਲ ਪਤਾ ਨਹੀਂ ਲੱਗੂਗਾ। ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਣੀ। ਹੁਣ ਤੁਸੀਂ ਦੇਖੋ ਨਾ ਕਿ ਸਰਕਾਰਾਂ ਪੈਂਤੜੇ ਕਿੱਦਾਂ ਲੈਂਦੀਆਂ। ਨਾਗਰਿਕਤਾ ਸੋਧ ਕਾਨੂੰਨ ਦਾ ਮੁੱਦਾ ਸੀ, ਕਿੰਨੀਆਂ ਸਰਕਾਰਾਂ ਖਿਲਾਫ ਸੀ, ਬੜੀਆਂ ਸਰਕਾਰਾਂ। ਉਹਨਾਂ ਨੇ ਕਿਹਾ ਸੀ ਅਸੀਂ ਨੇ ਲਾਗੂ ਕਰਨਾ, ਫਲਾਣੇ ਨੇ ਲਾਗੂ ਕਰਨਾ। ਕਿੰਨਾ ਕੁ ਕੰਮ ਖਤਮ ਹੋ ਗਿਆ, ਅਗਲਿਆਂ ਨੇ ਪਰਵਾਹ ਕੀਤੀ, ਠੋਕ ਵਜਾ ਕੇ ਜਿਹੜਾ ਕੰਮ ਕਰਨਾ ਸੀ ਕਰ ਲਿਆ। ਇੱਥੇ ਤਾਂ ਸਰਕਾਰ ਹੀ ਇੱਕ ਆ, ਤੇ ਉਸ ਸਰਕਾਰ ਦਾ ਵੀ ਕਾਰਜਕਾਲ 1.5 ਸਾਲ ਦਾ ਰਹਿ ਗਿਆ। ਤੇ ਸਰਕਾਰ ਜਿਹੜੇ ਸੂਬੇ ਦੀਆਂ ਸੀਟਾਂ ਉੱਥੇ 13 ਲੋਕ ਸਭਾ ਦੀਆਂ, ਤਾਂ 13 ਸੀਟਾਂ 13 MP ਉਹਨਾਂ ਦੇ ਆਉਣ ਨਾ ਆਉਣ ਲੋਕ ਸਭਾ ਦੇ ਵਿੱਚ, ਕੇਂਦਰ ਦੀ ਸਰਕਾਰ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਨਾਲੇ ਉਹਨਾਂ ਦੇ ਕੋਲੇ 2-3 ਸਾਲ ਹੈਗੇ ਆ, 2-3 ਸਾਲ ਮੰਡੀ ਖੁੱਲੀ ਦੇ ਵਿੱਚ, ਪ੍ਰਾਈਵੇਟ ਮੰਡੀ 'ਚ ਪੈਸੇ ਉਹਨਾਂ ਨੇ ਸੁੱਟਣੇ ਆ। ਉਦੋਂ ਲੋਕਾਂ ਨੂੰ ਲੱਗਣਾ ਕਿ ਭਾਈ ਆ ਤਾਂ ਕੰਮ ਹੀ ਕਮਾਲ ਦਾ ਹੋ ਗਿਆ, ਇੱਥੇ ਤਾਂ ਬੱਲੇ ਬੱਲੇ ਹੋ ਗਈ। ਪਤਾ ਬਾਅਦ 'ਚ ਲੱਗਣਾ ਜਦੋਂ ਫਿਰ ਸਾਈਡ ਇਫੈਕਟ ਸ਼ੁਰੂ ਹੋਏ। ਨਹੀਂ, ਸਾਈਡ ਇਫੈਕਟ ਤਾਂ ਲਗਭਗ ਸ਼ੁਰੂ ਹੋ ਜਾਣੇ ਆ, ਕਿਉਂਕਿ ਪੰਜਾਬ ਦੇ ਵਿੱਚ ਵੀ ਸੁਣਨ 'ਚ ਆਇਆ ਕਿ ਕੁਝ ਥਾਵਾਂ ਦੇ ਉੱਪਰ ਸਾਈਲੋ ਕਹਿੰਦੇ ਉਹਨੂੰ, ਸ਼ਾਇਦ ਹੁਣ ਜਿਹੜਾ ਕੋਈ ਮਾਡਰਨ ਨਾਂ ਆ, ਕਹਿਣ ਨੂੰ ਆਪਾਂ ਗੋਦਾਮ ਕਹਿ ਲਈਏ, ਉਹ ਜਿਹੜੇ ਗੋਦਾਮ ਨੇ ਉਹ ਕੁਝ ਥਾਵਾਂ ਤੇ ਬਣ ਗਏ, ਕੁਝ ਥਾਵਾਂ ਤੇ ਅੰਡਰ ਕੰਸਟਰਕਸ਼ਨ ਆ, ਤੇ ਕੁਝ ਥਾਵਾਂ ਤੇ ਜ਼ਮੀਨ ਜਿਹੜੀ ਹੈ ਉਹ ਖਰੀਦਣ ਦੀ ਕੰਮ ਚੱਲ ਪਿਆ। ਹੁਣ ਇਹ ਤਾਂ ਬੜਾ ਕਲੀਅਰ ਹੈ ਕਿ ਵੀ ਇਹ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਬੰਦੇ ਨੂੰ ਪਤਾ ਵੀ ਮੇਰੀ ਜਿਹੜੀ ਚੱਕੀ ਆ ਉਹ ਮੰਨ ਲਓ ਮੁੰਬਈ ਸ਼ਹਿਰ 'ਚ ਲੱਗੀ ਹੈ, ਤੇ ਪੰਜਾਬ ਦੀ ਕਣਕ ਬਹੁਤ ਵਧੀਆ, ਜੇ ਮੈਂ ਇਹ ਚੱਕ ਕੇ ਖੜਦਾ ਤੇ ਫਿਰ ਮੈਨੂੰ ਐਸ ਭਾਅ ਪੈਂਦੀ ਆ, ਜੇ ਮੈਂ MP ਵਾਲੀ ਚੱਕਦਾ ਉਹ ਥੋੜ੍ਹੀ ਜਿਹੀ ਲੱਗ ਗਿਆ ਤੇ ਆਪਾਂ ਫਿਰ ਇੱਥੋਂ ਵਾਲੀ ਚੱਕ ਲੈਂਦੇ ਹਾਂ। ਉਹ ਜਦੋਂ ਹਿਸਾਬ ਕਿਤਾਬ ਹੋ ਗਿਆ ਕਿ ਟੋਟਲੀ ਸਰਕਾਰ ਨੇ ਅਗਲੇ ਨੂੰ ਦੇ ਦਿੱਤਾ ਵੀ ਕਾਰੋਬਾਰ ਤੇਰਾ ਹੈ, ਆਟਾ ਤੂੰ ਵੇਖਣਾ ਵੀ ਕਿਸ ਭਾਅ ਤੂੰ ਵੇਚਦਾ ਤੇ ਤੈਨੂੰ ਫਾਇਦੇਮੰਦ ਰਹਿੰਦਾ, ਉਦੋਂ ਬਾਅਦ ਖਲਾਰਾ ਪੈਣਾ। ਇਹਦੀ ਮੈਂ ਉਦਾਹਰਨ ਦੇ ਦਿਆਂ, ਉਹ ਆ ਚੌਲਾਂ ਦੀ ਉਦਾਹਰਨ, ਕਿਉਂਕਿ ਆਟਾ ਤਾਂ ਲਗਭਗ ਉੱਥੇ ਵੀ ਅੜ ਜਾਂਦਾ ਨਾ ਵੀ ਉਹ ਨਹੀਂ ਯਾਰ ਇਹ ਰੁਪਈਆ ਵਧਾ ਲਓ ਜਾਂ ਘਟਾ ਲਓ। ਪਰ ਜਿਹੜੇ ਚੌਲ ਨੇ, ਮੈਂ ਕਈ ਵਾਰ ਸੋਚਦਾ ਹੁੰਦਾ ਵੀ ਇਹ ਜੀ ਫਲਾਨੀ ਬਾਸਮਤੀ ਆ, ਇਹ ਪਾਕਿਸਤਾਨੀ ਬਾਸਮਤੀ ਆ, ਇਹ 1121 ਹੈ, 1509 ਆ, ਇਹ ਜੀ ਫਲਾਨੇ ਦੇ ਦਾਣੇ ਦੇ ਵਿੱਚ ਖੁਸ਼ਬੂ ਬੜੀ ਆ, ਢੇਂਗੜੇ ਦਾ ਦਾਣਾ ਲੰਮਾ ਬੜਾ, ਫਲਾਨੇ ਦੇ ਦਾਣੇ 'ਚ ਟੋਕ ਨਹੀਂ ਹੁੰਦੀ। ਇਹੋ ਜਿਹੀਆਂ ਗੱਲਾਂ ਤਾਂ ਆਮ ਜਿਹੜਾ ਜ਼ਿਮੀਂਦਾਰ ਜਿਹੜਾ ਉਹਨੂੰ ਪੈਦਾ ਕਰਦਾ, ਰੇਹਾਂ ਕਰੇ, ਸਪਰੇਆਂ ਕਰੇ, ਖਾਦਾਂ ਪਾਵੇ, ਉਹ ਜਦੋਂ ਮੰਡੀ ਜਾ ਕੇ ਵੇਚਣ ਲੱਗਦਾ ਤੇ ਆਵਾਜ਼ ਆਉਂਦੀ ਆ ਵੀ ਲੈ ਬਈ ਐਤਕੀ ਤਾਂ 3200 ਨੂੰ ਹੋ ਗਈ, ਅੱਛਾ ਚੱਲ ਥੋੜ੍ਹੀ ਜਿਹੀ ਰੱਖ ਲਾ, ਫਿਰ ਲੈ ਮੈਂ ਜੇ ਕੋਸ਼ਿਸ਼ ਕੀਤੀ ਆ ਤੇ 3800 ਨੂੰ ਹੋ ਜਾਣੀ, ਕਹਿੰਦੇ ਗੱਲਬਾਤ। ਥੋੜ੍ਹੇ ਦਿਨਾਂ ਤੱਕ ਆਵਾਜ਼ 4000 ਤੱਕ ਦੀ ਵੀ ਆਉਂਦੀ ਹੈ, ਫਿਰ ਹੌਲੀ ਹੌਲੀ ਉਹਦਾ ਜਿਹੜਾ ਕੰਮ ਆ ਉਹ ਥੱਲੇ ਨੂੰ ਤੁਰ ਪੈਂਦਾ, ਕਹਿੰਦੇ ਨਹੀਂ ਯਾਰ ਹੁਣ ਤਾਂ 2800 ਨਹੀਂ ਲੈਂਦਾ, ਕੋਈ 2500 ਨਹੀਂ ਲੈਂਦਾ। ਮਤਲਬ ਮੈਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਜਾਂ ਤਾਂ ਉਹਦਾ ਕਿਲੋ ਦਾ ਮੁੱਲ ਲਾਈਏ ਤਾਂ ਵੱਧ ਤੋਂ ਵੱਧ ਵੀ 40 ਰੁਪਏ ਕਿਲੋ ਬਹਿੰਦੀ ਹੈ, ਪਰ ਉਹੀ ਚੌਲ ਜਦੋਂ ਅਗਲਾ ਬੰਦਾ ਸ਼ੈਲਰ ਵੇਚ ਦੀ ਕੱਢ ਕੇ ਪਾਲਿਸ਼ ਮਾਰ ਕੇ ਤੇ ਉਦੋਂ ਬਾਅਦ ਉਹਦੇ ਤੇ ਮਾਰਕਾ ਲਾ ਦਿੰਦਾ, ਉਹ 150 ਤੋਂ ਪੌਣੇ 200 ਜਾਂ 200 ਰੁਪਏ ਕਿਲੋ ਵੀ ਵਿਕ ਜਾਂਦੇ। ਹੁਣ ਉਹਦੇ ਤੇ ਉਹਦੀ ਇੰਨੀ ਮਿਹਨਤ ਆ ਜਾਂਦੀ ਹੈ। ਨਹੀਂ, ਮਿਹਨਤ ਆਵੇ ਨਾ ਆਵੇ, ਅਗਲਿਆਂ ਕੋ ਗੁਣ ਆ, ਅਗਲਿਆਂ ਕੋ ਦਿਮਾਗ ਆ, ਅਗਲਿਆਂ ਦੇ ਕੋਲੇ ਮਾਰਕਾ,
ਇਹ ਅੱਗੇ ਨਾ ਇੱਥੇ ਇੱਕ ਆ ਮਾਲਵੇ ਵਾਲੇ ਖੇਤਰ ਦੇ ਵਿੱਚ ਇੱਕ ਫੈਕਟਰੀ ਬਣੀ ਜੀ, ਉਹਦਾ ਸਮਾਨ ਬੜਾ ਵਧੀਆ ਹੁੰਦਾ, ਉਹ ਤਾਂ ਚੌਲ ਇਦਾਂ ਤੁਸੀਂ ਮੜ ਜਾ ਰਸੋਈ 'ਚ ਲਿਆ ਕੇ पानी च पा के उबालो से खुशबू के साथ घर भर जाता है। हर समय आपका रसोई की ओर चक्कर लगाने को मन करता है। बाद च पता की लगा कि वो माझे तां दुआबे दे विचों ਉਹੀ ਸਮਾਨ ਖਰੀਦਦੇ ਸੀ, ਉੱਥੇ ਜਾ ਕੇ ਵਧੀਆ ਪੈਕਟ ਦੇ ਵਿੱਚ ਉਹਨੂੰ ਪੈਕ ਕਰਦੇ ਸੀ, ਪੈਕ ਕਰਨ ਤੋਂ ਪਹਿਲਾਂ ਮਾੜੀ ਜੀ ਪਾਲਿਸ਼ ਮਾਰਦੇ ਸੀ, ਜਾਣੀ ਸਾਡੀਆਂ ਹੀ ਜੁੱਤੀਆਂ ਸੀ ਤਾਂ ਸਾਡਾ ਹੀ ਸਿਰ ਸੀ, ਖੜਕਾ ਨਹੀਂ ਅਗਲੇ ਹੋਣ ਦਿੰਦੇ ਸੀ, ਬਿਲਕੁਲ ਨਹੀਂ ਕਹਿੰਦੇ ਖੜਕਣਾ ਨਾ ਚੀਕ ਮਾਰਨੀ ਆ। ਹੁਣ ਸੰਧਾਲੀਆ ਸਾਹਿਬ ਇੱਕ ਮੈਂ ਨਾ ਇਹਦਾ ਸਾਈਡ ਇਫੈਕਟ ਤੁਹਾਨੂੰ ਦੱਸਦਾ ਕੀ ਹੋਣ ਲੱਗਿਆ। ਮਾਲਵੇ ਦੇ ਵਿੱਚ ਖਾਸ ਤੌਰ ਤੇ ਬਠਿੰਡਾ ਮਾਨਸਾ ਜ਼ਿਲ੍ਹਾ ਜਿਹੜਾ ਹੈ ਉਧਰਲੇ ਪਾਸੇ 550 ਪਿੰਡਾਂ ਦੇ ਵਿੱਚ ਪ੍ਰੋਟੈਸਟ ਹੁੰਦਾ। ਖੇਤੀਬਾੜੀ ਨਾਲ ਸੰਬੰਧਿਤ ਜਿਹੜੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਉਹ ਕਹਿੰਦੇ ਕਿ ਅਸੀਂ ਆਰਡੀਨੈਂਸ ਦਾ ਵਿਰੋਧ ਕਰਦੇ ਹਾਂ, ਜਿਹੜੀਆਂ ਧਿਰਾਂ ਇਹਦੇ ਹੱਕ 'ਚ ਨੇ ਸਿਆਸੀ, ਅਸੀਂ ਉਹਨਾਂ ਦੇ ਲੀਡਰ ਨਹੀਂ ਵੜਨ ਦੇਣੇ। ਅੱਜ ਵਿਰੋਧ ਉਹ ਵੱਡਾ ਲੱਗਦਾ, ਅੱਜ ਲੱਗਦਾ ਹੈ ਕਿ ਇੱਕ ਸਿਆਸੀ ਧਿਰ ਨੂੰ ਉਹਦਾ ਸੇਕ ਲੱਗਣਾ, ਕਿਉਂਕਿ ਬਠਿੰਡਾ ਮਾਨਸਾ ਬੜੀ ਹੌਟ ਜੀ ਸੀਟ ਹੁੰਦੀ ਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ, ਬੜਾ ਰੌਲਾ ਪੈਂਦਾ। ਪਰ ਜਿਹੜੇ ਬੰਦੇ ਬੜੇ ਉਤਸ਼ਾਹਤ ਨੇ ਨਾ ਕਿ ਕੰਮ ਨਿਬੜ ਜਾਣਾ, ਆਪਾਂ ਸੰਘਰਸ਼ ਕਰਨ ਤੋਂ ਨਹੀਂ ਰੋਕਦੇ, ਉਹਨਾਂ ਨੂੰ ਚੇਤਾ ਹੋਣਾ ਕਿ ਜਦੋਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੁੰਦੀਆਂ ਸੀ ਬਠਿੰਡੇ ਦੇ ਵਿੱਚ ਕਿੰਨੇ ਮਹੀਨੇ ਲਗਾਤਾਰ ਕਿਸਾਨਾਂ ਦਾ ਧਰਨਾ ਲੱਗਾ ਰਿਹਾ ਸੀ, ਕਿੰਨੀ ਵੱਡੀ ਇੱਕ ਲਹਿਰ ਖੜੀ ਹੋ ਗਈ ਸੀ। ਲੋਕ ਪਿੰਡਾਂ ਦੇ ਵਿੱਚੋਂ ਫੁਲਕੇ ਪਕਾ ਪਕਾ ਕੇ ਲਿਆਉਂਦੇ ਹੁੰਦੇ ਸੀ, ਰੋਜ਼ ਦੁੱਧ ਇਕੱਠਾ ਕਰਕੇ ਉੱਥੇ ਜਾਂਦਾ ਹੁੰਦਾ ਸੀ ਕਿ ਭਾਈ ਆਮ ਲੋਕਾਂ ਦਾ ਧਰਨਾ ਕਿੱਥੇ ਗਿਆ? ਕੀ ਖੁਦਕੁਸ਼ੀਆਂ ਕਰਨ ਵਾਲਿਆਂ ਨੂੰ ਮੁਆਵਜ਼ਾ ਮਿਲਦਾ ਹੈ? ਕੀ ਉਹਨਾਂ ਦਾ ਕਰਜ਼ਾ ਮਾਫ ਹੁੰਦਾ ਹੈ? ਕੀ ਉਹਨਾਂ ਦੇ ਪਰਿਵਾਰ ਨੂੰ ਰੋਟੀ ਟੁੱਕ ਦੇ ਲਈ ਕੋਈ ਨੌਕਰੀ ਜਾਂ ਕੋਈ ਓਨੀ ਦੇਰ ਦੇ ਲਈ ਪੈਸਾ ਟਕਾ ਮਿਲਦਾ ਜਿੰਨੀ ਦੇਰ ਉਹ ਬੱਚੇ ਨੇ, ਨਾਬਾਲਗ ਨੇ, ਉਹਨਾਂ ਦੀ ਪੜ੍ਹਾਈ ਦਾ ਕਿਸੇ ਨੇ ਖਰਚਾ ਚੱਕਿਆ? ਕਿਉਂਕਿ ਸਰਕਾਰਾਂ ਤਾਕਤਵਰ ਨੇ, ਉਹਨਾਂ ਨੂੰ ਪਤਾ ਹੈ ਕਿ ਭਾਈ ਖੁੰਡੇ ਕਿੱਦਾਂ ਕਰਨੇ ਆ ਦੰਦ, ਇੱਕ ਜਥੇਬੰਦੀ ਦੀਆਂ 2 ਬਣਾ ਦਿਓ, 2 ਦੀਆਂ 12 ਬਣਾ ਦਿਓ, 12 ਦੀਆਂ 22 ਬਣਾ ਦਿਓ, ਮੁੜ ਕੇ ਉਹਨਾਂ ਨੂੰ ਆਪਸ 'ਚ ਨੱਚਦੇ ਰੜਦੇ ਰਹਿਣ ਦਿਓ। ਬਿਲਕੁਲ ਸਹੀ। ਇਹ ਬਾਟ ਸਾਹਿਬ ਇੱਕ ਤਾਂ ਹੋ ਗਿਆ ਖੇਤੀ ਵਾਲਾ, ਮੈਨੂੰ ਲੱਗਦਾ ਜਿਹੜੇ ਦੂਜੇ 2 ਆਰਡੀਨੈਂਸ ਨੇ ਆਪਾਂ ਥੋੜਾ ਉਹਨਾਂ ਤੇ ਵੀ ਗੱਲ ਕਰ ਲਈ। ਇੱਕ ਜਿਹੜਾ ਬਿਜਲੀ ਵਾਲਾ ਹੈ ਉਹਦੇ ਤੇ ਵੀ ਬੜਾ ਇਸ ਚੀਜ਼ ਦਾ ਰੌਲਾ, ਕਿਉਂਕਿ ਜਦੋਂ ਇੱਕ ਦੇਸ਼ ਤੇ ਇੱਕ ਰੇਟ ਦੀ ਗੱਲ ਚੱਲਦੀ ਹੈ ਤੇ ਬਿਜਲੀ ਜਿਹੜੀ ਹੈ ਜੀ ਉਹ ਕਹਿੰਦੇ ਕਿ ਵੀ ਪ੍ਰਾਈਵੇਟ ਹੱਥਾਂ 'ਚ ਆਪਾਂ ਮੋਸਟਲੀ ਦੇਖਦੇ ਹਾਂ, ਸਰਕਾਰੀ ਜਿਹੜੇ ਪ੍ਰੋਜੈਕਟ ਹੈ ਉਹ ਵੀ ਲਗਭਗ ਹੁਣ ਸਮਾਪਤੀ ਵਾਲੇ ਪਾਸੇ ਨੂੰ ਤੁਰੇ ਜਾਂਦੇ ਆ। ਆਹ ਬਠਿੰਡੇ ਦੇ ਵਿੱਚ ਆਪਾਂ ਇੱਕ ਜਿਹੜੀ ਉਦਾਹਰਨ ਹੈ ਉਹ ਤਾਜ਼ੀ ਦੇਖ ਹੀ ਲਈ ਹੈ। ਹੁਣ ਜਦੋਂ ਪੂਰੇ ਮੁਲਕ ਦੇ ਵਿੱਚ ਬਿਜਲੀ ਜਿਹੜੀ ਹੈ ਜੀ ਉਹ ਪੈਦਾ ਕਰਨ ਦਾ ਜਾਂ ਉਹਨੂੰ ਚਲਾਉਣ ਦਾ, ਉਹਦੀ ਟਰਾਂਸਮਿਸ਼ਨ ਦਾ, ਉਹਦੇ ਰੱਖ ਰਖਾਵ ਦਾ, ਉਹਦੇ ਰੇਟ ਦਾ ਸਾਰਾ ਕੁਝ ਫਾਈਨਲ ਕਰ ਦੇਣਾ, ਜੋ ਘਰਾਂ ਦਾ ਰੇਟ ਹੈ ਉਹ ਵੱਖਰਾ ਹੋਊਗਾ, ਕਮਰਸ਼ੀਅਲ ਰੇਟ ਵੱਖਰਾ ਹੋ ਗਿਆ, ਖੇਤੀਬਾੜੀ ਦੀ ਜਿਹੜੀ ਬਿਜਲੀ ਹੈ ਉਹਦਾ ਰੇਟ ਵੱਖਰਾ ਹੋ ਜਾਣਾ। ਹੁਣ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਆਸਰਾ ਪੰਜਾਬ ਦੇ ਕਿਸਾਨਾਂ ਨੂੰ ਕਿ ਜਿਹੜੀ ਖੇਤੀ ਦੇ ਲਈ ਬਿਜਲੀ ਆਉਂਦੀ ਹੈ ਉਸ ਖੇਤੀ ਦੀ ਬਿਜਲੀ ਦੇ ਉੱਪਰ ਸਬਸਿਡੀ ਹੈ, ਉਹ ਜਿਹੜੀ ਸਬਸਿਡੀ ਹੈ ਉਹ ਸਮਾਪਤੀ ਵਾਲੇ ਪਾਸੇ ਨੂੰ ਵੱਧ ਜਾਣੀ ਹੈ ਇਸ ਆਰਡੀਨੈਂਸ ਦੇ ਨਾਲ। ਹਾਲਾਂਕਿ ਉਹ ਕਹੀ ਜਾਂਦੇ ਨੇ ਜੀ ਇਹਨੂੰ ਇੱਦਾਂ ਹੀ ਰੱਖਾਂਗੇ, ਇਹਨੂੰ ਆਪਾਂ ਬਦਲਦੇ ਨਹੀਂ ਹੈਗੇ। ਇਹਦੇ ਤੇ ਵੀ ਮੇਰੇ ਖਿਆਲ ਨਾਲ ਚਰਚਾ ਕਰਨੀ ਬਣਦੀ। ਨਹੀਂ, ਬਿਲਕੁਲ 100% ਦੀ ਬਣਦੀ ਆ ਜੀ। ਪਹਿਲੀ ਗੱਲ ਹੈ ਕਿ ਕੁਛ ਤਾਂ ਅਸੀਂ ਆਪ ਕਾਣੇ ਆ, ਆਪ ਕਾਣੇ ਤੋਂ ਭਾਵ ਇਹ ਆ ਕਿ ਸਾਨੂੰ ਨੀਤੀ ਬਣਾਉਣੀ ਨਹੀਂ ਆਈ ਕਿ ਭਾਈ ਜਿਹਦਾ 100 ਏਕੜ ਆ ਉਹਦੀ ਵੀ ਮਾਫ, ਜਿਹਦੇ ਕੋਲ 4 ਕਨਾਲ ਆ ਉਹਦੀ ਵੀ ਮਾਫ। ਹੁਣ ਇੱਕ ਦੇ ਕੋਲੇ 10 ਮੋਟਰਾਂ 15 ਮੋਟਰਾਂ, ਉਹਦਾ ਸਰਦਾ, ਉਹਨੇ 4 ਜੀਪਾਂ ਵੀ ਰੱਖੀਆਂ, 4 ਕਾਰਾਂ ਵੀ ਰੱਖੀਆਂ, ਕੋਈ ਪਰਵਾਹ ਨਹੀਂ, ਨਿੱਕੇ ਨਿਆਣੇ ਬਾਹਰ ਅੰਦਰ ਵੀ ਗਏ ਆ, ਸਰਕਾਰੀ ਨੌਕਰੀ ਵੀ ਕਰਦੇ, ਚੱਲੀ ਜਾਣ ਦਾ, 4 ਵੋਟਾਂ ਚਾਹੀਦੀਆਂ। ਜੇ ਤਾਂ ਸਬਸਿਡੀ ਹੁੰਦੀ ਤਰਕਸੰਗਤ ਫਿਰ ਬਹੁਤ ਵਧੀਆ ਹੋਣਾ ਸੀ, 20 ਸਾਡੇ ਕੋਲ ਲੌਜਿਕ ਹੋਣੇ ਸੀ, 20 ਸਾਡੇ ਕੋਲੇ ਤਰਕ ਹੋਣੇ ਸੀ ਤੇ ਸਾਡਾ ਖਰਚਾ ਘਟਣਾ ਸੀ। ਅਸੀਂ ਇੱਥੇ ਆਪ ਫੇਲ ਹੋਏ ਹਾਂ। ਦੂਸਰੀ ਗੱਲ ਕਿ ਹੁਣ ਜਿਹੜਾ ਸਰਕਾਰਾਂ ਕਰਨ ਲੱਗ ਪਈਆਂ, ਦੇਖੋ ਇਹ ਕੰਮ ਵੀ ਹੋਣਾ ਹੈ ਕਿਉਂਕਿ ਦੁਨੀਆ ਦੇ ਜਿਹੜੇ ਸਮਝੌਤੇ ਹੋਏ ਆ ਉੱਥੇ ਸਾਡੀਆਂ ਸਰਕਾਰਾਂ ਨੇ ਹੱਥ ਵੱਢ ਕੇ ਦਿੱਤੇ ਹੋ ਆ। ਇਹ ਹੁਣ ਜਿਹੜਾ ਬਾਰ-ਬਾਰ ਰੌਲਾ ਪੈਂਦਾ ਨਾ, ਨਹੀਂ ਅਸੀਂ ਖਪਤ ਦੇਖਣੀ ਹੈ ਕਿ ਇਹਦੀ ਮੋਟਰ ਦੇ ਉੱਤੇ ਕਿੰਨੀ ਬਿਜਲੀ ਦੀ ਖਪਤ ਹੁੰਦੀ, ਕਿੱਦਾਂ ਬਚਾਈ ਜਾ ਸਕਦੀ, ਮੀਟਰ ਅਸੀਂ ਉਹਦੇ ਲਈ ਲਾਉਣੇ, ਉਹਦੇ ਲਈ ਕੋਈ ਨਹੀਂ ਲਾਉਂਦਾ। ਅਸਲ ਦੇ ਵਿੱਚ ਤਾਂ ਕਹਾਣੀ ਮੁੜ ਕੇ ਉੱਥੇ ਹੀ ਜਾਣੀ ਹੈ। ਹੁਣ ਸਰਕਾਰਾਂ ਇਹ ਵੀ ਕਹਿ ਦਿੰਦੀਆਂ ਕਿ ਬਿੱਲ ਤੁਸੀਂ ਦੇ ਆਇਓ, ਬੈਂਕ ਖਾਤੇ 'ਚ ਪੈਸੇ ਆ ਜਾਣਗੇ। ਸਿਲੰਡਰਾਂ ਦੀ ਸਬਸਿਡੀ ਸੰਧਾਲੀਆ ਸਾਹਿਬ ਮਿਲਦੀ ਹੁੰਦੀ ਸੀ, ਗੈਸ ਸਿਲੰਡਰਾਂ ਦੀ। ਹੁਣ ਉਦੋਂ ਸਿਲੰਡਰ ਕਿੰਨੇ ਦਾ ਪੈਂਦਾ ਸੀ ਆਪਾਂ ਨੂੰ? 250 ਦਾ ਪੈਂਦਾ ਸੀ ਕਿ 300 ਦਾ ਪੈਂਦਾ ਸੀ ਕਿ 350 ਦਾ ਪੈਂਦਾ ਸੀ? ਉਹਦੇ ਤੋਂ ਬਾਅਦ ਛਾਲਾਂ ਦੇਖੋ ਕਿੱਥੇ ਤਾਈਂ ਵੱਜੀਆਂ। ਹੁਣ ਸਬਸਿਡੀ ਹਫ਼ਤੇ ਨੂੰ ਆਵੇ, 10 ਦਿਨਾਂ ਨੂੰ ਆਵੇ, 15 ਨੂੰ ਆਵੇ, ਆਵੇ ਨਾ ਆਵੇ, ਅਸੀਂ ਕਿਸੇ ਦੀ ਲੱਤ ਨਹੀਂ ਭੰਨ ਲੈਣੀ। ਇਹਦੇ ਤੋਂ ਇਲਾਵਾ ਹਰ ਵਾਰੀ ਸਬਸਿਡੀ ਦੀ ਰਕਮ ਛੋਟੀ ਹੋਈ ਜਾਂਦੀ ਹੈ ਤੇ ਜਿਹੜੀ ਕੀਮਤ ਬੰਦੇ ਨੇ ਆਪ ਦੇਣੀ ਆ ਉਹ ਵਧੀ ਜਾਂਦੀ ਹੈ। ਸਾਡੀ ਸੂਬੇ ਦੀ ਸਰਕਾਰ ਜਿਹਨੂੰ ਕਿਹਾ ਜਾ ਰਿਹਾ ਕਿ ਕਿਸਾਨ ਦੇ ਖਾਤੇ 'ਚ ਪੈਸੇ ਸਿੱਧੇ ਪਾ ਦਿਓ, ਜਿੰਨੇ ਤੁਸੀਂ ਸਬਸਿਡੀ ਦੇਣੀ ਚਾਹੁੰਦੇ ਆ ਬਿੱਲ ਕਿਸਾਨ ਆਪ ਦੇਵੇ, ਸੂਬੇ ਦੀ ਸਰਕਾਰ ਇੰਨੀ ਜੋਗੀ ਹੈਗੀ ਆ? ਸੂਬੇ ਦੀ ਸਰਕਾਰ ਦੀਆਂ ਲੱਤਾਂ ਭਾਰ ਚੱਲਦੀਆਂ, ਗੋਡਿਆਂ 'ਚ ਗਰੀਸ ਵਿੱਤੀ ਤੌਰ ਤੇ ਹੈਗੀ ਆ। ਇਹ ਤਾਂ ਆਪ ਕਹਿੰਦੇ ਸਾਡੇ ਪੱਲੇ ਕੁਛ ਨਹੀਂ, ਕਰਜ਼ਾ ਪਿਛਲੀ ਸਰਕਾਰ ਕਹਿੰਦੇ ਚੜਾ ਗਈ ਹੈ ਤੇ ਸਾਨੂੰ ਪੈਸੇ GST ਦੇ ਮਿਲਦੇ ਨਹੀਂ। ਇਸ ਕਰਕੇ ਐਨ ਤਿਆਰੀ ਖਿੱਚ ਕੇ ਰੱਖਣ ਕਿਸਾਨ, ਹੁਣੇ ਹੀ ਪਾਣੀ ਦਾ ਹਿਸਾਬ ਕਿਤਾਬ ਜਿਹਾ ਲਾ ਲੈਣ, ਬਿੱਲ ਬੱਤੀਆਂ ਬਾਈ ਤੁਹਾਨੂੰ ਦੇਣੇ ਪੈਣੇ ਆ। ਨਹੀਂ, ਉਹ ਵੀ ਦੇਣੇ ਪੈਣੇ ਨਾਲ। ਜਿਹੜਾ ਇੱਕ ਤੀਸਰੀ ਗੱਲ ਹੈ ਕਿ ਜਿਹੜਾ ਕਾਰਪੋਰੇਟ ਹਾਊਸਿਸ ਨੇ, ਉਹ ਵੀ ਗੱਲ ਮੈਂ ਨਾ ਥੋੜ੍ਹੀ ਜਿਹੀ ਸਮਝਾ ਦਿਓ ਵੀ ਜੋ ਮੈਨੂੰ ਸਮਝ ਆਇਆ, ਸ਼ਾਇਦ ਹੋ ਸਕਦਾ ਮੈਂ ਗਲਤ ਹੋਵਾਂ ਜਾਂ ਕੁਛ ਵਿੱਚ ਐਡ ਆਨ ਤੁਸੀਂ ਕਰ ਦੇਣਾ। ਇਹ ਕਿਹਾ ਜਾ ਰਿਹਾ ਕਿ ਵੀ ਜਿਹੜਾ ਕਾਰਪੋਰੇਟ ਹਾਊਸਿਸ ਨੇ
ਉਹਨਾਂ ਨੂੰ ਹੁਣ ਜੇ ਮੰਨ ਲਓ ਪੰਜਾਬ 'ਚ ਉਹਨਾਂ ਨੇ ਕੰਟਰੈਕਟ ਫਾਰਮਿੰਗ ਕਰਨੀ ਹੈ ਜਾਂ ਮੰਨ ਲਓ ਠੇਕੇ ਦੇ ਜ਼ਮੀਨ ਲੈ ਕੇ ਕੰਮ ਕਰਨਾ ਤੇ ਉਹ ਲੈ ਸਕਦੇ ਆ। ਹੁਣ ਗੱਲ ਇਹ ਹੈ ਵੀ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਆਪਾਂ ਨੂੰ ਇਹ ਪਤਾ ਹੈ ਕਿ ਵੀ ਜਿਹੜੀ ਬਹੁਤ ਛੋਟੇ ਲੈਵਲ ਦੀ ਕਿਸਾਨੀ ਆ ਉਹਦੀ ਪਰਸੈਂਟੇਜ ਜ਼ਿਆਦਾ, ਉਹ ਭਾਵੇਂ ਆਪਾਂ 2-2.5 ਏਕੜ ਦੀ ਗੱਲ ਕਰ ਲਈਏ ਜਾਂ 5 ਏਕੜ ਤੱਕ ਦੀ ਗੱਲ ਕਰ ਲਈਏ ਤਾਂ ਉਹ ਟੋਟਲ ਆਬਾਦੀ ਦਾ ਯਾਨੀ ਕਿ 60-70% ਜਿਹੜਾ ਉਹ ਹਿੱਸਾ ਬਣ ਜਾਂਦਾ। ਹੁਣ 60-70% ਕਿਸਾਨੀ ਜਿਹੜੀ ਹੈ ਜਦੋਂ ਉਹ ਇੰਨੇ ਛੋਟੇ ਖੇਤਾਂ ਦੀ ਮਾਲਕ ਹੈ ਤੇ ਜੇ ਮੰਨ ਲਓ ਪਿੱਛੋਂ ਇੱਕ ਵੱਡੀ ਸਾਰੀ ਕੰਪਨੀ ਆਉਂਦੀ ਤੇ ਉਹ ਕਹਿੰਦੀ ਵੀ ਆਪਾਂ ਹੁਣ ਵੀ ਆ 5 ਏਕੜ ਜਿਹੜੇ 5 ਪਿੰਡਾਂ ਦੀ ਜਿਹੜੀ ਜ਼ਮੀਨ ਹੈ ਇਹ ਆਪਾਂ ਅਕਵਾਇਰ ਕਰ ਲਈ, ਜਾਂ ਕਹਿ ਲਓ ਕਿ ਵੀ ਅਸੀਂ 5 ਪਿੰਡਾਂ ਦੇ ਵਿੱਚ ਕੰਟਰੈਕਟ ਫਾਰਮਿੰਗ ਕਰਾਂਗੇ ਤੇ ਆ ਪੂਰੇ ਦਾ ਪੂਰਾ ਖੇਤਰ ਜਿਹੜਾ ਜੀ ਇਹਨੂੰ ਕਿਉਂਕਿ GT ਰੋਡ ਲੱਗਦਾ, ਇਹਨੂੰ ਐਕਸਪ੍ਰੈਸ ਵੇ ਲੱਗਦਾ, ਇਹ ਤੋਂ ਲਾਗੇ ਹਵਾਈ ਅੱਡਾ ਵੀ ਨੇੜੇ ਆ, ਆਪਾਂ ਇੱਥੋਂ ਚੱਕ ਕੇ ਚੀਜ਼ਾਂ ਉੱਥੇ ਪਹੁੰਚਾ ਵੀ ਸਕਦੇ ਹਾਂ। ਸੋ ਇਹ ਜਿਹੜੇ ਜ਼ਮੀਨ ਹੈ ਜੀ ਇਸ ਜ਼ਮੀਨ ਨੂੰ ਅਸੀਂ ਇਸ ਰੇਟ ਦੇ ਉੱਪਰ ਕੰਟਰੈਕਟ ਦੇ ਉੱਪਰ ਜਾਂ ਠੇਕੇ ਤੇ ਲੈ ਰਹੇ ਹਾਂ। ਇਸ ਤਰ੍ਹਾਂ ਕੋਈ ਜ਼ਮੀਨਾਂ ਕਬਜ਼ਾਉਣ ਦੀ ਗੱਲ ਹੈ, ਚਰਚਾ ਹੈ ਜਾਂ ਕੁਛ ਇਹਦੇ 'ਚ ਹੋਰ ਐਡ ਆਉਣਾ? ਦੇਖੋ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ, ਕਿਉਂਕਿ ਉੱਪਰਲੇ ਪਾਸਿਓਂ ਕਾਨੂੰਨ ਜਿਹੜੇ ਬਣੀ ਜਾਂਦੇ ਆ ਉਹਦੇ ਵਿੱਚ ਇਹ ਹੈ ਕਿ ਜਿਹੜੀਆਂ ਕੰਪਨੀਆਂ, ਜਦੋਂ ਅਸੀਂ ਕਹਿੰਦੇ ਨਾ ਕਿ ਵਿਦੇਸ਼ੀ ਨਿਵੇਸ਼ ਨੂੰ ਸਰਕਾਰ ਉਤਸ਼ਾਹਿਤ ਕਰਦੀ ਹੈ, ਜਦੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ, ਵਿਦੇਸ਼ ਮੰਤਰੀ ਸਾਹਿਬ, ਵਿੱਤ ਮੰਤਰੀ ਸਾਹਿਬ ਇਹ ਕਹਿੰਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਵਿਦੇਸ਼ੀ ਪੂੰਜੀ ਨਿਵੇਸ਼ ਦੇ ਲਈ ਦੁਨੀਆ ਦੇ ਵੱਡੇ ਮੁਲਕਾਂ ਲਈ ਭਾਰਤ ਸਭ ਤੋਂ ਪਸੰਦੀਦਾ ਮੁਲਕ ਬਣਿਆ, ਉਹਦਾ ਮਤਲਬ ਇਹ ਨਹੀਂ ਕਿ ਸਾਨੂੰ ਬਹੁਤ ਖੁਸ਼ ਹੋਣਾ ਚਾਹੀਦਾ ਕਿ ਬੱਲੇ 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 ਬੜੀ ਪ੍ਰਾਪਤੀ। ਉਹਦਾ ਮਤਲਬ ਇਹ ਹੈ ਕਿ ਜਿਹੜਾ ਕੰਮ ਸਾਡੇ ਤੋਂ ਆਪਦੇ ਰੁਪਈਏ ਧੇਲੇ ਨਾਲ ਆਪਦੇ ਹੱਥਾਂ ਨਾਲ ਨਹੀਂ ਹੁੰਦਾ, ਉਹ ਕਿਸੇ ਦੂਸਰੇ ਮੁਲਕ ਦਾ ਅਸੀਂ ਮਿਹਨਤ ਤਰਲਾ ਕਰਦੇ ਹਾਂ, ਭਾਈ ਤੁਸੀਂ ਆ ਕੇ ਕਰ ਲਓ, ਸਾਡੇ ਤੋਂ ਤਾਂ ਇਹ ਕੰਮ ਹੋਇਆ ਨਹੀਂ। ਜਾਣੀ ਇਹ ਬਿਲਕੁਲ ਉੱਦਾਂ ਦੀ ਗੱਲ ਹੈ ਕਿ ਕੋਈ ਬੀਬੀ ਜਿਹੜੀ ਹੈ ਉਹ ਘਰ ਦੇ ਵਿੱਚ ਮਿੱਟੀ ਵੀ ਲਿਆਵੇ, ਗੋਹਾ ਵੀ ਲਿਆਵੇ ਕਿ ਘਰ ਲਿਪਣਾ। ਹੁਣ ਘਰ ਲਿਪਣਾ, ਚੰਗੇ ਤਰੀਕੇ ਲਿਪਣਾ, ਆਪ ਲਿਪਣਾ ਹੋਵੇ ਤੇ ਗੁਆਂਢਣ ਬੀਬੀ ਨੂੰ ਕਹਿਣ ਕਿ ਭਾਈ ਤੂੰ ਆਹ ਲਿਪ ਲਾ ਤੇ ਨਾਲੇ 4 ਪੈਸੇ ਲੈ ਜੀ, ਨਾਲੇ ਆਹ ਸਮਾਨ ਵੀ ਲੈ ਜੀ, ਆਪਣਾ ਵਿਹੜਾ ਵੀ ਲਿਪ ਲਈ। ਹੁਣ ਅਸੀਂ ਗੁਆਂਢਣ ਬੀਬੀ ਤੋਂ ਆਪਣਾ ਵਿਹੜਾ ਲਿਪਾਉਣ ਦੇ ਵੀ ਦਾਅਵੇ ਕਰੀ ਜਾਂਦੇ ਆ, ਮਾਣ ਮਹਿਸੂਸ ਕਰਦੇ ਆ, ਤੇ ਜਦੋਂ ਸੰਧਾਲੀਆ ਸਾਹਿਬ ਅਗਲਿਆਂ ਨੂੰ ਅਸੀਂ ਸੱਦਾ ਦਿੰਨੇ ਆ ਨਾ, ਉਹ ਪਹਿਲਾਂ ਪੁੱਛਦੇ ਆ, ਕਹਿੰਦੇ ਲਿਖ ਕੇ ਦਿਓ ਕਿ ਜ਼ਮੀਨਾਂ ਚਾਹੀਦੀਆਂ, ਫਲਾਨੀ ਜਗ੍ਹਾ ਤੇ ਚਾਹੀਦੀਆਂ, ਦਿਓਗੇ, ਦਵਾਓਗੇ, ਹੱਥ ਵੱਢ ਕੇ ਦਿਓ ਲਿਖ ਕੇ। ਇਹ ਪਹਿਲਾਂ ਕਹਿੰਦੇ ਆ ਬਿਜਲੀ ਵੀ ਦਿਆਂਗੇ, ਮੁੱਢਲਾ ਢਾਂਚਾ ਵੀ ਦਿਆਂਗੇ, ਇੱਕ ਥਾਂ ਦੇ ਉੱਤੇ ਜ਼ਮੀਨਾਂ ਵੀ ਲੈ ਕੇ ਦਿਆਂਗੇ, ਅਸੀਂ ਕੋਈ ਗੱਲ ਨਹੀਂ ਕਾਨੂੰਨ ਇਦਾਂ ਦਾ ਪਾਸ ਕਰ ਦੇਣਾ, ਕੋਈ ਚੀ ਨਹੀਂ ਕਰੂਗਾ, ਕੋਈ ਚੂ ਨਹੀਂ ਕਰੂਗਾ, ਕੋਈ ਸੀ ਨਹੀਂ ਕਰੂਗਾ। ਜੇ ਕੋਈ ਬੰਦਾ ਇਹ ਸਮਝਦਾ ਨਾ ਕਿ ਭਾਈ ਮੈਂ ਆਪਦੀ 2 ਏਕੜ ਨਹੀਂ ਦਿੰਦਾ, ਮੈਂ ਆਪਦੀ 4 ਏਕੜ ਨਹੀਂ ਦਿੰਦਾ, ਉਹ ਦੇਣੀ ਪਊਗੀ। ਮੇਰਾ ਇੱਕ ਮਿੱਤਰ ਹੁੰਦਾ ਸੀ, ਉਹਨੇ ਕੋਕਾ ਕੋਲਾ ਦੀ ਇੱਕ ਵਾਰੀ ਨਾ ਜਾਣੀ ਏਜੰਸੀ ਜੀ ਲੈ ਲਈ ਕਿ ਆਲੇ ਦੁਆਲੇ ਦੇ 20 ਪਿੰਡਾਂ ਦੇ ਵਿੱਚ ਮੈਂ ਸਪਲਾਈ ਕਰਨੀ ਆ, ਸ਼ਾਇਦ ਉਦਾਹਰਣ ਦੇ ਨਾਲ ਚੰਗੇ ਤਰੀਕੇ ਸਮਝ ਆਵੇ। ਮੈਂ ਉਹਨੂੰ ਪੁੱਛਣਾ, ਯਾਰ ਬਾਕੀ ਸਾਰੇ ਪਾਸਿਆਂ 'ਚ 5-5 7-7 ਡੀਲਰ ਵੀ ਹੁੰਦੇ ਆ ਵੀ ਸਮਾਨ ਸਿੱਟ, ਯਾਰ ਤੇਰਾ ਕਿਸੇ ਨਾਲ ਮੁਕਾਬਲਾ ਹੀ ਨਹੀਂ। ਉਹ ਕਹਿੰਦਾ ਆਪਣਾ ਤਰੀਕਾ ਇੱਕੋ ਹੀ ਆ। ਕੀ ਤਰੀਕਾ? ਕਹਿੰਦਾ ਇਹ ਹੈ ਕਿ ਜੇ ਕੋਈ ਮੇਰੇ ਮੁਕਾਬਲੇ ਵਾਲਾ ਬੰਦਾ ਇੱਥੇ 2-4 ਪਿੰਡਾਂ 'ਚ ਸਪਲਾਈ ਕਰਨ ਲੱਗਦਾ, ਆਪਾਂ ਨਾਲ ਹੀ ਤੁਰੰਤ ਉਹਨਾਂ 5-7 ਪਿੰਡਾਂ 'ਚ ਅੱਧੇ ਮੁੱਲ ਦੇ ਉੱਤੇ ਸਮਾਨ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ। ਇਸ ਕਰਕੇ ਅੱਧੇ ਮੁੱਲ ਦੇ ਉੱਤੇ ਸਪਲਾਈ ਕਰੀਦਾ ਕਿ ਉਹ ਮਹੀਨਾ ਕੱਢ ਲੂ, 2 ਮਹੀਨੇ ਕੱਢ ਲੂ, 4 ਮਹੀਨੇ ਕੱਢ ਲੂ, ਜਦੋਂ ਘਾਟਾ ਪੈਣ ਲੱਗ ਪਿਆ ਸ਼ਟਰ ਉਹਨੇ ਸਿੱਟ ਹੀ ਦੇਣਾ। ਇਸ ਕਰਕੇ ਭਾਈ ਜਿਹੜਾ 5-7 ਏਕੜ ਵਾਲਾ ਬੰਦਾ ਹੈਗਾ, ਇੱਕ ਵਾਰੀ ਮੁਕਾਬਲਾ ਕਰ ਲੂ, 2 ਵਾਰੀ ਕਰ ਲੂ, ਜਦੋਂ ਤੁਹਾਡੀ ਜ਼ਮੀਨ ਦੇ ਆਲੇ ਦੁਆਲੇ ਵੱਡੇ ਵੱਡੇ ਟਰੱਕ ਖੜਨ ਲੱਗ ਪਏ, ਆਲੇ ਦੁਆਲੇ ਦੀਆਂ ਜ਼ਮੀਨਾਂ ਦਾ ਪਾਣੀ ਤੁਹਾਡੇ ਵਾਲੇ ਪਾਸੇ ਨੂੰ ਆਉਣ ਲੱਗ ਪਿਆ, ਤੇ ਫਿਰ ਉਦੋਂ ਬੰਦਾ ਹਾਰ ਕੇ ਹੰਬ ਕੇ ਕਹਿੰਦਾ ਕਿ ਭਾਈ ਠੀਕ ਆ, ਮੈਂ ਤੁਹਾਡੇ ਟਰੈਕਟਰ ਤੇ ਬਹਿ ਕੇ ਆਪਣੇ ਵਾਲੇ ਖੇਤ ਤੁਹਾਡੇ ਲਈ ਵਾਹ ਦਿਆ ਕਰੂੰਗਾ, ਆ ਮੈਨੂੰ ਖਾਣ ਜੋਗੇ ਰੁਪਈਏ ਦੇਈ ਜਾਓ। ਸੋ ਇਹ ਫਿਊਚਰ ਜਿਹੜਾ ਹੈ ਜੀ, ਆਪਾਂ ਇਹ ਨਹੀਂ ਕਹਿ ਰਹੇ ਕਿ ਵੀ ਇਹ ਸਵੇਰੇ ਹੀ ਹੋ ਜਾਣਾ, ਪਰ ਮੈਂ ਜਦੋਂ ਤੁਹਾਨੂੰ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਵੀ ਇਹ ਸਾਰਾ ਕੁਝ ਜਿਹੜਾ ਹੌਲੀ ਹੌਲੀ ਉਸ ਪਾਸੇ ਨੂੰ ਵੱਧ ਸਕਦਾ। ਆਪਾਂ ਇਹ ਨਹੀਂ ਕਹਿੰਦੇ ਵੀ ਅਸੀਂ ਜਾਣਬੁੱਝ ਕੇ ਡਰਾਉਂਦੇ ਹਾਂ ਜਾਂ ਆਪਾਂ ਕਹਿੰਦੇ ਵੀ ਸਵੇਰੇ ਇੱਦਾਂ ਹੋ ਜਾਣਾ ਜੀ, ਕਿਸਾਨ ਕੁਝ ਕਰ ਲੈਣ। ਪਰ ਗੱਲ ਹੈ ਵੀ ਜੇ ਇਸ ਪਾਸੇ ਚਰਚਾ ਚੱਲ ਰਹੀ ਆ ਪੂਰੇ ਦੇਸ਼ ਦੇ ਵਿੱਚ, ਉਹ ਕਹਿੰਦੇ ਕਿ ਆਪਾਂ ਇੱਕ ਕਾਨੂੰਨ ਕਰਨਾ, ਚਾਹੇ ਉਹ ਚੀਜ਼ਾਂ ਦੀ ਖਰੀਦਦਾਰੀ ਦਾ ਹੋਵੇ, ਚਾਹੇ ਉਹ ਜ਼ਮੀਨਾਂ ਨੂੰ ਕੰਟਰੈਕਟ ਤੇ ਦੇਣ ਦੀ ਗੱਲ ਹੋਵੇ, ਜਾਂ ਉਹਦੇ ਲਈ ਜਿਹੜੀ ਵਰਤੀ ਜਾਂਦੀ ਬਿਜਲੀ ਹੈ ਜਾਂ ਜਿਹੜੀ ਆਮ ਵਰਤੋਂ ਵਾਲੀ ਬਿਜਲੀ ਹੈ ਉਹਦੇ ਨਾਲ ਰਿਲੇਟਡ ਹੋਵੇ। ਜਦੋਂ ਇੱਕ ਸਾਰ ਢਾਂਚੇ ਕਰਨ ਦੀ ਗੱਲ ਚੱਲਦੇ ਹਾਂ ਤੇ ਉਹਦੇ ਵਿੱਚ ਪੰਜਾਬ, ਹਰਿਆਣਾ, ਜਿਹਨੂੰ ਕਿ ਪਹਿਲਾਂ ਥੋੜ੍ਹੀਆਂ ਜਿਹੀਆਂ ਪ੍ਰਿਵਿਲੇਜ ਹਾਸਲ ਹੈ ਕਿ ਵੀ ਕੋਈ ਸਰਕਾਰੀ ਏਜੰਸੀਆਂ ਇੱਥੇ ਆ ਕੇ ਖਰੀਦ ਕਰਦੀਆਂ, MSP ਹੁੰਦੀ ਹੈ, ਉਹ ਵਾਲਾ ਕੰਮ ਸਮਾਪਤ ਹੋਏਗਾ। ਤੇ ਫਿਰ ਉਸ ਤੋਂ ਬਾਅਦ ਵਾਲਾ ਭਵਿੱਖ ਫਿਊਚਰ ਆਪਾਂ ਜ਼ਰੂਰ ਦੇਖ ਲਈਏ, ਕਿਉਂਕਿ ਜੇ ਹਰੀ ਕ੍ਰਾਂਤੀ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਜਦੋਂ ਫਲਿਆਂ ਵਾਲੀ ਖੇਤੀ ਹੁੰਦੀ ਸੀ, ਉਦੋਂ ਵਾਲੀ ਖੇਤੀ ਤੇ ਹਰੀ ਕ੍ਰਾਂਤੀ ਤੋਂ ਬਾਅਦ ਵਾਲੀ ਖੇਤੀ 'ਚ ਫਰਕ ਹੈ, ਤਾਂ ਫਿਰ ਇਹ ਜਿਹੜਾ ਆਰਡੀਨੈਂਸ ਲਾਗੂ ਹੋਣ ਤੋਂ ਬਾਅਦ ਵਾਲੀ ਜਿਹੜੀ ਖੇਤੀ ਜਾਂ ਆਉਣ ਵਾਲੇ ਨਿਆਣਿਆਂ ਦੇ ਜਿਹੜਾ ਭਵਿੱਖ ਹੈ ਖੇਤੀ ਨਾਲ ਜੁੜਿਆ, ਉਹਦੇ 'ਚ ਤਬਦੀਲੀ 100% ਆਏਗੀ। ਸਾਹਿਬ ਇੱਕ ਗੱਲ ਮੈਂ ਹੋਰ ਇੱਥੇ ਕਰਨੀ ਆ, ਮੈਂ ਸਿਰਫ ਇਹ ਕਹਿਣੀ, ਕੋਈ ਬੰਦਾ ਭੁਲੇਖੇ 'ਚ ਨਾ ਰਹੇ ਕਿ ਮੌਜੂਦਾ ਸਰਕਾਰ ਇਹ ਕਰਦੀ ਹੈ। ਜਿੰਨੀਆਂ ਕੁ ਵੱਡੀਆਂ ਪਾਰਟੀਆਂ ਨੀਤੀਆਂ ਤਕਰੀਬਨ ਇੱਕੋ ਜਿਹੀਆਂ, ਰੰਗ ਹੀ ਹੋਰ ਕੀਤਾ ਆ। ਜੇ ਸਰਕਾਰ ਕਿਸੇ ਹੋਰ ਦੀ ਹੁੰਦੀ ਨਾ, ਦੇਰ ਸਵੇਰ ਥੋੜੇ ਬਹੁਤ ਫਰਕ ਦੇ ਨਾਲ ਕੰਮ ਆਹੀ ਹੋਣਾ ਸੀ। ਬਿਲਕੁਲ ਸਹੀ ਗੱਲ, ਉਹ ਤਾਂ ਹੋਣਾ ਹੀ ਹੈ, ਕਿਉਂਕਿ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਿਹੜੀ ਕਹਿ ਲਓ ਕੁਰਸੀ ਆ ਉਹ ਤਬਦੀਲ ਹੁੰਦੀ ਹੈ, ਜਿਹੜੀ ਅਫਸਰਸ਼ਾਹੀ ਆ ਉਹ ਤਾਂ ਉਹੀ ਰਹਿੰਦੀ ਹੈ ਨਾ। ਕਿਉਂਕਿ ਜਿਹੜਾ ਬੰਦਾ ਇੱਕ ਵਾਰ ਨੌਕਰੀ 'ਚ ਆ ਗਿਆ, ਜੇ ਉਹਨੇ 25 ਸਾਲ 30 ਸਾਲ ਨੌਕਰੀ ਕਰਨੀ ਆ,
ਤਾਂ 5-6 ਸਰਕਾਰਾਂ ਦੇ ਵਿੱਚ ਦੀ ਅਫਸਰ ਤੇ ਉਹੀ ਰਹਿਣਾ, ਤੇ ਜਿਹੜੀ ਨੀਤੀ ਉੱਪਰੋਂ ਚੱਲਦੀ ਆਉਂਦੀ ਇਹ ਤਾਂ ਹੈ ਨਹੀਂ ਵੀ ਸਵੇਰ ਨੂੰ ਡੀਸੀ ਸਾਹਿਬ ਕਹਿਣ ਵੀ ਯਾਰ ਕੱਲ ਜਿਹੜੇ ਆਪਾਂ ਕੰਮ ਕੀਤੇ ਸੀ ਨਾ ਅੱਜ ਸਰਕਾਰ ਬਦਲ ਗਈ ਉਹ ਸਾਰੇ ਬੰਦ ਹੋਣ ਆਪਾਂ ਨਵੇਂ ਕਰਨੇ, ਇਦਾਂ ਤਾਂ ਕਦੀ ਹੋਇਆ ਹੀ ਨਹੀਂ। ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ। ਚਲੋ ਮੁੱਦਾ ਕਿਹੜਾ ਵਿਚਾਰੀਏ ਜੀ ਅਗਲਾ? ਮੁੱਦਾ ਮੈਂ ਚਾਹੁੰਦਾ ਸੀ ਤੁਸੀਂ ਮਹਾਰਾਜ ਫਿਰ ਵੀ ਪ੍ਰੋਫੈਸਰ ਰਹੇ ਆ ਥੋੜਾ ਜਿਹਾ ਸਮਝਾਓ, ਜਿਹੜਾ ਹੁਣ ਇਧਰ UGC ਵਾਲਿਆਂ ਨੇ ਜਿੱਦ ਕਰ ਲਈ, ਉਹ ਕਹਿੰਦੇ ਵੀ ਆਪਾਂ ਨੀਟ ਤੇ JEE ਦਾ ਜਿਹੜਾ ਉਹ ਪੇਪਰ ਹੈ ਉਹ ਲੈਣਾ ਹੀ ਲੈਣਾ ਹੈ। ਹਾਲਾਂਕਿ ਸਰਕਾਰਾਂ ਕਹਿੰਦੀਆਂ ਵੀ ਭਾਈ ਸਾਹਿਬ ਆਪਾਂ ਉਹਦੇ ਵਿੱਚ ਸੁਪਰੀਮ ਕੋਰਟ ਤੱਕ ਜਾਵਾਂਗੇ, ਆਪਾਂ ਅਦਾਲਤਾਂ ਜਾਵਾਂਗੇ, ਕਈ ਚਰਚੇ ਆ, ਉਹ ਤੁਹਾਨੂੰ ਕੀ ਜਾਪਦਾ ਵੀ ਠੀਕ ਹੈ ਕਹਾਣੀ? ਦੇਖੋ ਇੱਕ ਗੱਲ ਤਾਂ ਪੱਕੀ ਹੈ ਕਿ ਜਿਹੜੇ ਵਿਦਿਆਰਥੀਆਂ ਨੇ ਇੰਜੀਨੀਅਰਿੰਗ ਦੇ ਵਿੱਚ ਦਾਖਲਾ ਲੈਣਾ ਸੀ, ਮੈਡੀਕਲ ਵਾਲੇ ਖੇਤਰ 'ਚ ਦਾਖਲਾ ਲੈਣਾ ਸੀ, ਸਾਲ ਨਹੀਂ ਕੋਈ ਖਰਾਬ ਹੋਣ ਦੇਣਾ ਚਾਹੁੰਦਾ। ਅਸੀਂ ਵੀ ਨਹੀਂ ਚਾਹੁੰਦੇ ਕਿ ਕਿਸੇ ਵਿਦਿਆਰਥੀ ਦਾ ਸਾਲ ਖਰਾਬ ਹੋਵੇ। ਭਾਈ ਅੱਗੇ ਅਸੀਂ 2-3 ਮਹੀਨੇ ਲੇਟ ਹੋ ਗਏ ਆ। ਜਿਹੜੀਆਂ ਪ੍ਰਵੇਸ਼ ਪ੍ਰੀਖਿਆਵਾਂ ਜਿਨ੍ਹਾਂ ਨੂੰ ਕਹਿ ਦਈਦਾ, ਜਿਹਦੇ ਰਾਹੀਂ ਐਡਮਿਸ਼ਨ ਹੋਣੇ ਆ, ਦਾਖਲੇ ਮਿਲਣੇ ਆ, ਉਹ ਹੋ ਨਹੀਂ ਰਹੀਆਂ। ਹੁਣ ਨੀਟ ਵੀ ਬਹੁਤ ਜ਼ਰੂਰੀ ਹੈ, JEE ਵੀ ਬਹੁਤ ਜ਼ਰੂਰੀ ਹੈ। ਪਰ ਇੱਥੇ ਸੰਧਾਲੀਆ ਸਾਹਿਬ ਸਭ ਤੋਂ ਵੱਡਾ ਰੌਲਾ ਇਸੇ ਗੱਲ ਦਾ, ਸਰਕਾਰ ਕਹਿੰਦੀ ਹੈ, ਰਮੇਸ਼ ਪੋਖਰਿਆਲ ਸਾਹਿਬ ਜਿਹੜੇ ਸਾਡੇ ਮਿਨਿਸਟਰ ਨੇ ਵਿਭਾਗ ਦੇ, ਉਹ ਕਹਿੰਦੇ ਕਿ ਕਰਾਉਣੀ ਆ ਭਾਈ। ਉਹਨਾਂ ਨੇ ਵੀ ਕਹਿਤਾ ਕਿ 75% ਤੋਂ ਵੱਧ ਜਿਹੜੇ ਪੇਪਰ ਦੇਣ ਵਾਲੇ ਵਿਦਿਆਰਥੀ ਹੈ ਉਹਨਾਂ ਨੇ ਤਾਂ ਐਡਮਿਟ ਕਾਰਡ ਡਾਊਨਲੋਡ ਵੀ ਕਰ ਲਿਆ। ਇਹਦਾ ਮਤਲਬ ਹੈ ਚਾਹੁੰਦੇ ਆ ਕਿ ਅਸੀਂ ਪੇਪਰ ਦੇਣ ਜਾਣਾ। ਗੱਲ ਬਿਲਕੁਲ ਠੀਕ ਹੈ। ਹੁਣ 7 ਸੂਬਿਆਂ ਦੇ ਮੁੱਖ ਮੰਤਰੀ ਕਹਿੰਦੇ ਕਿ ਗਲਤ ਹੈ, ਰਿਸਕ ਹੈ। ਸਰਕਾਰ ਦੀ ਮਨਸ਼ਾ ਦੇ ਉੱਤੇ ਸਾਨੂੰ ਸ਼ੱਕ ਕੋਈ ਨਹੀਂ, ਪਰ ਸੰਧਾਲੀਆ ਸਾਹਿਬ ਗੱਲ ਇੱਕ ਹੈ ਕਿ ਜਦੋਂ ਅਸੀਂ ਲੋਕਡਾਊਨ ਲਾਇਓ ਆ, ਜਦੋਂ ਅਸੀਂ ਰੇਲਾਂ ਬੰਦ ਕੀਤੀਆਂ, ਜਦੋਂ ਅਸੀਂ 20 ਤਰ੍ਹਾਂ ਦੀ ਇਤਿਹਾਤ ਵਰਤਣ ਦੀ ਗੱਲ ਕਰਦੇ ਹਾਂ ਕਿ ਭਾਈ ਕਿਰਪਾ ਕਰਕੇ ਇੱਕ ਦੂਜੇ ਦੇ ਨੇੜੇ ਨਾ ਜਾਓ, ਕਰੋਨਾ ਵਾਇਰਸ ਹੋ ਸਕਦਾ। ਹਸਪਤਾਲਾਂ ਦੇ ਵਿੱਚ ਪ੍ਰਬੰਧ ਸਾਡੇ ਕੋਲੇ ਹੈ ਨਹੀਂ, ਦਵਾਈ ਬੂਟੀ ਸਾਡੇ ਕੋਲੇ ਅਜੇ ਆਈ ਨਹੀਂ। ਹੁਣ ਜਿਹੜਾ ਸਵਾਲ ਇੱਥੇ ਪੈਦਾ ਹੁੰਦਾ ਕਿ ਭਾਈ ਇਹ ਪੇਪਰਾਂ ਦੇ ਵਿੱਚ ਜਾਣ ਵਾਲ ਦਾ ਵਿਰੋਧ ਕੌਣ ਕਰਦਾ ਹੈ? ਸਰਕਾਰ ਕਹਿੰਦੀ ਆ ਸਾਡੇ ਕੋਲੇ ਪ੍ਰਬੰਧ ਆ। ਸੁਪਰੀਮ ਕੋਰਟ ਦੇ ਵਿੱਚ ਸਰਕਾਰ ਨੇ ਜਾ ਕੇ ਕਿਹਾ ਕਿ ਪੁਖਤਾ ਪ੍ਰਬੰਧ ਕਰਾਂਗੇ। ਚਲੋ ਹੁਣ ਮੋਹਰਲੇ ਪਾਸਿਓਂ ਇਹ ਅਰਜ਼ੀ ਦਿੱਤੀ ਆ ਕਿ ਭਾਈ ਦੁਬਾਰਾ ਵਿਚਾਰ ਕਰੋ। ਸਰਕਾਰ ਨੇ ਪ੍ਰਬੰਧ ਸੰਧਾਲੀਆ ਸਭ ਕੀਤੇ ਆ 25 ਲੱਖ ਨੌਜਵਾਨਾਂ ਦੇ ਲਈ ਪ੍ਰੀਖਿਆ ਕੇਂਦਰ ਦੇ ਅੰਦਰ ਕਿ ਭਾਈ ਜਦੋਂ ਤੁਸੀਂ ਆਉਣਾ ਹੈ ਅਸੀਂ ਸਾਬਣ ਨਾਲ ਤੁਹਾਡੇ ਹੱਥ ਧਵਾਵਾਂਗੇ, ਪਾਣੀ ਤੁਸੀਂ ਆਪਣਾ ਆਪਣਾ ਲੈ ਕੇ ਆਉਣਾ ਹੈ, ਅਸੀਂ ਤੁਹਾਨੂੰ 6 ਫੁੱਟ ਦੀ ਦੂਰੀ ਤੇ ਬਿਠਾਵਾਂਗੇ, ਤੁਹਾਡੇ ਮਾਸਕ ਪਾਇਆ ਹੋਊਗਾ, ਜੇ ਕਿਸੇ ਨੂੰ ਜਾਂਦਿਆਂ ਨੂੰ ਸਾਨੂੰ ਲੱਗੂਗਾ ਟੈਂਪਰੇਚਰ ਚੈੱਕ ਕਰਾਂਗੇ, ਤੁਹਾਨੂੰ ਫੀਵਰ ਹੋਏਗਾ, ਬੁਖਾਰ ਹੋਏਗਾ, ਤੁਹਾਨੂੰ ਵੱਖਰੇ ਕਮਰੇ 'ਚ ਬਿਠਾਵਾਂਗੇ। ਸਾਰਾ ਕੁਝ ਠੀਕ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਰਕਾਰ ਨੇ ਪ੍ਰਬੰਧ ਕੀਤੇ। ਪਰ ਮੰਨ ਲਓ ਕੋਈ ਵਿਦਿਆਰਥੀ ਸੈਂਟਰ ਦੇ ਵਿੱਚ ਗਿਆ, ਉਹ ਬੁਖਾਰ ਉਹਨੂੰ ਹੋ ਗਿਆ ਜਾਂ ਉਹ ਪੋਜ਼ਿਟਿਵ ਪਾਇਆ ਗਿਆ, ਤੁਸੀਂ ਵੱਖਰੇ ਕਮਰੇ ਦੇ ਵਿੱਚ ਉਦੋਂ ਪੇਪਰ ਦਵਾ ਲਓਗੇ। ਪਰ ਵੱਖਰੇ ਕਮਰੇ ਤੋਂ ਬਾਹਰ ਜਾ ਕੇ ਉਹਨੇ ਘਰ ਨੂੰ ਵੀ ਜਾਣਾ, ਕਿਸੇ ਬੱਸ 'ਚ ਵੀ ਬਹਿਣਾ, ਕਿਸੇ ਰੇਲ ਗੱਡੀ 'ਚ ਵੀ ਬਹਿਣਾ ਹੈ, ਕਿਸੇ ਆਟੋ 'ਚ ਵੀ ਬਹਿਣਾ ਹੈ, ਕਿਸੇ ਦੇ ਨੇੜੇ ਹੋ ਕੇ ਵੀ ਬਹਿਣਾ। ਆਟੋ ਵਾਲਾ ਥੋੜੀ ਕਹੂਗਾ 6 ਫੁੱਟ ਦੀ ਦੂਰੀ ਤੇ ਬੈਠੋ, ਰੇਲ ਗੱਡੀ ਵਾਲਾ ਥੋੜੀ ਕਹੂਗਾ 6 ਫੁੱਟ ਦੀ ਦੂਰੀ ਤੇ ਬੈਠੋ। ਉਹ ਮੰਨ ਲਓ ਕਿ ਉੱਥੇ ਕਰੋਨਾ ਵਾਇਰਸ ਪੋਜ਼ਿਟਿਵ ਹੈ ਵੀ ਨਹੀਂਗਾ, ਪਰ ਰਾਹ 'ਚ ਉਹਨੂੰ ਲਾਗ ਲੱਗ ਗਈ, ਘਰੇ ਵੀ ਜਾਊਗਾ ਨਾ, 5-7 ਪਰਿਵਾਰ ਦੇ ਜੀਅ ਵੀ ਹੋਣੇ ਆ, ਉਹਨਾਂ ਦੇ ਵਿੱਚ ਵੀ ਰਹੂਗਾ। ਸਭ ਤੋਂ ਵੱਡੀ ਗੱਲ ਸੰਧਾਲੀਆ ਸਾਹਿਬ, ਬਿਹਾਰ ਦੇ ਵਿੱਚ 60 ਲੱਖ ਲੋਕ ਹੜ੍ਹਾਂ ਦੇ ਸ਼ਿਕਾਰ ਨੇ ਇਸ ਲਈ। 250-250 ਕਿਲੋਮੀਟਰ ਦੂਰ ਸੈਂਟਰ ਬਣੇ ਆ, 250-250 ਕਿਲੋਮੀਟਰ ਦੂਰ। ਜਦੋਂ ਪੂਰੀਆਂ ਬੱਸਾਂ ਨਹੀਂ ਚੱਲ ਰਹੀਆਂ, ਜਦੋਂ ਪੂਰੀਆਂ ਟ੍ਰੇਨਾਂ ਨਹੀਂ ਚੱਲ ਰਹੀਆਂ, ਜਦੋਂ ਆਵਾਜਾਈ ਦੇ ਸਾਧਨ ਬੜੇ ਘੱਟ ਨੇ, 250 ਕਿਲੋਮੀਟਰ ਦੂਰ ਤੱਕ ਬੱਚੇ ਪਹੁੰਚਣਗੇ ਕਿਵੇਂ? ਜਿਹੜਾ ਅਮੀਰ ਆ ਉਹ ਤਾਂ ਆਪਣੀ ਕਾਰ 'ਚ ਚਲੇ ਜਾਊ, ਆਪਦੀ ਟੈਕਸੀ ਚਲੇ ਜਾਊ, ਕਿਤੇ ਹੋਟਲ ਦੇ ਵਿੱਚ ਕਮਰਾ ਲੈ ਲਊ। ਜਿਹੜਾ ਬੰਦਾ ਹੀ ਗਰੀਬ ਹੈ ਉਹ ਕਿੱਥੋਂ ਟੈਕਸੀ ਕਰੂਗਾ, ਕਿਹੜੇ ਹੋਟਲ ਦਾ ਜਾ ਕੇ ਕਮਰਾ ਬੁੱਕ ਕਰਾਊਗਾ? ਬਹੁਤ ਸਾਰੀਆਂ ਗੱਲਾਂ ਨੇ, ਪਰ ਸਰਕਾਰ ਅੜੀ ਹੋਈ ਹੈ ਕਿ ਭਾਈ ਅਸੀਂ ਇਹ ਟੈਸਟ ਕਰਾਉਣਾ ਹੀ ਕਰਾਉਣਾ, ਪ੍ਰਵੇਸ਼ ਪ੍ਰੀਖਿਆ ਦਵਾਉਣੀ ਹੈ। ਤੇ 7 ਸੂਬਿਆਂ ਦੇ ਮੁੱਖ ਮੰਤਰੀ ਮੋਹਰੇ ਡਟ ਗਿਆ, ਜਿਨ੍ਹਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਹੈ ਕਿ ਅਸੀਂ ਚੱਲੇ ਹਾਂ ਸੁਪਰੀਮ ਕੋਰਟ, ਭਾਈ ਇਹ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ। ਉਹ ਬਾਟ ਸਾਹਿਬ ਇੱਕ ਚੀਜ਼ ਦੀ ਮੈਨੂੰ ਸਮਝ ਆਈ ਵੀ ਯਾਰ ਜਦੋਂ ਸਾਰਾ ਕੁਝ ਕਹੀ ਜਾਂਦੇ ਆ ਵੀ ਆਨਲਾਈਨ ਆ ਵੀ ਕਰ ਲਾਂਗੇ, ਆਨਲਾਈਨ ਆ ਵੀ ਚੀਜ਼ ਕਰ ਲਾਂਗੇ, ਤੇ ਫਿਰ ਆਪਾਂ ਨੂੰ ਇਹ ਨਜ਼ਰ ਤਾਂ ਆ ਰਿਹਾ ਹੈ ਕਿਉਂਕਿ ਜੇ ਆਪਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਗੱਲ ਮੰਨੀਏ, ਉਹ ਕਹਿੰਦੇ ਵੀ 2-3 ਸਾਲ ਤਾਂ ਜੇ ਲੱਗ ਜਾਣੇ ਆ ਮਿੱਤਰੋ, ਐਡੀ ਛੇਤੀ ਤਾਂ ਇਹ ਕੰਮ ਮੁੱਕਣ ਵਾਲਾ ਹੈ ਨਹੀਂ। ਜੇ ਆਪਾਂ ਗੱਲ ਕਰੀਏ ਭਾਰਤ ਦੇ ਵਿੱਚ ਦਵਾਈ ਆਉਣ ਦੀ, ਤਾਂ ਜਿਹੜੇ ਸਿਹਤ ਮੰਤਰੀ ਨੇ ਹਰਸ਼ਵਰਧਨ ਜੀ, ਉਹ ਖੁਦ ਮੰਨ ਕੇ ਹਟਿਆ ਵੀ ਇਸ ਸਾਲ ਦੇ ਐਂਡ ਤੱਕ ਤਾਂ ਸਾਨੂੰ ਆਸ ਹੈ ਨਹੀਂ, 2021 ਜਦੋਂ ਚੜੂਗਾ ਫਿਰ ਆਪਾਂ ਹੌਲੀ ਹੌਲੀ ਟੀਕੇ ਟੂਕੇ ਲਾਉਣ ਵਾਲੇ ਪਾਸੇ ਤੁਰਾਂਗੇ। ਤੇ ਸੁੱਖ ਨਾਲ ਜਿੰਨੀ ਆਬਾਦੀ ਇਸ ਭਾਰਤ ਦੇਸ਼ ਮਹਾਨ ਦੀ ਹੈਗੀ, ਇਹ ਤਾਂ ਹੈ ਨਹੀਂ ਵੀ ਦਵਾਈ ਅੱਜ ਬਣੀ ਤੇ ਸਵੇਰੇ ਹੀ ਸਾਰਿਆਂ ਨੂੰ ਟੀਕੇ ਲੱਗ ਜਾਣੇ। ਹੁਣ ਇਹ ਤਾਂ ਕਲੀਅਰ ਹੈ ਵੀ ਅਜੇ 1.5-2 ਸਾਲ ਤੱਕ ਕੰਮ ਚੱਲਣਾ, ਤੇ ਹੁਣ 1.5-2 ਸਾਲਾਂ ਦੇ ਵਿੱਚ 2 ਸੈਸ਼ਨ ਜਾਂ ਕਹਿ ਲਓ ਕਿ ਵੀ 2 ਸਾਲਾਂ ਦੇ ਵਿੱਚ 2 ਜਿਹੜੇ ਬੈਚ ਨੇ ਵਿਦਿਆਰਥੀਆਂ ਦੇ, ਉਹਨਾਂ ਦੀ ਵਾਰੀ ਆਉਣੀ ਹੈ। ਤੇ ਕਿਉਂ ਨਾ ਇਹਨੂੰ ਹੁਣ ਤੋਂ ਹੀ ਇਦਾਂ ਸੋਚ ਲਿਆ ਜਾਵੇ ਕਿ ਯਾਰ ਜੇ ਇੰਨਾ ਲੰਮਾ ਇਹ ਕੰਮ ਚੱਲਣਾ ਤੇ ਆਪਾਂ ਹੁਣ ਤੋਂ ਹੀ ਇਹਨੂੰ ਆਨਲਾਈਨ ਵਾਲੇ ਪਾਸੇ ਤੋਰ ਲਈਏ। ਫਿਰ ਕਿਉਂ ਇਹ ਜ਼ਿੱਦ ਕੀਤੀ ਜਾ ਰਹੀ ਹੈ ਵੀ ਕਦੀ ਸਕੂਲ ਖੋਲ੍ਹਣ ਦੀ ਗੱਲ ਚੱਲਦੀ ਹੈ, ਕਈ ਵਾਰ ਇਹ ਵੀ ਸੁਣ 'ਚ ਆਇਆ ਸੀ ਵਿੱਚੋਂ ਜੋ ਵੀ ਕਾਲਜ ਵਾਲੇ ਕਹਿੰਦੇ ਆ, ਯੂਨੀਵਰਸਿਟੀ ਵਾਲੇ ਕਹਿੰਦੇ ਵੀ ਨਹੀਂ ਜੀ ਹੌਲੀ ਹੌਲੀ ਵਿਦਿਆਰਥੀ ਅਸੀਂ ਥੋੜ੍ਹੇ ਕਰਕੇ ਪੜ੍ਹਾ ਲੈਂਦੇ ਹਾਂ। ਪੰਜਾਬ ਦੇ ਜਿਹੜੇ ਆਇਲਸ ਸੈਂਟਰਾਂ ਵਾਲੇ ਆ ਉਹ ਵੀ ਕਹਿੰਦੇ ਨਹੀਂ ਯਾਰ ਇਹ ਤਾਂ ਹੁਣ ਇਦਾਂ ਹੀ ਚੱਲੀ ਜਾਣਾ ਕੰਮ, ਥੋੜ੍ਹੇ ਨਿਆਣੇ ਤਾਂ ਆਉਣ ਦਿਓ।
ਇਹ ਜਿਹੜੀ ਜ਼ਿੱਦ ਹੈ ਜਾਂ ਖਿੱਚ ਹੈ, ਇਹਦੇ ਬਾਰੇ ਕੀ ਕਹਿੰਦੇ ਹੋ? ਦੇਖੋ, ਇਹ ਜਿਹੜਾ ਆਨਲਾਈਨ ਕਰਾਇਆ ਜਾ ਸਕਦਾ, ਪਰ ਉਹਦੇ ਲਈ ਕੰਮ ਕਰਨਾ ਪੈਣਾ। ਹੁਣ ਬੈਂਚ ਜਿਹੜੇ ਅੱਗੇ ਨਾਲ ਜੁੜੇ ਸੀ, ਉਹਨਾਂ ਨੂੰ 5-5 6-6 ਫੁੱਟ ਖਿੱਚ ਕੇ ਦੂਰ ਕਰ ਦਿੱਤਾ, ਉਹਦੇ ਨਾਲ ਸਰੀ ਜਾਣਾ। ਤੇ ਜੇ ਆਨਲਾਈਨ ਕਰਨਾ ਪਿਆ, ਫਿਰ 20 ਤਰ੍ਹਾਂ ਦੇ ਪ੍ਰਬੰਧ ਕਰਨੇ ਪੈਣਗੇ, ਕੰਮ ਕਰਨਾ ਪਊਗਾ। ਹੁਣ ਬਿਆਨ ਦੇ ਕੇ ਸਰੀ ਜਾਂਦਾ, ਹੁਣ ਸੁਪਰੀਮ ਕੋਰਟ ਦੇ ਵਿੱਚ ਐਫੀਡੈਵਿਟ ਦੇ ਕੇ ਸਰੀ ਜਾਂਦਾ ਕਿ ਸਾਡੇ ਕੋਲੇ ਸਾਰੇ ਪੁਖਤਾ ਪ੍ਰਬੰਧ ਨੇ ਜੀ, ਇਦਾਂ ਕਦੀ ਹੋ ਹੀ ਨਹੀਂ ਸਕਦਾ, ਅਸੀਂ ਸਾਰੇ ਬੱਚਿਆਂ ਦਾ ਖਿਆਲ ਰੱਖਾਂਗੇ। ਇੱਕ ਪਾਸੇ ਅਸੀਂ ਕਹਿੰਦੇ ਆ ਕਿ ਟੈਕਨੀਕ ਦੇ ਪੱਖੋਂ ਸਾਡਾ ਸਾਨੀ ਕੋਈ ਨਹੀਂ, ਇੱਕ ਪਾਸੇ ਅਸੀਂ ਕਹਿੰਦੇ ਆ ਕਿ ਭਾਈ ਇੰਟਰਨੈਟ ਅਸੀਂ ਸਾਰੇ ਭਾਰਤ ਦੇ ਲੋਕਾਂ ਤੱਕ ਪਹੁੰਚਾ ਦੇਣਾ। ਹੁਣ ਜੇ ਆਨਲਾਈਨ ਕਰ ਦੇਣ, ਸਾਰਾ ਬਖੇੜਾ ਹੀ ਖਤਮ ਹੋ ਜਾਵੇ, ਪਰ ਨਹੀਂ, ਅਸੀਂ ਉੱਦਾਂ ਨਹੀਂ ਕਰਨਾ। ਅਸੀਂ ਤਾਂ ਜਿਹੜੀ ਹੁਣ ਜਿੱਦ ਫੜ ਲਈ ਆ, ਉਹਦੇ ਹਿਸਾਬ ਨਾਲ ਚੱਲਣਾ। ਸ਼ਾਇਦ ਇਹਨਾਂ ਨੂੰ ਚੇਤਾ ਭੁੱਲ ਗਿਆ, ਅਮਰੀਕਾ ਵਰਗਾ ਮੁਲਕ ਜਿਹਨੇ ਹਜ਼ਾਰਾਂ ਕਰੋੜ ਰੁਪਈਏ ਦਾ ਸਮਝੌਤਾ ਹੀ ਪਹਿਲਾਂ ਕੰਪਨੀ ਨਾਲ ਕਰ ਲਿਆ ਕਿ ਦਵਾਈ ਭਾ ਤੁਸੀਂ ਬਣਾ ਲੈਣੀ ਹੈ, ਸਾਡੇ ਦੇਸ਼ ਨੂੰ ਇੰਨੀ ਦਵਾਈ ਸਪਲਾਈ ਕਰ ਦਿਓ। ਉੱਥੇ ਯੂਨੀਵਰਸਿਟੀਆਂ ਕਾਲਜ ਖੁੱਲੇ, ਹਜ਼ਾਰਾਂ ਸਟੂਡੈਂਟ ਕੁਆਰੰਟੀਨ ਕਰਨੇ ਪਏ ਆ, ਜਿਨ੍ਹਾਂ ਦੇ ਵਿੱਚੋਂ ਕਰੋਨਾ ਵਾਇਰਸ ਦੇ ਲੱਛਣ ਪਾਏ ਗਏ ਆ। ਸੈਂਕੜੇ ਅਧਿਆਪਕ ਜਿਹੜੇ ਇਕਾਂਤਵਾਸ 'ਚ ਭੇਜਣੇ ਪਏ ਆ, ਜਿਨ੍ਹਾਂ 'ਚ ਕਰੋਨਾ ਵਾਇਰਸ ਦੇ ਲੱਛਣ ਪਾਏ ਗਏ ਆ। ਹੁਣ ਆਪਣੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਸਾਨੂੰ ਅਜੇ ਤੱਕ ਬਹੁਤ ਸਾਰੇ ਲੋਕਾਂ ਨੂੰ ਸਮਝ ਹੀ ਨਹੀਂ ਆਈ। ਅਸੀਂ ਕਹਿੰਦੇ ਕਰੋਨਾ ਕੁਝ ਨਹੀਂ ਹੁੰਦਾ, ਇਹ ਐਵੇਂ ਰੌਲਾ ਰੱਪਾ ਪਾਇਆ, ਇਹ ਲੋਕਾਂ ਨੂੰ ਡਰਾਉਣ ਵਾਲੀਆਂ ਗੱਲਾਂ ਨੇ। ਹੁਣ ਲੋਕਾਂ ਨੂੰ ਡਰਾਉਣ ਵਾਲੀਆਂ ਗੱਲਾਂ ਨਹੀਂ। ਇੱਥੇ ਤਾਂ ਪੰਜਾਬ ਦੇ 20-25% ਦੀ MLA ਨਹੀਂ ਬਚੇ। ਇੱਥੇ ਤਾਂ ਉੱਤਰ ਪ੍ਰਦੇਸ਼ ਦੇ 12 ਮੰਤਰੀ ਕਰੋਨਾ ਵਾਇਰਸ ਪੋਜ਼ਿਟਿਵ ਆ ਤੇ 2 ਤਾਂ ਸੁਖਨਾ ਜਹਾਨੋਂ ਗਏ। ਜਿੱਥੇ ਇਹ ਕੰਮ ਹੋਇਆ ਪਿਆ, ਉੱਥੇ ਸਾਡੀ ਸਰਕਾਰ ਬੜੀ ਅਜੀਬ ਹੈ। ਦੇਖੋ, ਸਾਡੀ ਇਕਨੋਮੀ ਡਾਊਨ ਹੋ ਗਈ, ਸਾਰੀ ਦੁਨੀਆ ਦੇ ਵਿੱਚ ਵਿੱਤੀ ਤੌਰ ਦੇ ਉੱਤੇ ਭੱਠਾ ਬੈਠਾ ਪਿਆ, ਸਿਰਫ ਇਸ ਕਰਕੇ ਕਿ ਲੋਕਾਂ ਨੂੰ ਕਿਹਾ ਭਾਈ ਰੱਬ ਦਾ ਹੀ ਵਾਸਤਾ, ਘਰੇ ਰਹੋ। ਅਸੀਂ 25 ਲੱਖ ਬੰਦੇ ਨੂੰ ਘਰੋਂ ਬਾਹਰ ਕੱਢ ਕੇ ਕਹਿੰਦੇ ਆ ਕਿ ਪੇਪਰ ਦੇ ਕੇ ਆਓ। ਇਹ ਚਲੋ ਸਰਕਾਰਾਂ ਸੋਚਣਗੀਆਂ ਹੁਣ, ਜੇ ਇਸ ਚੀਜ਼ ਦਾ ਰੌਲਾ ਪੈ ਗਿਆ ਤੇ ਮੇਰੇ ਖਿਆਲ ਨਾਲ ਸ਼ਾਇਦ ਇਹਦੇ ਵਿੱਚ ਚੇਂਜ ਕਰ ਦੇਣ। ਆਪਾਂ WhatsApp ਜਦੋਂ ਦੁਨੀਆ ਦੀ ਗੱਲ ਕਰਦੇ ਆ, ਯਾਰ ਮੈਨੂੰ ਇੱਕ ਗੱਲ ਸਮਝਾਓ ਵੀ ਆ ਜਾਪਾਨ ਦੇ ਕਹਿੰਦੇ ਪ੍ਰਧਾਨ ਮੰਤਰੀ ਨੇ ਇਸ ਗੱਲੋਂ ਅਸਤੀਫਾ ਦੇ ਦਿੱਤਾ, ਕਹਿੰਦਾ ਯਾਰ ਮੇਰੀ ਹੁਣ ਉਮਰ ਹੋ ਗਈ, ਮੈਂ ਢਿੱਲਾ ਮੱਠਾ ਜਿਹਾ ਰਹਿਣਾ। 65 ਸਾਲ ਦੀ ਉਮਰ ਦੇ ਵਿੱਚ ਹੀ ਮਤਲਬ ਬੰਦਾ ਅਸਤੀਫਾ ਦੇ ਗਿਆ। ਸਾਡੇ ਇੱਥੇ ਭਾਰਤ ਦੇਸ਼ ਮਹਾਂ 'ਚ ਤਾਂ ਮੇਰਾ 60-65 ਸਾਲ ਦਾ ਬੰਦਾ ਜਿਹਦੇ ਯੂਥ ਵਿੰਗ ਦੇ ਵਿੱਚ ਹੁੰਦਾ, ਕੰਮ ਦਾ ਨਹੀਂ ਸੀ ਬੰਦਾ। ਹਾਂ, ਕੋਈ ਬੰਦਾ ਉਹ ਕਾਹਦਾ ਲੀਡਰ? ਇੰਨੇ ਗੇੜੇ ਮਾਰੇ ਭਾਰਤ ਦੇ ਵਿੱਚ। ਸਾਡੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਵੀ ਇੰਨੀਆਂ ਉਹਨੇ ਯਾਤਰਾਵਾਂ ਕੀਤੀਆਂ, 20 ਲੀਡਰਾਂ ਨੂੰ ਆ ਕੇ ਮਿਲਿਆ, ਇੰਨਾ ਹੀ ਸਿੱਖ ਲੈਂਦਾ। ਮੈਨੂੰ ਲੱਗਦਾ ਕਿ ਉਹ ਬੰਦਾ ਨਾ ਕੰਜੂਸ ਬੜਾ। ਉਹਨੇ ਕਿਤੇ 2 ਟਿਊਸ਼ਨਾਂ ਵੀ ਪੜ੍ਹੀਆਂ ਹੁੰਦੀਆਂ ਭਾਰਤ ਦੇ ਲੀਡਰਾਂ ਤੋਂ, ਅਜੇ 20 ਸਾਲ ਪ੍ਰਧਾਨ ਮੰਤਰੀ ਦੀ ਕੁਰਸੀ ਨਹੀਂ ਸੀ ਉਹਨੇ ਛੱਡਣੀ। ਕਮਾਲ ਦੀ ਗੱਲ ਹੈ। 65 ਸਾਲ ਦਾ ਬੰਦਾ, ਇੱਥੇ ਤਾਂ ਸਾਡੇ 70-70 ਸਾਲ ਦੇ ਹੋ ਕੇ ਵੀ ਕਹਿੰਦੇ ਨਹੀਂ, ਅਜੇ ਮੈਂ ਲੋਕਾਂ ਦੀ ਸੇਵਾ ਕਰਨੀ ਹੈ, ਅਜੇ ਮੇਰੇ ਤੋਂ 25 ਸਾਲ ਸੱਤਾ ਦੇ ਵਿੱਚ ਰਹਿ ਕੇ ਲੋਕਾਂ ਦੇ ਸਾਰੇ ਕੰਮ ਨਹੀਂ ਹੋਏ, ਤੁਸੀਂ ਮੈਨੂੰ ਇੱਕ ਵਾਰੀ ਮੌਕਾ ਹੋਰ ਜ਼ਰੂਰ ਦਿਓ। ਮੈਂ ਓਨੀ ਦੇਰ ਕੁਰਸੀ ਨਾਲੋਂ ਚਿੰਬੜੇ ਨੇ ਲੈਣਾ ਨਹੀਂ, ਜਿੱਦਾਂ ਸੜਕ ਦੇ ਉੱਤੇ ਲੁੱਕ ਪਈ ਹੁੰਦੀ ਲਿਥਦੀ ਨਹੀਂ ਨਾ, ਜਿੰਨੀ ਦੇਰ ਮੈਂ ਲੋਕਾਂ ਦੀਆਂ ਸਮੱਸਿਆਵਾਂ ਨਹੀਂ ਹੱਲ ਕਰਦਾ। ਹੋਰ ਦੇਖੋ, ਉਹ ਬੰਦਾ ਸਿਹਤ ਦੇ ਪੱਖੋਂ ਨੂੰ ਮਾੜੀ ਮੋਟੀਆਂ ਪੇਟ ਦੀਆਂ ਸਮੱਸਿਆਵਾਂ ਆ, ਕੋਈ ਅੰਤੜੀਆਂ ਦੀ ਮਾੜੀ ਮੋਟੀ ਸਮੱਸਿਆ ਹੈ, ਮਹੀਨੇ 'ਚ 2 ਵਾਰੀ ਉਹ ਕਿਤੇ ਹਸਪਤਾਲ ਜਾਣਾ ਪੈ ਗਿਆ। ਤੇ ਉਹਦਾ ਬਿਆਨ ਕੀ ਆਇਆ? ਉਹ ਕਹਿੰਦਾ ਜੀ ਮੇਰਾ 1 ਸਾਲ ਰਹਿੰਦਾ, ਪਰ ਮੈਨੂੰ ਐਂ ਲੱਗਦਾ ਕਿ ਕਿਤੇ ਦੇਸ਼ ਦੇ ਕੰਮ ਦੇ ਉੱਤੇ ਨਾ ਮੇਰੀ ਖਰਾਬ ਸਿਹਤ ਦਾ ਅਸਰ ਨਾ ਪੈ ਜਾਵੇ, ਮੈਨੂੰ ਛੁੱਟੀਆਂ ਦਿਓ। ਅੱਜ ਤੱਕ ਦਾ ਜਾਪਾਨ ਦੇ ਇਤਿਹਾਸ ਦੇ ਵਿੱਚ ਸੰਧਾਲੀਆ ਸਾਹਿਬ ਸਭ ਤੋਂ ਲੰਬਾ ਸਮਾਂ ਪ੍ਰਧਾਨ ਮੰਤਰੀ ਰਹਿਣ ਵਾਲਾ ਬੰਦਾ ਹੈ, ਤੇ ਢਿੱਡ ਦੀ ਬਿਮਾਰੀ ਦੇ ਕਰਕੇ ਉਹ ਬੰਦਾ ਕਹਿੰਦਾ ਕਿ ਭਾਈ ਮੈਂ ਹੁਣ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਰਹਿਣਾ ਨਹੀਂ, ਉਹ ਬੰਦਾ ਲਾ ਦਿਓ ਜਿਹੜਾ ਮੇਰੇ ਤੋਂ ਵੱਧ ਕੰਮ ਕਰ ਸਕਦਾ। ਉਹ ਅਜੇ 10-12 ਸਾਲ ਚੁੰਬੜਿਆ ਰਿਹਾ ਭਾਈ, ਇਧਰਲੇ ਪਾਸਿਓਂ ਕਿਤੋਂ ਸਿੱਖ ਸੁੱਖ ਲਾ ਮਾੜਾ ਮੋਟਾ। ਉਹੀ ਤਾਂ ਗੱਲ ਆ। WhatsApp ਇਹ ਸਮਝਦੇ ਨਹੀਂ। ਮੈਂ ਤਾਂ ਕਹਿੰਦਾ ਵੀ ਜੇ ਕੋਈ ਸਾਡੀਆਂ ਇਹ ਗੱਲਾਂ ਬਾਤਾਂ ਜਾਪਾਨੀ ਭਾਸ਼ਾ 'ਚ ਅਨੁਵਾਦ ਕਰਕੇ ਬੰਦੇ ਨੂੰ ਸੁਣਾਵੇ, ਤੇ ਅਸੀਂ ਉਹਨੂੰ ਇਹ ਹੌਸਲਾ ਦੇ ਰਹੇ ਹਾਂ ਇਸ ਵਕਤ ਕਿ ਭਾਈ ਸਾਹਿਬ ਪੇਟ ਦਾ ਤੇ ਰੌਲਾ ਹੀ ਕੋਈ ਨਹੀਂ। ਇੱਥੇ ਸਾਡੇ ਕੋਲੇ ਬਾਬੇ ਬਥੇਰੇ, ਅੱਜ ਕੱਲ੍ਹ ਉਹਨਾਂ ਨੇ ਦਵਾਈਆਂ ਵਾਲਾ ਕੰਮ ਹੀ ਸ਼ੁਰੂ ਕਰ ਲਿਆ, ਚੂਰਨ ਦੀ ਡੱਬੀ ਇੱਕ ਲੈ ਜਾ, ਕੰਮ ਤੇਰਾ ਵਧੀਆ ਚੱਲੀ ਜਾਣਾ। ਇੱਧਰ ਵਾਲੇ ਜਿਹੜੇ ਸਾਡੇ ਵਾਲੇ ਲੀਡਰ ਆ, ਉਹ ਤਾਂ ਦੇਖੋ ਜਦੋਂ ਗੋਡੇ ਵੀ ਖੜ ਜਾਣ, 2 ਬੰਦੇ ਜਿਹੜੇ ਵੈਸੇ ਤਾਂ ਉਹਨਾਂ ਦਾ ਕੰਮ ਹੁੰਦਾ ਸਿਕਿਉਰਿਟੀ ਕਰਨੀ, ਪਰ ਸਿਕਿਉਰਿਟੀ ਦੇ ਨਾਲ ਉਹ ਫਿਰ ਮੋਢਾ ਵੀ ਦੇਣ ਲੱਗ ਪੈਂਦੇ ਵੀ ਭਾਈ ਸਾਹਿਬ ਹੁਣ ਹਿੱਲਿਆ ਤੇ ਜਾਂਦਾ ਨਹੀਂ ਬੰਦੇ ਕੋਲ, ਪਰ ਇੱਕ ਕੁਰਸੀ ਤੋਂ ਚੁੱਕ ਕੇ ਦੂਜੀ ਤੋਂ ਚੁੱਕ ਕੇ ਤੀਜੀ ਤੇ ਵੀ ਖੜਦੇ ਵਿਚਾਰੇ। ਫਿਰ ਵੀ ਜਦੋਂ ਉਹਨੂੰ ਕਹਿੰਦੇ ਵੀ ਹਾਂ ਬਾਪੂ ਹੁਣ ਤੂੰ ਜਾਣਦੇ ਯਾਰ, ਛੱਡ ਦੇ ਗੁੱਸਾ, ਕੀ ਲੈਣਾ ਕੁਰਸੀ ਤੋਂ, ਗਾਂ ਅਗਲਿਆਂ ਨੂੰ ਦੇ ਦੇ, ਕੋਈ ਯੰਗ ਪੀੜ੍ਹੀ ਆਊਗੀ, ਕੁਛ ਨਵੀਂ ਤਕਨੀਕ ਦੇ ਹਿਸਾਬ ਨਾਲ ਕੁਛ ਮੁਲਕ ਦਾ ਖੇਤਰ ਦਾ ਸੁਧਰ ਜੂਗਾ। ਉਹ ਕਹਿੰਦਾ ਨਾ ਅਜੇ ਮੈਨੂੰ ਕੀ, ਅਜੇ ਤੇ ਮੈਂ ਚੰਗਾ ਭਲਾ। ਪੈਨ ਵੀ ਅਗਲੇ ਦਾ ਐਂ ਫੜਿਆ ਹੁੰਦਾ, ਐ ਮਤਲਬ ਸਾਈਨ ਜਿਹੜੇ ਅੱਜ ਤੋਂ 25 ਸਾਲ ਪਹਿਲਾਂ ਕਰਦਾ ਹੁੰਦਾ, ਉਹਨਾਂ 'ਚ ਤੇ ਹੋਣ ਵਾਲਿਆਂ 'ਚ ਫਰਕ ਆ ਗਿਆ ਹੁੰਦਾ, ਪਰ ਫਿਰ ਵੀ ਬੰਦਾ ਕੁਰਸੀ ਨਹੀਂ ਛੱਡਣੀ ਚਾਹੁੰਦਾ। ਨਹੀਂ, ਇਹ ਗੱਲ ਤੁਹਾਡੀ ਠੀਕ ਆ। ਉਹ ਮੈਂ ਤਾਂ ਇਹ ਵੀ ਗੱਲ ਸੋਚਦਾ ਸੀ, ਉਹ ਜਦੋਂ ਸ਼ਿੰਜੋ ਆਬੇ ਨੇ ਆਖਰੀ ਬਿਆਨ ਦਿੱਤਾ ਨਾ ਪ੍ਰਧਾਨ ਮੰਤਰੀ ਦੇ ਤੌਰ ਤੇ, ਮੈਂ ਬੜਾ ਹੈਰਾਨ, ਬੜਾ ਵਧੀਆ ਬੋਲਦਾ ਬੰਦਾ, ਕੱਲੀ ਗੱਲ ਉਹਦੀ ਜਿਹੜੀ ਵੀ ਭਾਸ਼ਾ 'ਚ ਬੋਲਦਾ ਸੀ ਸਮਝ ਆਉਂਦੀ ਸੀ। ਸਾਡੇ ਲੀਡਰ ਤਾਂ ਕਈ ਕੁਰਸੀਆਂ ਵੱਡੀਆਂ ਤੇ ਬੈਠੇ ਹੁੰਦੇ ਆ, ਜਦੋਂ ਭਾਸ਼ਣ ਦਿੰਦੇ ਇਕੱਲੀ ਹਵਾ ਹੀ ਨਿਕਲਦੀ ਹੁੰਦੀ ਆ, ਗੱਲ ਗੁੱਲ ਨਹੀਂ ਕਿਸੇ ਨੂੰ ਸਮਝ ਆਉਂਦੀ ਹੁੰਦੀ, ਕਿਉਂਕਿ ਮੂੰਹ 'ਚ ਦੰਦ ਦਾ ਕੋਈ ਰਹਿੰਦਾ ਹੀ ਨਹੀਂ।
ਚਲੋ ਇਹ ਤਾਂ ਹੁਣ ਸਿਆਣੇ ਬਣਨ ਤੇ ਜਾਪਾਨ ਵਾਲੇ ਥੋੜਾ ਸਮਝਾਉਣ ਆਪਣੇ ਪ੍ਰਧਾਨ ਮੰਤਰੀ ਨੂੰ ਕਿ ਅਜੇ ਕੁਝ ਨਹੀਂ ਹੋਇਆ। ਤੇ ਜੇ ਜਿਹੜਾ ਅਸਲ ਇਹਦੇ ਤੋਂ ਸਾਡਾ ਅੱਜ ਦੀ ਗੱਲਬਾਤ ਕਰਨ ਦਾ ਸੁਨੇਹਾ ਉਹ ਇਹ ਹੈ ਕਿ ਵੀ ਥੋੜਾ ਬਹੁਤ ਜਾਪਾਨ ਤੋਂ ਹੀ ਸਿੱਖ ਲਓ ਯਾਰ, ਐਵੇਂ ਥੋੜਾ ਮੁਲਕ ਤਰੱਕੀ ਕਰੀ ਜਾਂਦਾ ਹਰ ਪਾਸੇ। ਉਹਨਾਂ ਨੂੰ ਪਤਾ ਵੀ ਜਦੋਂ ਸਾਡਾ ਸਰੀਰ ਆਸਰਾ ਨਹੀਂ ਕਰਦਾ, ਮੁਲਕ ਦੀ ਤਰੱਕੀ ਜਾਂ ਖੇਤਰ ਦੀ ਤਰੱਕੀ ਜਾਂ ਜਿਸ ਵੀ ਖੇਤੇ ਨੂੰ ਆਪਾਂ ਬਿਲੋਂਗ ਕਰਦੇ ਹਾਂ ਉਸ ਖੇਤਰ 'ਚ ਰਹਿਣ ਵਾਲੇ ਲੋਕਾਂ ਦੀ ਤਰੱਕੀ ਤਾਂ ਹੀ ਹੋ ਸਕਦੀ ਜੇ ਆਪਾਂ ਤੰਦਰੁਸਤੀ ਨਾਲ ਕੰਮ ਕਰ ਸਕੀਏ। ਤੇ ਜੇ ਕੰਮ ਆਪਾਂ ਆਪਣੇ ਹੀ ਕਰਨਾ ਵੀ 5 ਸਾਲ ਬਾਅਦ ਦੁਬਾਰਾ ਕੁਰਸੀ 'ਤੇ ਕਿਵੇਂ ਹੋਣਾ, ਫਿਰ ਤਾਂ ਕੋਈ ਰੱਬ ਹੀ ਰੱਖਾ ਇੱਥੇ। ਇੱਕ ਵਾਰ ਸਾਹਿਬ ਆਪਾਂ ਜਾਂਦੇ ਜਾਂਦੇ ਨਾ ਸੋਸ਼ਲ ਮੀਡੀਆ ਦੀ ਗੱਲ ਜ਼ਰੂਰ ਕਰਨੀ ਯਾਰ, ਉਹ ਬੜਾ ਪੰਗਾ ਪੈ ਗਿਆ। ਸੰਧਾਲੀਆ ਸਾਹਿਬ ਦੇਖੋ, ਆਪਾਂ ਤਾਂ ਹੁਣ ਦੋਨਾਂ ਭਰਾਵਾਂ ਨੇ ਸਾਂਝੀ ਜੀ ਬੇਨਤੀ ਕਰਨੀ ਆ ਕਿ ਭਾਈ ਭਾਵੇਂ ਧਾਰਮਿਕ ਮੁੱਦਾ, ਕੋਈ ਮੁੱਦਾ, ਰਾਸ਼ਟਰਵਾਦ ਦਾ ਮੁੱਦਾ, ਭਾਸ਼ਾ ਦਾ ਮੁੱਦਾ, ਕਿਰਪਾ ਕਰਕੇ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਛੱਡ ਦਿਓ। ਦੂਸਰੀ ਗੱਲ, ਤੁਹਾਡੇ ਕੋਲ ਕੋਈ ਪੋਸਟ ਆ ਜਾਵੇ ਜੀ ਫਲਾਣੇ ਨੇ ਫਲਾਣੇ ਨੂੰ ਆਹ ਕਹਿਤਾ, ਸਾਡੇ ਧਰਮ ਦੇ ਪ੍ਰਤੀ ਆਹ ਕਰ ਦਿੱਤਾ, ਬਿਨਾਂ ਪੁਣ ਛਾਣ ਦੇ ਅੱਗੇ ਫਾਰਵਰਡ ਨਾ ਕਰ ਦਿਆ ਕਰੋ ਸਾਰੀਆਂ ਚੀਜ਼ਾਂ। ਅੱਗ ਲੱਗੀ ਪਈ ਹੈ ਇਸ ਵੇਲੇ, ਕੋਈ ਸੋਚਦਾ ਸਮਝਦਾ ਹੀ ਨਹੀਂ, ਇੱਕ ਦੂਜੇ ਦੇ ਪ੍ਰਤੀ ਨਫ਼ਰਤ ਜਿਹੜੀ ਉਹ ਪਾਲੀ ਛੱਡਦੇ ਆ। ਪਿਛਲੇ ਦਿਨਾਂ 'ਚ ਸੰਧਾਲੀਆ ਸਾਹਿਬ ਕਈ ਤਾਂ ਇਦਾਂ ਦੀਆਂ ਪੋਸਟਾਂ ਸਾਹਮਣੇ ਆਈਆਂ ਸੀ ਕਿ ਜੇ ਕਿਤੇ ਸਾਰੀ ਦੁਨੀਆ ਦੇ ਕੋਲੇ ਪਹੁੰਚ ਜਾਣ ਤਾਂ ਇੱਥੇ ਹਾਲਾਤ ਬੜੇ ਖਰਾਬ ਹੋ ਜਾਣ। ਇਸ ਕਰਕੇ ਸੋਸ਼ਲ ਮੀਡੀਆ ਵਰਤੋ। ਕੋਈ ਬੰਦਾ ਜਥੇਦਾਰਾਂ ਨਾਲ ਹੋ ਸਕਦਾ, ਕੋਈ ਬੰਦਾ ਢੱਡਰੀਆਂ ਵਾਲਿਆਂ ਨਾਲ ਹੋ ਸਕਦਾ, ਕੋਈ ਬੰਦਾ ਹਿੰਦੀ ਭਾਸ਼ਾ ਵਾਲਾ ਹੋ ਸਕਦਾ, ਕੋਈ ਪੰਜਾਬੀ ਵਾਲਾ, ਕੋਈ ਕਿਸੇ ਧਰਮ ਦਾ ਹੋ ਸਕਦਾ, ਕੋਈ ਗੱਲ ਨਹੀਂ। ਤਰਕ ਨਾਲ ਮਾੜੀ ਮੋਟੀ ਗੱਲ ਕਰੋ, ਪਰ ਸੋਸ਼ਲ ਮੀਡੀਆ ਦੀ ਹਰ ਇੱਕ ਚੀਜ਼ ਦੇ ਉੱਤੇ ਭਾਈ ਯਕੀਨ ਨਾ ਕਰ ਲਿਆ ਕਰਿਓ। ਜੇ ਤੁਸੀਂ ਯਕੀਨ ਕਰਨ ਲੱਗ ਪਏ ਬਿਨਾਂ ਉਹਦੀ ਪੜਚੋਲ ਕੀਤਿਆਂ ਤੋਂ, ਐਸਾ ਨੁਕਸਾਨ ਖਾਵਾਂਗੇ, ਐਸਾ ਠੇਡਾ ਖਾਵਾਂਗੇ, ਐਸਾ ਗੂਠੇ ਦਾ ਨਹੁੰ ਪੈਰ ਵਾਲੇ ਦਾ ਪੱਟਿਆ ਜਾਊਗਾ, ਮੁੜ ਕੇ ਆਉਣਾ ਨਹੀਂ। ਬਿਲਕੁਲ ਸਹੀ ਬਾਟ ਸਾਹਿਬ। ਇਹ ਜਿਹੜੀ ਸੋਝੀ ਹੈ ਨਾ, ਮੇਰਾ ਖਿਆਲ ਇਹ ਦੇਣ ਦੀ ਬਹੁਤ ਲੋੜ ਆ। ਮੈਨੂੰ ਤਾਂ ਲੱਗਦਾ ਵੀ ਅੱਜ ਦੀ ਡੇਟ ਦੇ ਵਿੱਚ ਇਸ ਚੀਜ਼ ਨੂੰ ਇੱਕ ਵਿਸ਼ਾ ਬਣਾ ਕੇ, ਸਬਜੈਕਟ ਬਣਾ ਕੇ ਵੀ ਪੜ੍ਹਾਉਣ ਦੀ ਲੋੜ ਹੈ। ਕਿਉਂਕਿ ਜਿਸ ਹਿਸਾਬ ਨਾਲ ਸੋਸ਼ਲ ਮੀਡੀਆ ਵਾਲੀਆਂ ਕੰਪਨੀਆਂ ਨੇ ਭਾਰਤ ਨੂੰ ਮੰਡੀ ਸਮਝਿਆ ਨਾ ਕਿ ਵੀ ਯਾਰ ਸਭ ਤੋਂ ਵੱਡੀ ਮੰਡੀ ਭਾਰਤ ਹੈ। ਚਾਈਨਾ ਦੀਆਂ ਪਿਛਲੇ ਦਿਨਾਂ 'ਚ ਕਿੰਨੀਆਂ ਐਪਾਂ ਬੰਦ ਕੀਤੀਆਂ ਸੀ। ਹੁਣ ਚਾਈਨਾ ਵਾਲਿਆਂ ਨੂੰ ਪਤਾ, ਹਾਲਾਂਕਿ ਆਬਾਦੀ ਉਹਨਾਂ ਕੋਲ ਕਿਹੜੀ ਘੱਟ ਹੈ, ਵੀ ਭਾਈ ਸਾਹਿਬ ਇੱਥੇ ਆਪਣੇ ਕੋਲੇ ਬੰਦੇ ਹੈਗੇ ਜਿੱਥੇ ਸਰਕਾਰਾਂ ਵੀ ਸਮਾਰਟਫੋਨ ਦਿੰਦੀਆਂ ਵੀ ਭਾਈ ਜੇ ਤੂੰ ਬਚਿਆ ਨਾ ਇਸ ਚੀਜ਼ ਤੋਂ, ਆ ਲੈ ਅਸੀਂ ਤੈਨੂੰ ਦਿੰਨੇ ਬੜਾ ਤੇਰੇ ਗਲ ਪਾ ਦਿੰਦੇ ਤੇ ਤੂੰ ਇਹਦੇ ਤੇ ਨਵੇਂ ਪੰਗੇ ਲੈਣੇ ਸਿੱਖ। ਹੁਣ ਜਿਹੜਾ ਬੰਦਾ ਥੋੜਾ ਜਿਹਾ ਮੈਚਿਓਰ ਉਮਰ ਦਾ, ਉਹਦੇ ਹੱਥ 'ਚ ਵੀ ਫੋਨ ਹੈ, ਮਾਤਾ ਨੂੰ ਵੀ ਫੋਨ ਦਿੱਤਾ, ਘਰੇ ਭਰਜਾਈ ਕੋਲੇ ਵੀ ਫੋਨ ਹੈ, ਭਰਾ ਕੋਲੇ ਵੀ ਫੋਨ ਹੈ, ਗਾਂ ਛੋਟੇ ਨਿਆਣੇ ਜਿਹੜੇ ਉਹ ਵੀ ਸੁੱਖ ਨਾਲ ਹੁਣ ਜਾਂਦਾ ਕਰੋਨੇ ਵਾਲਾ ਕੰਮ ਚੱਲਿਆ, ਉਹਦੀ ਆਨਲਾਈਨ ਕਲਾਸ ਲਾਉਣੀ ਹੈ, ਉਹਨਾਂ ਦੇ ਹੱਥਾਂ 'ਚ ਵੀ ਫੋਨ ਰਹਿੰਦਾ। ਹੁਣ ਇੰਨੀ ਜ਼ਿਆਦਾ ਜਿਹੜੀ ਪਹੁੰਚ ਹੈ ਸੋਸ਼ਲ ਮੀਡੀਆ ਦੀ ਸਾਡੇ ਘਰਾਂ ਦੇ ਵਿੱਚ ਆ ਗਈ ਕਿ ਹਰ ਬੰਦੇ ਨੂੰ ਦਿਹਾੜੀ ਦੇ ਵਿੱਚ ਉਹੀ WhatsApp ਗਰੁੱਪਾਂ 'ਚੋਂ ਕਿਸੇ ਨੇ ਫੁੱਲ ਭੇਜਤਾ, ਕਿਸੇ ਨੇ ਡਾਂਗਾਂ ਵਾਲਾ ਭੇਜਤਾ, ਕਿਸੇ ਨੇ ਭੇਜਤਾ 10 ਬੰਦਿਆਂ ਨੂੰ ਅੱਗੇ ਭੇਜੋ ਤੁਹਾਨੂੰ ਆਹ ਆਊਗਾ, ਕਿਸੇ ਨੇ ਭੇਜਤਾ ਜੇ ਆਹ ਨਾ ਭੇਜਿਆ ਤੁਹਾਨੂੰ ਪਾਪ ਲੱਗ ਜਾਣਾ। ਢੀਂਡੇ ਨੇ ਆਖਿਆ ਦੇਖੋ ਸਾਡੇ ਧਰਮ ਤੇ ਕੀ ਕਹਿਤਾ, ਫਲਾਣੇ ਨੇ ਕਿਹਾ ਸਾਡਾ ਫਲਾਣਾ ਬਾਬਾ ਆ ਕਹਿੰਦਾ। ਇੰਨਾ ਕੁ ਕੁਛ ਉਹਦੇ 'ਤੇ ਪਾਇਆ ਜਾਂਦਾ ਤੇ ਉਹ ਜਿਹੜਾ ਦਿਮਾਗ 'ਤੇ ਅਸਰ ਪਾਉਂਦੀਆਂ ਨੇ ਉਹ ਚੀਜ਼ਾਂ, ਉਹ ਜਾਂ ਤਾਂ ਆਪਣੇ ਘਰ ਪਾੜਨਗੀਆਂ ਜਾਂ ਤੁਹਾਨੂੰ ਕਿਤੇ ਨਾ ਕਿਤੇ ਲੀਹੋਂ ਲਾ ਕੇ ਤੇ ਇਹੋ ਜਿਹੇ ਥਾਂ 'ਤੇ ਸਿੱਟਣਗੀਆਂ ਕਿ ਫਿਰ ਤੁਸੀਂ ਉੱਥੇ ਬੈਠੇ ਸੋਚੋਗੇ ਕਿ ਅਸੀਂ ਇਹ ਗਲਤੀ ਕੀਤੀ ਕਿਉਂ। ਇਹ ਮੰਡੀ ਆ, ਇਹ ਬਾਜ਼ਾਰ ਆ। ਮੈਂ ਬੜੀ ਵਾਰੀ ਬੇਨਤੀ ਕੀਤੀ ਕਿ ਅਗਲਿਆਂ ਦਾ ਕਾਰੋਬਾਰ ਹੈ ਜਿਨ੍ਹਾਂ ਨੇ ਸਾਰਾ ਕੁਝ ਚਲਾਇਆ, ਇਹਦੀ ਵਰਤੋਂ ਉਨੀ ਕੁ ਕਰੀਏ ਜਿੰਨੀ ਕੁ ਆਪਾਂ ਬਿਜਲੀ ਦੀ ਕਰਦੇ ਹਾਂ। ਤੇ ਜੇ ਬਿਜਲੀ ਆਪਾਂ ਨੂੰ ਚਾਹੀਦੀ ਹੈ ਚਾਨਣ ਲਈ ਤਾਂ ਵਧੀਆ ਗੱਲ ਹੈ, ਬਲਬ ਜਗਾਉਂਦੀ ਹੈ, ਪਰ ਆਪਾਂ ਇਹ ਨਾ ਕਰੀਏ ਵੀ ਯਾਰ ਤਾਰ ਮੈਂ ਹੱਥ 'ਚ ਫੜਨੀ ਨੰਗੀ, ਆਪਾਂ ਉਹ ਕੰਮ ਨਾ ਕਰੀਏ। ਬਿਲਕੁਲ ਸੰਧਾਲੀਆ ਸਾਹਿਬ, ਮੈਂ ਦੇਖਦਾ ਹੁੰਨਾ ਕਿ ਕਈ ਵਾਰੀ ਬੀਬੀਆਂ ਨੇ ਨਿਆਣਾ ਟੱਬ 'ਚ ਰੱਖਿਆ ਹੁੰਦਾ ਨਹਾਉਣ ਨੂੰ, ਤਾਂ ਵਿੱਚ ਉਹ ਚੇਤਾ ਹੀ ਭੁੱਲ ਜਾਂਦਾ ਕਿ ਨਿਆਣਾ ਟੱਬ 'ਚ ਰੱਖਿਆ ਭਾਈ, ਉਹਦੇ ਵੀ ਪਿੰਡੇ ਦੇ ਉੱਤੇ ਪਾਣੀ ਮਾੜਾ ਮੋਟਾ ਪਾਉਣਾ ਹੈ। ਬੰਦਾ ਉਧਰਲੇ ਪਾਸੇ ਮੋਟਰ ਦਾ ਸਵਿਚ ਦੱਬਣ ਜਾਂਦਾ ਐਨ ਸਟਾਰਟਰ ਦੇ ਕੋਲ ਖੜੇ ਹੋ ਕੇ ਮੋਬਾਈਲ ਦੇ ਉੱਤੇ 15-20 ਮਿੰਟ ਲੱਗ ਜਾਂਦੇ। ਇੱਕ ਬੇਨਤੀ ਜ਼ਰੂਰ ਕਰਨੀ ਆ ਕਿ ਭਾਈ ਰਾਤ ਨੂੰ ਸੌਣ ਲੱਗਿਆ ਨਾ, ਜਦੋਂ ਐਨ ਮੰਜੇ ਦੇ ਉੱਤੇ ਪੈ ਜਾਂਦੇ ਆ, ਉਦੋਂ ਕਿਰਪਾ ਕਰਕੇ ਆ ਜਿਹੜਾ ਮੋਬਾਈਲ ਫੋਨ ਨਾਂ ਦਾ ਯੰਤਰ ਹੈ ਨਾ, ਇਹ ਤੇ ਸੋਸ਼ਲ ਮੀਡੀਆ ਨਾ ਦੇਖਿਆ ਕਰੋ। ਬੰਦੇ ਨੇ 11 ਵਜੇ ਸੌਣਾ ਹੁੰਦਾ, ਪਤਾ ਉਹ 12:30 ਹੋ ਗਏ, ਸਵੇਰੇ ਦਾ ਉੱਠਣਾ ਸੀ, ਤਾਂ ਜਿੱਦਾਂ ਦਾ ਫਿਰ ਉਹ ਅਨਾਪ ਸ਼ਨਾਪ ਜਿਹਾ ਉਹਦੇ ਵਿੱਚ ਦੇਖਣਾ, ਸਾਰੀ ਰਾਤ ਸੁਪਨੇ ਵੀ ਉਹਦੇ ਆਈ ਜਾਣੇ। ਮੈਨੂੰ ਤਾਂ ਐਂ ਲੱਗਦਾ ਹੁੰਦਾ ਕਿ ਦਿਮਾਗੀ ਤੌਰ ਦੇ ਉੱਤੇ, ਮਾਨਸਿਕ ਤੌਰ ਦੇ ਉੱਤੇ ਸਾਡੇ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ, ਤੇ ਮੁੜ ਕੇ ਨਿਆਣਿਆਂ ਨੂੰ ਦਬਕੇ ਮਾਰੀ ਜਾਣੇ, ਉਹ ਪੜ੍ਹ ਲਾ ਫੋਨ ਫੜਿਆ ਹੱਥ 'ਚ, ਜੇ ਪਾਪਾ ਨਹੀਂ ਛੱਡੂਗਾ, ਮਾਂ ਨਹੀਂ ਛੱਡੂਗੀ, ਤੇ ਨਿਆਣਾ ਕਿੱਦਾਂ ਛੱਡੂ। ਸੋ ਬਚੀਏ ਜੀ ਇਸ ਚੀਜ਼ ਤੋਂ। ਬਾਟ ਸਾਹਿਬ ਸਮਾਂ ਤੁਸੀਂ ਕੱਢਿਆ ਤੇ ਤੁਹਾਡਾ ਬੜਾ ਧੰਨਵਾਦ। ਬਹੁਤ ਸ਼ੁਕਰੀਆ ਜੀ। ਚਾਹ ਦਾ ਗੱਫਾ ਤੁਸੀਂ ਛਕੋ ਤੇ ਫਿਰ ਮਿਲਦੇ ਹਾਂ ਜੀ ਆਉਣ ਵਾਲੇ ਦਿਨਾਂ 'ਚ। ਸ਼ੁਕਰੀਆ ਜੀ। ਠੀਕ ਆ ਸਾਹਿਬ ਜੀ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਪ੍ਰਾਈਮ ਏਸ਼ੀਆ ਟੀਵੀ ਨੂੰ ਪਿਆਰ ਮੁਹੱਬਤ ਕਰਨ ਲਈ ਬੜਾ ਧੰਨਵਾਦ। ਇਸ ਵੀਡੀਓ ਨੂੰ ਤੁਸੀਂ ਪਸੰਦ ਕਰਦੇ ਹੋ ਤਾਂ ਅੱਗੇ ਜ਼ਰੂਰ ਸ਼ੇਅਰ ਕਰਦਿਆ ਕਰੋ, ਲਾਈਕ ਕਰਨਾ ਵੀ ਨਾ ਭੁੱਲਣਾ, ਤੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।